एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। जप आद सच जुगाद सच है पी सच नानक होसी पी सच। सारी संगत नूं वाहिगुरू जी का खालसा वाहिगुरू जी की फतेह। सब तो पहले फतेह जी। ਅੱਜ ਮੈਂ ਸਭ ਤੋਂ ਪਹਿਲਾਂ ਜਿਹੜੀ ਇੰਨੀ ਵੱਡੀ ਖੁਸ਼ੀ ਦੀ ਖਬਰ ਹੈ ਉਹਦੀ ਵਧਾਈ ਦੇਣੀ ਆ ਕਿ ਕਿਸਾਨਾਂ ਨੂੰ ਉਹਨਾਂ ਨੇ ਜਿਹੜਾ ਵਾਅਦਾ ਕੀਤਾ ਹੈ 3 ਲਾਅ ਰਿਪੀਲ ਕਰਨ ਦਾ, ਬਹੁਤ ਵੱਡੀ ਗੱਲ ਹੈ। ਅੱਜ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਹੈ ਐਂਡ ਇਹ ਇੱਕ ਜਿੱਤ ਇਨਸਾਨ ਦੀ ਨਹੀਂ, ਸੱਚ ਦੀ ਜਿੱਤ ਹੈ। ਪਿਛਲੀ ਵਾਰੀ ਅਸੀਂ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਜਿਹੜੀ ਸੀ ਉਹ ਡਿਸਕਸ ਕੀਤੀ ਸੀ ਤੇ ਉਹਦੇ ਵਿੱਚ ਸ਼ੁਰੂ ਵਿੱਚ ਅਸੀਂ ਕਿਹਾ ਸੀ ਨਾਨਕ ਪੰਥ ਚਲਾਇਆ ਸੱਚ ਓਟ ਸਤਾਣੀ ਨੀਂਹ ਤੇ। ਸੱਚ ਦੀ ਨੀਂਹ ਦੇ ਉੱਤੇ ਉਹਨਾਂ ਨੇ ਆਪਣੀ ਟੀਚਿੰਗ ਜਿਹੜੀ ਆਪਣੀ ਫਿਲਾਸਫੀ ਰੱਖੀ ਸੀ। ਸੋ ਮੈਂ ਜਦੋਂ ਹੀ ਅਰਦਾਸ ਕਰਦੀ ਸੀ ਕਿਸਾਨਾਂ ਵਾਸਤੇ ਰੋਜ਼ ਮੈਂ ਇਹ ਕਹੀ ਸੀ ਸੱਚ ਦੀ ਜਿੱਤ ਹੋਵੇ। ਅੱਜ ਸਾਰੇ ਸੰਸਾਰ ਅੱਗੇ ਇਹ ਮਿਸਾਲ ਕਾਇਮ ਹੋ ਗਈ ਹੈ ਕਿ ਸੱਚ ਦੀ ਜਿੱਤ ਹੁੰਦੀ ਹੈ। ਪਰ ਉਹਦੇ ਵਿੱਚ ਜਿਹੜਾ ਸਾਡੇ ਗੁਰੂਆਂ ਦਾ ਸਬਰ ਸੀ ਉਹ ਵੀ ਲਪੇਟਿਆ ਹੋਇਆ। ਜੇਕਰ ਇਹ 1 ਸਾਲ ਬੈਠੇ ਰਹਿਣਾ ਔਰ ਇਸ ਉਮੀਦ ਤੇ, ਜਦੋਂ ਕਿ ਉਮੀਦ ਵੀ ਬਹੁਤ ਘੱਟ ਸੀ, ਪਰ ਫਿਰ ਵੀ ਇੱਕ ਇਰਾਦੇ ਨਾਲ ਇੱਕ ਉਸ ਵਾਹਿਗੁਰੂ ਤੇ ਆਸ ਰੱਖ ਕੇ ਬੈਠੇ ਰਹਿਣਾ ਔਰ ਅਖੀਰ ਤੇ ਜਿੱਤ ਹੋਣੀ, ਇਹ ਸਿਰਫ ਕਿਸਾਨਾਂ ਦੀ ਜਿੱਤ ਨਹੀਂ, ਸਾਰੇ ਸੰਸਾਰ ਦੀ ਜਿੱਤ ਹੈ। ਇਹ ਸਾਡੇ ਸਾਰਿਆਂ ਦੀ ਜਿੱਤ ਹੈ, ਇਹ ਹਰ ਇੱਕ ਹਿਊਮਨ ਬੀਇੰਗ ਦੀ ਜਿੱਤ ਹੈ। ਔਰ ਇਹਦੇ ਤੋਂ ਸਾਨੂੰ ਇੱਕ ਲੈਸਨ ਮਿਲਦਾ ਹੈ ਕਿ ਸੱਚ ਦੀ ਜਿੱਤ ਜ਼ਰੂਰ ਹੁੰਦੀ ਹੈ ਪਰ ਰੱਬ ਟੈਸਟ ਜ਼ਰੂਰ ਲੈਂਦਾ ਹੈ ਔਰ ਟੈਸਟਾਂ ਨੂੰ ਪਾਸ ਕਰਨ ਵਾਸਤੇ ਸਬਰ ਦੀ ਬੜੀ ਲੋੜ ਹੁੰਦੀ ਹੈ। ਸੋ ਵੀ ਰਿਸੀਵ ਦਿਸ ਲੈਸਨ ਐਸ ਜਸੀਅੰਤ। ਸੋ ਸਭ ਨੂੰ ਫਿਰ ਇਸ ਗੱਲ ਦੀ ਬਹੁਤ ਵਧਾਈ ਹੋਈ। ਮੈਨੂੰ ਤੇ ਬਹੁਤ ਹੀ ਖੁਸ਼ੀ ਹੋਈ ਸੀ ਕਿਉਂਕਿ ਬਹੁਤ ਉਹਨਾਂ ਨੇ ਤਪੱਸਿਆ ਕੀਤੀ ਹੈ, ਬਹੁਤ ਸਾਰੀਆਂ ਕੁਰਬਾਨੀਆਂ ਵੀ ਹੋਈਆਂ ਨੇ, ਪਰ ਬਿਲਕੁਲ ਉਮੀਦ ਨਹੀਂ ਸੀ, ਕਿਸੇ ਨੂੰ ਉਮੀਦ ਨਹੀਂ ਸੀ ਕਿ ਇਹ ਹੋ ਸਕਦਾ। ਇਸ ਤਰ੍ਹਾਂ ਲੱਗਦਾ ਸੀ ਅਖੀਰ ਤੇ ਮੂਵਮੈਂਟ ਫੇਲ ਹੋ ਜਾਏ, ਪਰ ਕੁਝ ਪੋਲੀਟਿਕਲ ਹਾਲਾਤ ਇਸ ਤਰ੍ਹਾਂ ਦੇ ਡਿਵੈਲਪ ਹੋਏ ਕਿ ਗਵਰਨਮੈਂਟ ਨੇ ਫੈਸਲਾ ਲੈਣਾ ਪਿਆ। ਇਹਦਾ ਮਤਲਬ ਇਹ ਬਹਾਨਾ ਕੁਝ ਵੀ ਪਵੇ ਪਰ ਸੱਚ ਦੀ ਜਿੱਤ ਜ਼ਰੂਰ ਹੁੰਦੀ। So let's take a lesson out of this. It's a very big lesson, practical lesson for us. So ਅੱਜ ਤੇ ਬਹੁਤ ਹੀ ਥੋੜੇ ਲੋਕ ਨੇ। Should I start or wait? ਕੀ ਸਲਾਹ ਸੰਗਤ ਦੇ? ਜੇ ਤੁਹਾਡੇ ਕੋਲ ਇੱਕ ਸਵਾਲ ਨੇ ਤੇ ਕਰ ਦਿਓ, ਫਿਰ ਸ਼ੁਰੂ ਕਰਨੇ ਆ। ਟੌਪਿਕ ਤੇ ਬੜਾ ਇੰਪੋਰਟੈਂਟ ਸੀਗਾ। ਆਪ ਆਪਣਾ ਬਿੰਕੂ ਜੀ ਤੁਹਾਡੇ ਕੋਈ ਸਵਾਲ ਨੇ ਤਾਂ ਦੱਸੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਂਟੀ ਰਾਈਟ ਨਾਓ ਤਾਂ ਨਹੀਂ ਕੋਈ ਸਵਾਲ। ਆਈ ਜਸਟ ਕੇਮ ਫਰਮ ਵਰਕ, ਸੋ ਨਹੀਂ ਮੈਨੂੰ ਹਾਲੇ ਮੇਰੇ ਮਾਈਂਡ 'ਚ ਕੋਈ ਹੈ ਨਹੀਂ ਸਵਾਲ। ਠੀਕ ਹੈ ਠੀਕ ਹੈ, ਚਲੋ ਅਸੀਂ ਸ਼ੁਰੂ ਕਰਦੇ ਹਾਂ। ਫਿਰ ਮੇਰਾ ਸੰਗਤ ਅੱਜ ਗੁਰਦੁਆਰੇ ਸ਼ਾਇਦ ਗਈ ਹੋਵੇਗੀ ਜਾਂ ਬਿਜ਼ੀ ਹੋਏਗੀ, ਮਤਲਬ ਦਿਨ ਉਸ ਤਰ੍ਹਾਂ ਦਾ। ਖੈਰ ਐਨੀਵੇ ਟੌਪਿਕ ਤਾਂ ਸਾਰੇ ਇੰਪੋਰਟੈਂਟ ਹੁੰਦੇ ਨੇ, ਪਰ ਠੀਕ ਹੈ ਸਾਰੇ ਦੂਸਰੇ ਦੇਖ ਲੈਣਗੇ, ਆਪਣਾ ਰਿਕਾਰਡਿੰਗ ਦੇਖ ਲੈਣ। ਸਾਰੇ ਟੌਪਿਕ ਜਿੰਨੇ ਅਸੀਂ ਪਿੱਛੇ ਲਏ ਨੇ, ਦੇਖਿਆ ਜਾਏ ਤਾਂ ਸਾਰੇ ਆਪਸ ਵਿੱਚ ਕਨੈਕਟਡ ਹੈਗੇ ਨੇ। ਇਹ ਸਾਰੇ ਜਿਹੜੇ ਨੇ ਸਾਨੂੰ ਜੀਵਨ ਜਾਚ ਤੇ ਆਤਮਿਕ ਢੰਗ ਨਾਲ ਜੀਣ ਦਾ ਤਰੀਕਾ ਦੱਸਦੇ ਨੇ। ਜੀਵਨ ਜਿਹੜਾ ਹੈ ਬੜੀ ਮੁਸ਼ਕਿਲ ਹਿਊਮਨ ਲਾਈਫ ਮਿਲਦੀ ਹੈ, ਮਨੁੱਖ ਦੇ ਹੁਰੀਆ ਵਿੱਚ ਬੜਾ ਕੀਮਤੀ ਹੈ। ਉਹਨੂੰ ਕਿਸ ਤਰ੍ਹਾਂ ਜੀਣਾ ਹੈ, ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ
ਸਾਨੂੰ ਕੁਝ ਪਤਾ ਹੁੰਦੀਆਂ ਨੇ, ਕੁਝ ਪਤਾ ਹੀ ਨਹੀਂ ਹੁੰਦਾ। ਕੁਝ ਪਤਾ ਹੁੰਦੀਆਂ ਨੇ, ਉਹਨਾਂ ਨੂੰ ਅਸੀਂ ਕੰਟਰੋਲ ਨਹੀਂ ਕਰ ਸਕਦੇ, ਕੁਝ ਪਤਾ ਹੀ ਨਹੀਂ ਹੁੰਦੀਆਂ। There is saying ਕਿ I don't know that I don't know. There are things I know that I don't know. ਜਿਸ ਤਰ੍ਹਾਂ ਤੁਹਾਡਾ ਕੋਈ ਸਵਾਲ ਹੈ, ਤੁਸੀਂ ਮੈਨੂੰ ਪੁੱਛਿਆ, ਤੁਹਾਡਾ ਸਵਾਲ ਹੈ, you know that you don't know. But there are things that ਤੁਸੀਂ ਸਵਾਲ ਹੀ ਨਹੀਂ ਕਰੋਗੇ। ਕਿਉਂ? You don't know that you don't know. There is so much ਉਹਦੇ ਪਰਮਾਤਮਾ ਦੇ ਕਾਨੂੰਨ ਵਿੱਚ ਇੰਨਾ ਕੁਛ ਹੈ ਜਿਹੜਾ ਅਸੀਂ ਜਾਣ ਹੀ ਨਹੀਂ ਸਕਦੇ, ਔਰ ਉਹ ਵੀ ਹੈ ਜਿਹੜਾ ਸਾਨੂੰ ਜਾਣਨਾ ਚਾਹੀਦਾ, ਔਰ ਉਹ ਸਾਨੂੰ ਨਹੀਂ ਪਤਾ ਕਿ ਉਹ ਕੀ ਹੈ ਜਿਹੜਾ ਸਾਨੂੰ ਜਾਣਨਾ ਚਾਹੀਦਾ। ਸੋ ਇਹ ਜਿਹੜੇ ਸਾਡੇ ਟੌਪਿਕ ਨੇ, ਇਹ ਸਾਨੂੰ ਇਹ ਦੱਸ ਰਹੇ ਨੇ ਕਿ ਕੀ ਹੈ ਜਿਹੜਾ ਸਾਨੂੰ ਜਾਣਨਾ ਚਾਹੀਦਾ ਹੈ, ਜਿਹੜਾ ਕਿ ਸਾਡੇ ਦਿਮਾਗ ਵਿੱਚ ਨਾ ਆਵੇ। ਫਰਜ਼ ਕਰੋ। ਦੂਸਰਾ ਇਹ ਕਿ ਸਾਰੀਆਂ ਚੀਜ਼ਾਂ ਇੰਟਰਕਨੈਕਟਡ ਨੇ, ਜਿਹੜੀਆਂ ਕਿ ਦੱਸਦੀਆਂ ਨੇ ਕਿ ਬਾਣੀ ਨੂੰ ਅਸੀਂ, ਗੁਰਬਾਣੀ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਲਗਾਉਣਾ ਕਿਵੇਂ ਹੈ। ਕਿਉਂਕਿ ਅਸੀਂ ਜੇ ਸਾਰੀ ਗੁਰਬਾਣੀ ਪੜ੍ਹਦੇ ਜਾਈਏ, ਉਹਦੇ ਵਿੱਚ ਖਾਸ ਜਿਹੜੀਆਂ ਤੁਕਾਂ ਨੇ, ਉਹਦਾ ਨਿਸ਼ਾਨਾ ਨਾ ਲਈਏ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਵਾਸਤੇ, ਗੁਣ ਧਾਰਨ ਕਰਨ ਵਾਸਤੇ, ਤੇ ਕਿਸ ਤਰ੍ਹਾਂ ਕੀਤਾ ਜਾਏ ਕਿ ਬੜਾ ਅਸਰਦਾਰ ਹੋਵੇ, ਉਹਦੇ ਵਾਸਤੇ ਸਾਡੇ ਜਨਰਲ ਟੌਪਿਕ ਜਿਹੜੇ ਨੇ ਉਹ ਬੜੇ ਜ਼ਰੂਰੀ। ਤਾਂ ਹੀ ਅਸੀਂ ਗੁਰਬਾਣੀ ਦੀ ਗਹਿਰਾਈ ਵਿੱਚ ਤਹਿ ਵਿੱਚ ਜਾ ਸਕਾਂ। ਸੋ ਅੱਜ ਦਾ ਟੌਪਿਕ ਹੈ ਵਿਕਾਰ, ਕਮਜ਼ੋਰੀਆਂ, ਲਿਮਿਟੇਸ਼ਨਸ, ਕਾਮਨਾਵਾਂ। ਪਰ ਸਾਰੀ ਮਤਲਬ ਸਾਡੀ ਜਿਹੜੀ ਜੀਵਨ ਸਾਰਾ ਹੈ, ਉਹ ਸਾਰੀ ਬਾਣੀ ਹੈ, ਔਰ ਸਾਡੇ ਸਾਰੇ ਪ੍ਰੋਬਲਮ ਨੇ ਉਹ ਸਾਰੇ ਵਿਕਾਰਾਂ ਦੇ ਨਾਲ ਹੀ ਕਨੈਕਟਡ। ਸਾਰੀ ਉਮਰ ਅਸੀਂ ਉਹਨਾਂ ਵਿਕਾਰਾਂ ਨੂੰ, ਉਹਨਾਂ ਲਿਮਿਟੇਸ਼ਨਸ ਨੂੰ ਸਾਫ਼ ਕਰਦੇ ਰਹਿੰਦੇ ਹਾਂ, ਔਰ ਜੋ ਕਿੰਨੀਆਂ ਕੁ ਅਸੀਂ ਕਰ ਸਕਦੇ ਹਾਂ ਔਰ ਕਿੰਨੀਆਂ ਕੁ ਰਹਿ ਜਾਂਦੀਆਂ। ਬਟ ਇਹ ਹੈ ਕਿ ਐਫਰਟ ਤੇ ਹੋਣੀ ਚਾਹੀਦੀ ਹੈ ਕਿ ਜਿੰਨੇ ਕੁ ਅਸੀਂ ਕਲੀਅਰ ਕਰ ਸਕੀਏ ਉਹ ਕਰੀਏ। ਪਰ ਅਸੀਂ ਕਲੀਅਰ ਤਾਂ ਹੀ ਕਰ ਸਕਾਂਗੇ ਪਹਿਲਾਂ ਸਾਨੂੰ ਪਤਾ ਹੋਵੇ ਕਿਹੜੀਆਂ ਦਾ ਸਾਨੂੰ ਪਤਾ ਹੈ, ਪਰ ਉਹਦੇ ਡਿਟੇਲ ਨਹੀਂ ਪਤਾ। ਉਹਨਾਂ ਨੂੰ ਕੀ ਨੇ, ਉਹ ਕਿਸ ਤਰ੍ਹਾਂ ਉਹਨਾਂ ਵਿੱਚ ਨਿਕਲਣਾ, ਉਹਨਾਂ ਨਿਕਲਣ ਦਾ ਲਾਭ ਕੀ ਹੈ, ਤੇ ਜੀਵਨ ਮਿਲਿਆ ਕਿਸ ਵਾਸਤੇ ਵੇ ਭਈ ਪ੍ਰਾਪਤ ਮਨੁੱਖ। ਇਹ ਨਾ ਹੋਵੇ ਕਿ ਜੀਵਨ ਲੰਘ ਹੀ ਜਾਏ, ਐਂਡ ਵਿੱਚ ਪਤਾ ਲੱਗੇ ਕਿ ਕਰਨ ਕੀ ਆਇਆ ਸਾ ਤੇ ਕੀਤਾ ਤੇ ਕੁਛ ਵੀ ਨਹੀਂ ਹੈਗਾ ਤੇ ਖਤਮ ਹੋ ਗਿਆ, ਆਪ ਪਛਤਾਏ ਕਿਆ ਹੋ। तो ਅਸੀਂ ਦੇਖਨੇ ਆ ਕਿ ਇਹ ਕੀ ਨੇ, ਕਾਮਨਾਵਾਂ ਕੀ ਨੇ। परमात्मा ने सानू शरीर दिता। शरीर जिहड़ा है 5 तत्तां दा बनिया है, ये सानू सब नू पता है। जदों सानू जीवन परमात्मा देंदा 5 तत्त इकट्ठे करके जीवन बना देंदा, और जदों लैना हुंदा वो अपने आप नू खिच लैंदा, 5 तत्त अपने अपनी जगह ते मर्ज हो जांदे। इनू जीवन नू चलाउण वास्ते जिहड़े हथियार ने, जिन्हों असी अंतःकरण कहने, उन्हें मन बुद्धि चित्त अहंकार, ये इंस्ट्रूमेंट। जीवन की ये जीवन आत्मा है, ये सारे उहदे आधार ते चलदे ने। जदों परमात्मा इंसान नू पैदा करदा है तो उहदे विच वो बीज पा दिंदा है 5 गुणां दा ते 5 अवगुणां दा। क्योंकि ये भी तो चाहता है कि बंदे नू सारे गुण सीधे ही ना दे दें, उन्होंने कुछ मेहनत भी तो करन दें। दूसरा होर भी कई सारे फैक्टर्स होंदे ने। सो वो 5 गुण ते 5 विकार की ने। 5 विकार सानू सारिआं नू पता है, काम, क्रोध, लोभ, मोह, अहंकार। और जेडे गुण ने वो ने सत, संतोख, दया, धर्म। सत, संतोख, दया, धर्म, धीरज। एक्चुअली ये मनुखी जज्बे ने जिन्हां नू असी जिस तरह भी टालना चाहिए वो टाल सकते। डिपेंड करता है सानू हालात किस तरह दे मिलते हैं। सब तो पहला तो सानू परिवारिक हालात मिलते हैं।
घर विचों असीं सिखने आ, स्कूल तो सिखने आ, अपने साथियों तो सिखने आ। कई बारी असीं अपने आप तो भी सिखने, कई बारी आत्मा इन्नी पहला ही पहले जन्मां तो लैके आंदी कि असीं अपने आप तो सिखने ने। कई बारी साडे घरों साडा हालात नहीं बनते, बाहरों भी नहीं बनते, पर साडे अंदरों वो चीज़ां जिहड़ियां ने वो उठ जांदियां। कल मैं एक लैक्चर सुन रही सी राती ननकाना साहब तो, शायद किसी होर ने भी सुनिया हो, तुहाडे किसी ने सुनिया पता नहीं। सो यंग लड़की सी, बड़ी यंग राजी, बड़ी प्यारी जी। उन्हें बड़ा ही लंबा लैक्चर दिता, बड़ा ही सोहना, सो फ्लुएंटली। मैं सोच रही सी कि ये ते इहदे विच हुण एकदम ते नहीं आ गया, इन्ना स्पॉन्टेनियस सी कि इस तरह लगदा सी कि ये लड़की ते पहले ही तैयार सीगी। इस जन्म विच तैयार ही होके आई सी, जिहड़ी बाकी थोड़ी बहुत कसर रह गई सी वो इस जन्म विच पूरी कर लैगी। सो कईयां दे विच ते ऑलरेडी हुंदा है, कईयां नूं बहुत मेहनत करनी पैंदी है, पर जो भी करना पैंदा वो असीं करना ते सानूं ये पता नहीं असीं कित्थे खड़े हां, बट ये जरूर है कि मेहनत ते करनी। सो असीं ये देखने आ कि कहंदे ने कि जेकर शरीर जिहड़ा इन्ना तकड़ा है, इहनूं एक बूंद ਜ਼ਹਿਰ ਦੀ ਦਈਏ ਤੇ मर ਜਾਂਦਾ है। पर ਜਿਹੜੇ ਇਹ ਵਿਕਾਰ ਨੇ, ਇਹਨਾਂ ਨੂੰ ਤੇ ਬੂੰਦ ਲੈਣ ਦੀ ਜ਼ਰੂਰਤ ਹੀ ਨਹੀਂ। ਇਹਨਾਂ ਦੀ ਚਿਤਵਨੀ ਤੇ ਸਾਰਾ ਵਕਤ ਤੁਹਾਡੇ ਅੰਦਰ ਹੀ ਚੱਲਦੀ ਰਹਿੰਦੀ। ਜਿਵੇਂ ਅਸੀਂ ਦੇਖਿਆ ਸੀ ਕਿ ਇੱਕ ਦਿਨ ਵਿੱਚ ਬੰਦਾ 60 ਤੋਂ 70,000 ਥਾਟ ਜਿਹੜਾ ਲੈਂਦਾ। ਇਹਦਾ ਮਤਲਬ ਹੈ ਚਿਤਵਨੀ ਦੇ ਚੱਲ ਰਹੇ ਨੇ, ਪਰ ਸਾਨੂੰ ਪਤਾ ਨਹੀਂ। ਜੇ ਅਸੀਂ ਸੋਚੀਏ ਕਿ 60 ਤੋਂ 70,000 ਥਾਟ ਮੈਂ ਲੈ ਰਿਹਾ ਵਾਂ, ਨਹੀਂ ਇਹ ਤੇ ਹੋ ਹੀ ਨਹੀਂ ਸਕਦਾ, ਮੈਂ ਤੇ ਲੈ ਹੀ ਨਹੀਂ। ਪਰ ਉਹ ਤੁਹਾਡੇ ਅੰਦਰ ਸਾਰੇ ਜਿਹੜੇ ਚੱਲ ਰਹੇ ਨੇ ਉਹ ਤੁਹਾਡੇ ਤੇ ਅਸਰ ਤੇ ਕਰ ਰਹੇ ਨੇ। ਯੂ ਆਰ ਬਿਕਮਿੰਗ ਦੈਟ ਓਨਲੀ, ਤੁਹਾਡੇ ਅੰਦਰ ਚੱਲ ਰਿਹਾ। ਅਕਸਰ ਹੀ ਤੁਸੀਂ ਲੋਕੀ ਸਵਾਲ ਕਰਦੇ ਹੋ ਕਿ ਜਦੋਂ ਤੁਸੀਂ ਮੈਡੀਟੇਸ਼ਨ ਬੈਠਨੇ ਆ ਤੇ ਵਿਚਾਰ ਕਿਉਂ ਆਉਂਦੇ ਨੇ। ਐਕਚੁਅਲੀ ਮੈਡੀਟੇਸ਼ਨ ਵਿਚਾਰ ਨਹੀਂ ਆਉਂਦੇ, ਉਹ ਵਿਚਾਰ ਤੁਹਾਡੇ ਪਹਿਲਾਂ ਚੱਲ ਹੀ ਰਹੇ ਹੁੰਦੇ ਨੇ, ਪਰ ਪਹਿਲਾਂ ਕਿਉਂਕਿ ਤੁਹਾਡਾ ਮਨ ਚੁੱਪ ਨਹੀਂ ਕਰਦਾ, ਤੁਹਾਨੂੰ ਪਤਾ ਨਹੀਂ ਲੱਗਦਾ ਵਿਚਾਰ ਚੱਲ ਰਿਹਾ। ਉਹ ਚੱਲ ਰਿਹਾ, ਸਭ ਕੁਝ ਹੋ ਵੀ ਰਿਹਾ, ਵਿਚਾਰ ਵੀ ਚੱਲ ਰਹੇ। ਲੇਕਿਨ ਜਦੋਂ ਤੁਸੀਂ ਬੈਠਦੇ ਹੋ ਤਾਂ ਤੁਸੀਂ ਦੇਖਦੇ ਹੋ ਕਿ ਵਿਚਾਰ ਚੱਲ ਰਹੇ ਨੇ, ਫਿਰ ਤੁਹਾਨੂੰ ਪਤਾ ਲੱਗਦਾ। ਸੋ ਇਹ ਜਿਹੜੀ ਚਿਤਵਨੀ ਹੈ ਸਾਰਾ ਵਕਤ ਸਾਡੇ ਅੰਦਰ ਚੱਲਦੀ ਹੈਗੀ ਹੈ, ਇਹ ਬੜੀ ਸਟਰੋਂਗ ਹੈ। ਇਹਦੇ ਤੋਂ ਕਿਸ ਤਰ੍ਹਾਂ ਨਿਕਲਿਆ ਜਾਏ, ਇਹ ਇਹਨਾਂ ਨੂੰ ਕਿਹਾ ਹੈ ਕਿ ਇਹ ਬੜੇ ਯੋਧੇ ਨੇ। ਇਹ ਜਿਹੜੇ ਵਿਕਾਰ ਨੇ ਇਹ ਬੜੇ ਵੱਡੇ ਯੋਧੇ ਨੇ। ਇਹਨਾਂ ਦੇ ਨਾਲ ਲੜਾਈ ਕਰਨੀ ਜਿਹੜੀ ਹੈ ਉਹਦੇ ਵਾਸਤੇ ਓਡੇ ਵੱਡੇ ਯੋਧੇ ਬਣਨਾ ਪੈਂਦਾ। ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ ਕੋਈ ਹੈ ਕੋਈ ਸੂਰਾ ਜਿਹੜਾ ਇਹਨਾਂ ਨੂੰ ਹਰਾ ਸਕੇ। ਇਹਦਾ ਮਤਲਬ ਹੈ ਕਿ ਇਹਨਾਂ ਨੂੰ ਹਰਾਉਣ ਵਾਸਤੇ ਬਹੁਤ ਜਿਹੜੀ ਮਿਹਨਤ ਜਿਹੜੀ ਹੈ ਉਹਦੀ ਲੋੜ ਹੈ। ਸੋ ਹੁਣ ਅਸੀਂ ਦੇਖਦੇ ਹਾਂ ਕਿ ਮੋਟੇ ਕਿ ਅਸੀਂ ਲੈ ਲੈਂਦੇ ਹਾਂ ਮੋਟੇ ਜਿਹੜੇ ਅਸੀਂ ਆਮ ਤੌਰ ਤੇ ਜਿਨ੍ਹਾਂ ਦੇ ਨਾਲ ਰੋਜ਼ ਡੀਲ ਕਰਨੇ ਆ ਕਿ ਉਹ ਕੀ ਨੇ, ਉਹ ਕੀ ਵਿਕਾਰ ਨੇ ਔਰ ਕਿਸ ਤਰ੍ਹਾਂ ਕੰਮ ਕਰਦੇ ਨੇ ਔਰ ਉਹਨਾਂ ਦਾ ਕੀ ਨੁਕਸਾਨ ਹੁੰਦਾ ਹੈ ਔਰ ਉਹਨਾਂ ਵਿੱਚੋਂ ਨਿਕਲਣਾ ਕਿਸ ਤਰ੍ਹਾਂ। ਅੱਜ ਮੈਨੂੰ ਸਵਾਦ ਨਹੀਂ ਆ ਰਿਹਾ ਕਿਉਂਕਿ ਸੰਗਤ ਹੀ ਬਹੁਤ ਥੋੜੀ ਹੈਗੀ ਹੈ। ਇਸ ਤਰ੍ਹਾਂ ਲੱਗਦਾ ਕਿ ਬੋਲਣ ਦਾ ਕੋਈ ਜ਼ਿਆਦਾ ਲਾਭ ਨਹੀਂ ਹੋ ਰਿਹਾ। ਚਲੋ ਐਨੀਵੇ ਸੰਗਤ ਦੀ ਮਰਜ਼ੀ ਹੈ। ਵਾਹਿਗੁਰੂ ਭੈਣ ਜੀ, ਜਿਸ ਤਰ੍ਹਾਂ ਤੁਹਾਨੂੰ ਕੰਫਰਟੇਬਲ ਲੱਗਦਾ ਪਿਆ, ਜੇ ਤੁਹਾਡੀ ਸਿਹਤਮੰਦੀ ਪਈ ਹੈ ਤੇ ਯੂ ਆਰ ਵੈਲਕਮ, ਤੇ ਜੇ ਤੁਹਾਨੂੰ ਜਿਸ ਤਰ੍ਹਾਂ ਤੁਹਾਨੂੰ ਲੱਗਦਾ ਪਿਆ। ਨਹੀਂ ਭੈਣ ਜੀ, ਇਸ ਤਰ੍ਹਾਂ ਹੈ ਨਾ, ਜਿਹੜੀ ਸੰਗਤ ਆਈ ਉਹਦਾ ਤਾਂ ਕੋਈ ਕਸੂਰ ਨਹੀਂ ਨਾ ਹੈਗਾ।
ठीक है ना। ਵਾਹਿਗੁਰੂ they should suffer। ਜਿਹੜੀ ਸੰਗਤ ਆਈ ਹੈ ਉਹਨਾਂ ਨੂੰ ਜਿਹੜੇ ਸੁਣਨ ਵਾਸਤੇ ਆਏ ਨੇ ਉਹਨਾਂ ਨੂੰ ਤੇ ਮਿਲਣਾ ਚਾਹੀਦਾ ਨਾ, ਠੀਕ ਹੈ ਨਾ। ਵਾਹਿਗੁਰੂ ਐਨੀਵੇ ਆਈ ਡੋਂਟ ਮਾਈਂਡ, ਠੀਕ ਹੈ, ਕੋਈ ਗੱਲ ਨਹੀਂ। ਸੋ ਅਸੀਂ ਲੈ ਲੈਨੇ ਆ, ਮੋਟੇ ਮੋਟੇ ਲੈ ਲੈਨੇ ਆ, ਜਿਹੜੇ ਕਿ ਅਕਸਰ ਸਾਡੀ ਲਾਈਫ ਦੇ ਵਿੱਚ ਰੋਜ਼ ਕੰਮ ਕਰਦੇ ਆ। ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ਦੇ ਵਿੱਚ ਸੂਤਕ ਵਾਲੀ ਪੌੜੀ ਦੇ ਵਿੱਚ ਇਹਨਾਂ ਔਗਣਾਂ ਨੂੰ ਐਕਸਪਲੇਨ ਕੀਤਾ ਹੈ ਕਿ ਵੀ ਸੂਤਕ ਜਿਹੜਾ ਉਹ ਕੋਈ ਪਵਿੱਤਰ ਚੀਜ਼ ਨਹੀਂ ਹੈਗੀ ਜਿਹਨੂੰ ਤੁਸੀਂ ਮੰਨਦੇ ਹੋ ਅਪਵਿੱਤਰ ਹੈ। ਉਹ ਤੇ ਕਹਿੰਦੇ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਜੰਮਣਾ ਵੀ ਹੁਕਮ ਹੈ, ਮਰਨਾ ਵੀ ਹੁਕਮ ਹੈ। ਉਹ ਕਾਹਦਾ ਸੂਤਕ, ਉਹ ਕਾਹਦੀ ਵਿਰੋਧ, ਕੋਈ ਬੁਰਾਈ ਨਹੀਂ ਹੈਗੀ। ਬੁਰਾਈ ਕੀ ਹੈ? ਉਹਨਾਂ ਨੇ ਕਿਹਾ ਕਿ ਬੁਰਾਈ ਕੀ ਹੈ? ਉਹਨਾਂ ਨੇ ਕਿਹਾ ਮਨ ਕਾ ਸੂਤਕ ਲੋਭ ਹੈ, ਜੇਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ, ਪਰਤਰਿਆ ਪੰਤਾ ਰੂਪ, ਕੰਨੀ ਸੂਤਕ ਕੰਨ ਪੇ ਲਾਇ ਤਬਾਰੀ ਖਾਏ, ਨਾਨਕ ਹੰਸ ਆਦਮੀ ਬੱਦੇ ਜੰਮ ਪਰ। ਅਸੀਂ ਸਭ ਤੋਂ ਪਹਿਲਾਂ ਹੁਣ ਲੈ ਰਹੇ ਹਾਂ ਕਿ ਮਨ ਕਾ ਸੂਤਕ ਲੋਭ ਹੈ। ਲੋਭ, ਲੋਭ ਕੀ ਹੈ? ਲੋਭ ਇਹ ਵੇ ਕਿ ਸਾਡੇ ਅੰਦਰ ਸਾਰਾ ਵਕਤ ਕੰਮ ਕਰਦਾ ਪਰ ਪਤਾ ਨਹੀਂ ਲੱਗਦਾ। ਇੱਕ ਇੱਛਾ ਹੋਰ 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 ਹੋਰ, ਸਹਿਜ ਖਟੇਲਾ ਕਵਰਤਾਵੇ ਤ੍ਰਿਪਨਾਵੇ ਮਾਇਆ ਪਾਛੇ ਪਾਵੇ। ਪਤਾ ਹੀ ਨਹੀਂ ਲੱਗਦਾ ਕਿ ਮੈਂ ਕੁਝ ਗਲਤ ਕਰ ਰਿਹਾ। ਉਹ ਐਸੀ ਹੋ, ਜਿੰਨਾ ਚਿਰ ਅਸੀਂ ਗੁਰਬਾਣੀ ਨਾਲ ਜੁੜ ਕੇ ਉਹ ਗਿਆਨ ਨਾ ਲਈਏ ਕਿ ਅਖੀਰ ਕੀ ਹੈ ਬੰਦੇ ਦਾ, ਅਖੀਰ ਵਿੱਚ ਕੀ ਕੁਛ ਨਾਲ ਜਾਣਾ, ਉਹਨਾਂ ਚਿਰ ਉਹ ਹੋਸ਼ ਹੀ ਨਹੀਂ ਆਉਂਦੀ। ਪਰ ਲੋਭ ਐਸੀ ਚੀਜ਼ ਹੈਗੀ ਹੈ ਜਿਹੜੀ ਕਿ ਹਰ, ਜੇ ਨਾਮ ਹੋਵੇ ਪੂਰੀ ਹੋਵੇ ਤੇ ਕ੍ਰੋਧ ਆਏਗਾ। ਉਹਦੇ ਵਿੱਚ ਫਿਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਸਾਰੀਆਂ ਬੁਰਾਈਆਂ ਆ ਜਾਂਦੀਆਂ ਨੇ। ਪਰਾਇਆ ਧਨ ਵੀ ਆ ਜਾਂਦਾ ਹੈ, ਬੇਈਮਾਨੀ ਆ ਜਾਂਦੀ, ਸਭ ਕੁਛ ਆ ਜਾਂਦਾ, ਲੋਭ ਵੀ ਸਭ ਕੁਛ ਆ ਜਾਂਦਾ। ਸੋ ਉਹਨਾਂ ਨੇ ਲੋਭ ਵਾਸਤੇ ਕਿੰਨੇ ਗਲਤ ਕੰਮ ਹੁੰਦੇ ਨੇ ਸਾਨੂੰ ਪਤਾ ਹੀ ਹੈ। ਇੱਥੋਂ ਤੱਕ ਕਿ ਮਾਂ ਬਾਪ, ਪਿਓ ਪੁੱਤਰਾਂ ਦੇ, ਬੱਚਿਆਂ ਦੇ ਰਿਸ਼ਤੇ ਵਿਗੜ ਜਾਂਦੇ ਨੇ। ਇੱਕ ਵਾਰੀ ਤੇ ਮੈਨੂੰ ਕਿਸੇ ਨੇ ਗੱਲ ਦੱਸੀ ਕਿ ਰੀਅਲ ਗੱਲ ਹੈਗੀ ਹੈ ਕਿ ਕੋਈ ਬੇਟਾ ਇੱਥੇ ਅਮਰੀਕਾ ਰਹਿੰਦਾ ਸੀ ਤੇ ਉਹਨੇ ਆਪਣੀ ਮਾਂ ਨੂੰ ਕਿਹਾ, ਉਹਦਾ ਫਾਦਰ ਨੇ ਉਸ ਮਾਂ ਨੂੰ ਕਿਹਾ ਵੀ ਤੂੰ ਇੱਥੇ ਇਕੱਲੀ ਹੈ ਤੇ ਸਾਰੀ ਜ਼ਮੀਨ ਵੇਚ ਕੇ ਅਸੀਂ ਅਮਰੀਕਾ ਚਲ ਜਾਂਦੇ ਹਾਂ, ਤੂੰ ਸਾਡੇ ਕੋਲ ਰਹਿ। ਉਹਨੇ ਕਿਹਾ ਠੀਕ ਹੈ। ਉਹ ਜ਼ਮੀਨ ਵੇਚ ਕੇ ਚਲੇ ਗਏ, 에ਅਰਪੋਰਟ ਤੇ ਗਏ। 에ਅਰਪੋਰਟ ਤੇ ਜਾ ਕੇ ਮਤਲਬ ਕਹਿੰਦੇ ਨੇ, ਬੱਚੇ ਕਹਿੰਦੇ ਨੇ ਕਿ ਅਸੀਂ ਜਰਾ ਅੰਦਰੋਂ ਸਮਾਨ ਰੱਖ ਕੇ ਆਨੇ ਆ ਐਂਡ ਤੁਸੀਂ ਇੱਥੇ ਵੇਟ ਕਰੋ। ਸ਼ੀ ਵੇਟਡ ਬੜੀ ਦੇਰ ਹੋ ਗਈ, ਨਹੀਂ ਆਈ। ਤੇ ਉਹਨੇ ਕਿਸੇ ਕੋਲ ਪੁੱਛਿਆ ਵੀ ਉਹ ਜਹਾਜ਼ ਜਿਹੜਾ ਸੀ ਅਮਰੀਕਾ ਨੂੰ ਜਾਣ ਵਾਲਾ ਆਇਆ ਨਹੀਂ। ਉਹਨਾਂ ਨੇ ਕਿਹਾ ਉਹ ਤੇ ਕਦੇ ਦਾ ਚਲਾ ਗਿਆ। ਬੱਚੇ ਨੇ ਸਾਰੀ ਜ਼ਮੀਨ ਵੇਚ ਕੇ ਪੈਸਾ ਲੈ ਕੇ ਮਾਂ ਨੂੰ ਉੱਥੇ ਛੱਡ ਕੇ ਚਲਾ ਗਿਆ। ਮਤਲਬ ਇਹ ਇੱਕ ਮਿਸਾਲ ਹੈ ਲੋਭ ਦੀ। ਲੋਭ ਬੰਦੇ ਨੂੰ ਬਹੁਤ ਗਿਰਾ ਦਿੰਦਾ ਹੈ। ਔਰ ਲੋਭ ਕਹਿੰਦਾ ਮੋਰ ਮੈਨੂੰ ਜਿੰਨਾ ਵੀ ਹੋ ਜਾਏ, ਹੋਰ ਘਰ ਹੋ ਜਾਏ, ਹੋਰ ਕਾਰ ਹੋ ਜਾਏ, ਹੋਰ ਦੇ ਹੋਰ। ਕ੍ਰੋਧ, ਲੋਭ ਵੈਸੇ ਪੂਰਾ ਨਹੀਂ ਹੋਵੇ ਤਾਂ ਕ੍ਰੋਧ ਆਂਦਾ ਹੈ, ਪਰ ਕ੍ਰੋਧ ਹੋਰ ਵੀ ਕਈਆਂ ਗੱਲਾਂ ਤੋਂ ਆਉਂਦਾ। ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉ ਕੰਚਨ ਸੁਹਾਗਾ ਟਾਲੇ। ਕ੍ਰੋਧ ਦੇ ਨਾਲ ਬੜੇ ਵੱਡੇ ਵੱਡੇ ਹਾਦਸੇ ਹੋ ਜਾਂਦੇ ਨੇ। ਕ੍ਰੋਧ ਜਿਹੜਾ ਅਨਕੰਟਰੋਲਡ ਹੁੰਦਾ ਹੈ, ਉਹ ਸੋਚਿਆ ਹੀ ਨਹੀਂ ਜਾਂਦਾ ਕਿ ਮੈਂ ਕੀ ਕਰਨ ਲੱਗਾ। ਕ੍ਰੋਧ ਵਿੱਚ ਆਇਆ ਬੰਦਾ ਕਈ ਵਾਰੀ ਖੂਨ ਵੀ ਕਰ ਦਿੰਦਾ। ਇੱਕ ਵਾਰੀ ਕਹਿੰਦੇ ਨੇ ਕਿ ਔਰਤ ਸਬਜ਼ੀ ਕੱਟ ਰਹੀ ਸੀ, ਉਹਦਾ ਹਸਬੈਂਡ ਬਾਹਰੋਂ ਆਇਆ, ਉਹ ਛੁਰੀ ਜਿਸ ਨਾਲ ਕੱਟ ਰਹੀ ਸਬਜ਼ੀ, ਉਹਨੇ ਉਹਦੀ ਛਾਤੀ 'ਚ ਮਾਰੀ ਤੇ ਉਹਦੀ ਡੈਥ ਹੋ ਗਈ। ਦਿਸ ਇਜ਼ ਕ੍ਰੋਧ। ਅਸੀਂ ਦੇਖਿਆ ਜਦੋਂ ਸਾਨੂੰ ਕ੍ਰੋਧ ਆਏ ਤੇ ਅਸੀਂ ਇਸ ਤਰ੍ਹਾਂ ਹੁੰਦਾ ਜਿਵੇਂ ਪਾਗਲ ਹੋ ਜਾਈਦਾ, ਆਪਣੀ ਹੋਸ਼ ਹੀ ਨਹੀਂ ਰਹਿੰਦੀ, ਦੂਸਰੀ ਸੋਚ ਹੀ ਨਹੀਂ ਆਉਂਦੀ। ਵੱਡੇ ਕਹਿੰਦੇ ਹੁੰਦੇ ਸੀ ਕਿ ਜਦੋਂ ਜਿਹਨੂੰ ਗੁੱਸਾ ਆਵੇ ਕਹਿੰਦੇ ਸੀ ਅੱਛਾ ਇਹਨੂੰ ਨਾ ਪਾਣੀ ਦੇ ਦਿਓ। ਪਾਣੀ ਦਾ ਮਤਲਬ ਨਾ ਕਿ 1 ਮਿੰਟ ਤੁਸੀਂ ਜੇ ਸੋਚ ਲਵੋ, 1 ਮਿੰਟ ਸਟਾਪ ਹੋ ਜਾਓ ਤੇ ਗੁੱਸਾ ਜਿਹੜਾ ਹੈਗਾ ਵੇ ਉਹ ਚੇਂਜ ਹੋ ਜਾਂਦਾ। ਪਰ ਇਹ ਗੁੱਸਾ ਜਿਹੜਾ ਹੈ ਇਹ ਹਮੇਸ਼ਾ, ਕ੍ਰੋਧ ਜਿਹੜਾ ਹਮੇਸ਼ਾ ਮੋਮੈਂਟਰੀ ਹੁੰਦਾ। ਮੂਮੈਂਟ ਵਿੱਚ ਕੁਛ ਨਾ ਕੁਛ ਕਰ ਦੇਗਾ ਔਰ ਬਾਅਦ ਵਿੱਚ ਬੰਦਾ ਪਛਤਾਏਗਾ ਕਿ ਵੀ ਮੈਂ ਕਿਉਂ ਕੀਤਾ। ਪਰ ਉਹ ਇੱਕ ਸੁਭਾਅ ਬਣਿਆ ਹੋਇਆ, ਉਹ ਅਨਕੰਟਰੋਲਡ। ਫਿਰ ਵੇ ਕਾਮ ਅਸੀਂ ਅੱਗੇ ਵੀ ਜਾ ਕੇ ਡਿਸਕਸ ਕਰਾਂਗੇ। ਪਰ ਕਾਮ ਜਿਹੜਾ ਹੈ ਨਾ, ਕਾਮ ਦਾ ਤੇ ਫਿਰ ਮੈਂ ਕਿਹਾ ਕਾਮ ਕ੍ਰੋਧ ਗੱਲ, ਪਰ ਅੱਗੇ ਅਸੀਂ ਡਿਸਕਸ ਕਰਾਂਗੇ ਕਿ ਕਾਮ ਜਿਹੜਾ ਇਹ ਬਹੁਤ ਹੀ ਸਟਰੋਂਗ ਇੰਸਟਿੰਕਟ ਹੈ, ਬੜਾ ਖਤਰਨਾਕ ਹੈ।
ਇਹਨੂੰ ਕੰਟਰੋਲ ਕਰਨਾ ਬੜਾ ਮੁਸ਼ਕਿਲ ਹੈ, ਜਿਹਦੇ ਵਿੱਚ ਪਰ ਜਿੱਥੇ ਜਿੱਥੇ ਕਾਮ ਵਰਤਿਆ ਰਿਜ਼ਲਟ ਜਿਹੜੇ ਨੇ ਬੜੇ ਇੰਜੂਰੀਅਸ ਆਏ ਨੇ, ਔਰ ਕਾਮ ਜਿਹੜਾ ਆਪਣੇ ਆਪ ਨੂੰ ਜ਼ਾਹਰ ਵੀ ਕਰ ਦਿੰਦੇ। ਸੋ ਇਹ ਅਸੀਂ ਅੱਗੇ ਆ ਕੇ ਕਾਮ ਨੂੰ ਡਿਸਕਸ ਕਰਾਂਗੇ। ਅੱਗੇ ਵੇ ਮੋਹ। ਮੋਹ ਜਿਹੜਾ ਅਕਸਰ ਬੱਚਿਆਂ ਦੇ ਨਾਲ ਮੋਹ ਬੜਾ ਹੁੰਦਾ ਹੈ, ਘਰ ਨਾਲ ਮੋਹ, ਹਰ ਚੀਜ਼ ਨਾਲ ਮੋਹ ਹੁੰਦਾ ਹੈ। ਮੇਨਲੀ ਆਪਣੇ ਪਰਿਵਾਰ ਦਾ ਜਿਹੜਾ ਮੋਹ ਹੈ ਉਹ ਹੀ ਸਾਨੂੰ ਮਜਬੂਰ ਕਰਦਾ ਹੈ ਹੋਰ ਹੋਰ ਹੋਰ। ਉਸ ਮੋਹ ਕਰਕੇ ਅਸੀਂ ਕਹਿੰਦੇ ਕਿ ਬਹੁ ਪਰਪੰਚ ਕਰ ਪਰਤਾਂ ਲਿਆਵੇ, ਸੁਤਦਾਰਾ ਪੇ ਆਣ ਲੁਟਾਵੇ, ਮਨ ਮੇਰੇ ਭੁੱਲੇ ਕਪਟ ਨ ਕੀਜੇ, ਅੰਤ ਨਵੇਰਾ ਤੇਰੇ ਜੀ ਲੀਜੇ। ਸੋ ਪਹਿਲਾਂ ਤੇ ਉਹ ਮੋਹ ਕਰਕੇ ਹੋਰ ਕੋਈ ਯਾਦ ਹੀ ਨਹੀਂ ਹੁੰਦਾ ਕਿ ਹੋਰ ਵੀ ਕੋਈ ਉੱਚੀ ਜਗ੍ਹਾ ਚੀਜ਼ ਵੀ ਹੈਗੀ ਹੈ, ਕੋਈ ਧਰਮ ਵੀ ਹੈ। ਮੋਹ ਕਰਕੇ ਬੰਦਾ ਇਹ ਕਹਿੰਦਾ ਮੈਂ ਜਿੰਨਾ ਇਹਨਾਂ ਵਾਸਤੇ ਕਮਾ ਲਾ ਓਨਾ ਹੀ ਥੋੜਾ। ਮੈਂ ਇੱਕ ਵਾਰੀ ਤੁਹਾਨੂੰ ਕਹਾਣੀ ਦੱਸੀ ਸੀ ਕਿ ਕੋਈ ਆਦਮੀ ਜਿਹੜਾ ਸੀ, ਉਹਨੂੰ ਕਿਸੇ ਜੋਸ਼ੀ ਨੇ ਦੱਸਿਆ ਕਿ ਤੇਰੇ ਕੋਲ ਇੰਨਾ ਧਨ ਹੈ ਕਿ 10 ਪੀੜ੍ਹੀਆਂ ਵਾਸਤੇ ਬਹੁਤ ਹੈ। ਕਹਿੰਦੇ ਉਹਨੇ ਰੋਣਾ ਸ਼ੁਰੂ ਕਰਤਾ। ਕਹਿੰਦੇ ਕਿਉਂ? ਕਹਿੰਦਾ ਮੇਰੀ 11ਵੀਂ ਪੀੜ੍ਹੀ ਕੀ ਕਰੇਗੀ। ਪਤਾ ਮੁਨਸ਼ੀ ਸੀ, ਉਹਨੂੰ ਕਿਸੇ ਕਹਿੰਦਾ ਚਲੋ ਮੈਂ ਤੁਹਾਨੂੰ ਕਿਸੇ ਕੋਲ ਲੈ ਚੱਲਣਾ, ਉਹਨਾਂ ਕੋਲ ਜਾ ਕੇ ਪੁੱਛਣਾ ਕੀ ਕਰਨਾ। ਤੋ ਜਾਣ ਬੁੱਝ ਕੇ ਉੱਥੇ ਲੈ ਕੇ ਗਿਆ ਸੀ। ਤੋ ਉਹਨਾਂ ਨੇ ਉਹ ਕੁਛ ਰਾਸ਼ਨ ਲੈ ਕੇ ਆਇਆ ਸੀ, ਤੇ ਉਹ ਜਾ ਕੇ ਉਹਨਾਂ ਨੂੰ ਕਹਿੰਦੇ ਨੇ ਬਈ ਅਸੀਂ ਤੁਹਾਡੇ ਕੋਲੋਂ ਪੁੱਛਣ ਵਾਸਤੇ ਆਏ ਹਾਂ, ਪਰ ਅਸੀਂ ਕੁਝ ਰਾਸ਼ਨ ਲੈ ਕੇ ਆਏ ਹਾਂ, ਤੁਸੀਂ ਰਾਸ਼ਨ ਲੈ ਲਓ। ਉਹਨੇ ਕਿਹਾ ਅੱਛਾ ਠੀਕ ਹੈ। ਉਹਨੇ ਆਪਣੀ ਵਾਈਫ ਨੂੰ ਅੰਦਰੋਂ ਬੁਲਾਇਆ। ਉਹਨੇ ਕਿਹਾ ਅੱਛਾ ਦੱਸੋ ਬਈ ਕੀ ਰਾਸ਼ਨ ਦੀ ਲੋੜ ਹੈ। ਉਹਨੇ ਕਿਹਾ ਰਾਤ ਵਾਸਤੇ ਤੇ ਬਹੁਤ ਹੈ, ਕੱਲ ਵਾਸਤੇ ਅਸੀਂ ਫਿਰ ਸੋਚਾਂਗੇ। ਇਹ ਇੱਕ ਮਿਸਾਲ ਸੀ, ਐਗਜ਼ਾਮਪਲ ਸੀ ਕਿ ਜਿਹੜਾ ਮੋਹ ਹੈ, ਇਹ ਜਿਹੜਾ ਲੋਭ ਹੈ, ਇਹ ਸਾਨੂੰ ਅਸੀਂ ਜਾਣਦੇ ਹਾਂ ਕਿ ਸਾਡੀਆਂ ਪੁਸ਼ਤਾਂ ਤੱਕ ਅਸੀਂ ਇਹਨਾਂ ਵਾਸਤੇ ਬਣਾ ਜਾਈਏ। ਇਹ ਨਹੀਂ ਸੋਚਦੇ ਕਿ ਸਾਨੂੰ ਜਿਹੜਾ ਜੀਵਨ ਮਿਲਿਆ ਇਹਨੂੰ ਕਿਵੇਂ ਸੁਧਾਰਨਾ। ਗੁਰੂ ਨਾਨਕ ਦੇਵ ਜੀ ਜਦੋਂ ਜਾਣ ਲੱਗੇ ਨੇ ਉਦਾਸੀ ਤੇ ਉਹਨਾਂ ਦੇ ਪਿਤਾ ਜੀ ਨੇ ਕਿਹਾ ਬਈ ਤੂੰ ਜਾ ਰਿਹਾ ਤੇ ਤੂੰ ਪਰਿਵਾਰ ਆਪਣਾ ਇੱਥੇ ਹੀ ਛੱਡ ਕੇ ਜਾ ਰਿਹਾ, ਕਿਸ ਤਰ੍ਹਾਂ ਤੂੰ ਛੱਡ ਕੇ ਜਾਏਗਾ। ਉਹਨਾਂ ਨੇ ਕਿਹਾ ਨਹੀਂ ਪਰਿਵਾਰ ਤੇ ਮੈਂ ਨਾਲ ਲਿਜਾ ਰਿਹਾ। ਉਹਨਾਂ ਨੇ ਕਿਸ ਤਰ੍ਹਾਂ? ਉਹਨਾਂ ਨੇ ਕਿਹਾ ਮਾਂ ਮੇਰੀ ਮੱਤ ਵੇ, ਪਿਓ ਮੇਰਾ ਸੰਤੋਖ, ਇਹਨਾਂ ਦੋਨਾਂ ਨੂੰ ਮੈਂ ਨਾਲ ਲਿਜਾ ਰਿਹਾ। ਇਹ ਨਹੀਂ ਕਿ ਬਾਅਦ ਵਿੱਚ ਉਹਨਾਂ ਨੇ, ਪਿਛਲੀ ਵਾਰੀ ਮੈਂ ਤੁਹਾਨੂੰ ਉਹਨਾਂ ਦੀ ਲਾਈਫ ਦੱਸੀ ਸੀ, ਉਹਨਾਂ ਦੀ ਤੇ ਬੜੀ ਲਾਈਫ ਜਿਹੜੀ ਸੀ ਬਿਊਟੀਫੁਲ ਲਾਈਫ ਸੀ, ਪਰ ਉਹਨਾਂ ਨੇ ਇਹਨਾਂ ਦੋ ਅਸੂਲਾਂ ਦੇ ਉੱਤੇ ਬੜਾ ਜ਼ੋਰ ਦਿੱਤਾ ਸੀ, ਮੱਤ ਤੇ ਸੰਤੋਖ ਤੇ। ਐਕਚੁਅਲੀ ਜੇ ਸੰਤੋਖ ਨਹੀਂ ਨਾ, ਜੇ ਕੰਟੈਂਟਮੈਂਟ ਨਹੀਂ, ਬਿਨਾਂ ਸੰਤੋਖ ਨਹੀਂ ਕੋਈ ਰਾਜੇ। ਜੇ ਸੰਤੋਖ ਨਹੀਂ ਤੇ ਜ਼ਿੰਦਗੀ 'ਚ ਅਸੀਂ ਕਦੀ ਖੁਸ਼ ਨਹੀਂ ਰਹਿ ਸਕਦੇ। ਜਿੰਨਾ ਚਿਰ ਕੰਟੈਂਟਮੈਂਟ ਨਾ ਹੋਵੇ ਕਿ ਹਾਂ ਜੋ ਮੇਰੇ ਕੋਲ ਹੈ ਬਿਲਕੁਲ ਠੀਕ ਹੈ, ਇਹ ਮੇਰੀ ਹੱਕ ਲਾਲ ਦੀ ਕਮਾਈ ਹੈ, ਇਹ ਮੈਂ ਬੜਾ ਸੁਖੀ। ਜੇ ਸੰਤੋਖ ਵਾਸਤੇ ਤਾਂ ਗੁਰੂ ਨਾਨਕ ਬਾਣੀ ਵਿੱਚ ਬਹੁਤ ਮਿਸਾਲਾਂ ਨੇ, ਪਿਛਲੀ ਵਾਰੀ ਅਸੀਂ ਡਿਸਕਸ ਕੀਤੀਆਂ ਸੀ ਕਿ ਧੌਲ ਧਰਮ ਦਾ ਕਪੂਤ ਆਪਣਾ ਜਿਹੜਾ ਹੈਗਾ ਕੀ ਨਾਲ ਇਹਦਾ ਹੈਗਾ ਮੁੰਡਾ ਸੰਤੋਖ ਸ਼ਰਮ ਪਚੋਲੀ। ਸੰਤੋਖ ਨੂੰ ਉਹਨਾਂ ਨੇ ਬਹੁਤ ਉੱਚੀ ਜਗ੍ਹਾ ਦਿੱਤੀ। ਜੇ ਇਨਸਾਨ ਨੂੰ ਕੰਟੈਂਟਮੈਂਟ ਹੋਵੇ ਤੇ ਉਹ ਫਿਰ ਸੰਸਾਰ ਵੱਲੋਂ ਹਟ ਕੇ ਨਿਰੰਕਾਰ ਵੱਲ ਲੱਗ ਜਾਂਦਾ ਹੈ, ਕਿਉਂਕਿ ਉਹ ਸੰਤੋਖ ਵਿੱਚ। ਦੂਸਰਾ ਉਹਨੂੰ ਇਹ ਵੇ ਕਿ ਦੇਣ ਵਾਲਾ ਪਰਮਾਤਮਾ ਹੈ, ਮੈਂ ਜਿਹੜਾ ਨਾ ਹਰ ਵੇਲੇ ਭਾਜੜ ਜਿਹੜੀ ਹੈ ਇਹ ਕਿਉਂ ਰੱਖਾਂ। ਅੱਗੇ ਆਂਦਾ ਹੰਕਾਰ। ਹੰਕਾਰ ਦੀ ਤਾਂ ਖੈਰ ਤੁਸੀਂ ਗੱਲ ਹੀ ਨਾ ਕਰੋ। ਹੰਕਾਰ ਤੇ ਇੰਨਾ ਸੂਖਮ ਹੈ ਕਿ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ। ਕਹਿੰਦੇ ਨੇ ਹੰਕਾਰ ਸਭ ਵਿਕਾਰਾਂ ਦਾ ਜਨਮਦਾਤਾ, ਪਰ ਇਹ ਸੂਖਮ ਇੰਨਾ ਕਿ ਇਹ ਪਤਾ ਲੱਗਣੇ ਨਹੀਂ। ਇੱਕ ਬੰਦਾ ਕਹੇਗਾ ਆਪਣੇ ਆਪ ਨੂੰ ਦੇਖੋ ਮੈਂ ਤੇ ਹੰਕਾਰੀ ਨਹੀਂ ਨਾ ਬਿਲਕੁਲ, ਐਂਡ ਹੀ ਇਜ਼ ਫੁੱਲ ਆਫ ਹੰਕਾਰ। ਕਈ ਵਾਰੀ ਬਹੁਤ ਵਾਰੀ ਜਿਹੜਾ ਬੰਦੇ ਨੂੰ ਬਹੁਤ ਗਿਆਨ ਹੋਵੇ ਜਾਂ ਜਿਹੜਾ ਬੰਦਾ ਬਹੁਤ ਪਹੁੰਚਿਆ ਹੋਵੇ, ਉਹਦੇ ਵਿੱਚ ਇੰਨਾ ਹੰਕਾਰ ਹੁੰਦਾ ਉਹ ਕਿਸੇ ਨੂੰ ਮਿੱਥਦਾ ਹੀ ਨਹੀਂ। ਹੰਕਾਰ ਦੀਆਂ ਬੜੀਆਂ ਫੇਜ਼ਸ ਨੇ, ਤੇ ਮੈਂ ਸੋਚ ਰਹੀ ਹਾਂ ਇਹਦੇ ਤੇ ਅਸੀਂ ਇੱਕ ਅਲੱਗਾ ਲੈਕਚਰ ਲੈ ਲਵਾਂਗੇ। ਇੱਥੋਂ ਤੱਕ ਕੋਈ ਤੁਹਾਡਾ ਸਵਾਲ ਹੋਵੇ ਥੋੜਾ ਜਿਹਾ ਮੈਨੂੰ ਮਿਲ ਜਾਵੇਗਾ, ਰੈਸਟ ਮਿਲ ਜਾਵੇ। ਭੈਣ ਜੀ ਮੁੰਦਾ ਦਾ ਕੀ ਮਤਲਬ ਹੈ ਜੀ? ਮੁੰਦਰਾ
ਸੰਤੋਖ ਦੀਆਂ ਮੁੰਦਰਾਂ। ਅੱਛਾ ਜੀ, ਸੰਤੋਖ ਦੀਆਂ ਮੁੰਦਰਾਂ, ਓਕੇ। ਸੰਤੋਖ ਦੀਆਂ ਮੁੰਦਰਾਂ, ਹਾਂ, ਕਿਉਂਕਿ ਉਹਨਾਂ ਨੇ ਮਤਲਬ ਗੁਰੂ ਨਾਨਕ ਦੇਵ ਜੀ ਦੀ ਬਾਣੀ ਬੜੀ ਗਹਿਰੀ ਹੈ, ਲੇਕਿਨ ਬੜੀ ਇਸ ਤਰ੍ਹਾਂ ਜਿਵੇਂ ਗਹਿਣੇ ਪਾਏ ਹੁੰਦੇ ਨੇ ਬਾਣੀ, ਤੇ ਉਹਨੂੰ ਥੋੜਾ ਸਮਝਣ ਵਾਸਤੇ ਸਾਨੂੰ ਥੋੜਾ ਜਦੋਂ ਗਹਿਰਾਈ ਜਾਣਾ ਪੈਂਦਾ, ਉਹਨਾਂ ਸਾਡੀ ਕੌਨਸੈਂਟਰੇਸ਼ਨ ਹੁੰਦੀ, ਕੌਨਸੈਂਟਰੇਸ਼ਨ ਨਾਲ ਫਿਰ ਸਮਝ ਵੱਧਦੀ। ਸੋ ਸਾਰੀ ਚੀਜ਼ ਜਿਹੜੀ ਉਹਨਾਂ ਨੇ ਹਰ ਇੱਕ ਸਰਮ ਪਦ ਝੋਲੀ ਧਿਆਨ ਕੇ ਕਰੇ ਵਿਭੂਤ। ਹੁਣ ਇਹ ਹੈ ਕਿ ਇਹਨਾਂ ਚੀਜ਼ਾਂ ਨੂੰ ਉਹਨਾਂ ਨੇ ਉਹਨਾਂ ਦੇ ਨਾਲ ਜੋੜਿਆ ਕਿ ਫਿਰ ਤੁਸੀਂ ਜਰਾ ਧਿਆਨ ਤੇ ਲਗਾਓਗੇ ਨਾ, ਆਪਣੇ ਦਿਮਾਗ ਤੇ ਜ਼ੋਰ ਤੇ ਪਾਓਗੇ ਨਾ, ਨਹੀਂ ਤੇ ਤੁਹਾਨੂੰ ਸਿੱਧਾ ਸਿੱਧਾ ਹੋਏਗਾ ਤੇ ਤੁਸੀਂ ਇੰਟਰਸਟ ਹੀ ਨਹੀਂ ਲਵੋਗੇ ਕਿ ਹਾਂ ਸਮਝ ਆ ਗਈ। ਸੋ ਐਨੀਵੇ ਹੋਰ ਕੋਈ ਚੀਜ਼, ਹੋਰ ਕਿਸੇ ਕੋਈ ਸਵਾਲ ਤਾਂ ਹੈ ਦੱਸੋ। ਐਨੀਵੇ ਜਸਵੰਤ ਸਿੰਘ ਨੇਕੀ ਇੱਕ ਥਾਂ ਤੇ ਲਿਖਦੇ ਨੇ ਕਿ ਅਸੀਂ ਪੈਦਾ ਤੇ ਹੋਏ ਆ ਪਵਿੱਤਰ, ਇਹ ਸਰੀਰ ਪਵਿੱਤਰ ਹੈ, ਇਹ ਵਿਕਾਰ ਰਿਹਾ ਤੇ ਕਿਉਂਕਿ ਅਸੀਂ ਕਈ ਵਾਰੀ ਡਿਸਕਸ ਕਰ ਚੁੱਕੇ ਹਾਂ, ਕਹੋ ਕਬੀਰ ਹਮ ਰਾਮ ਕੇ ਅੰਸ਼, ਜੇ ਅਸੀਂ ਉਹਦੇ ਅੰਸ਼ ਹਾਂ, ਜੇ ਉਹਦੇ ਵਿੱਚੋਂ ਪੈਦਾ ਹੋਏ ਆ ਤੇ ਉਹ ਪਵਿੱਤਰ ਹੈ ਤੇ ਅਸੀਂ ਵੀ ਪਵਿੱਤਰ ਹਾਂ। ਪਰ ਇਹਨੂੰ ਅਪਵਿੱਤਰ ਕਿਹਨੇ ਕੀਤਾ ਹੈ? ਜਿਹੜੀ ਸਭ ਤੋਂ ਪਹਿਲੀ ਆਂਦੀ ਹੈ ਸਾਡੇ ਚ ਕਮਜ਼ੋਰੀ ਆਂਦੀ ਹੈ ਹਉਮੈ ਦੀ, ਮੈਂ ਦੀ, ਉਹ ਤੇ ਬੱਚੇ ਵਿੱਚ ਹੀ ਆ ਜਾਂਦੀ। ਇਹ ਮੈਂ ਜਿਹੜੀ ਹੈ ਉਹ ਇਹਦਾ ਬੀਜ ਹੈ, ਅਪਵਿੱਤਰਤਾ ਦਾ ਬੀਜ ਮੈਂ में। ਹਉਮੈ ਹੀ ਇਹਨਾਂ ਦੂਸਰੀਆਂ ਵਿਕਾਰਾਂ ਨੂੰ ਜਨਮ ਦਿੰਦੀ। ਇੱਕ ਥਾਂ ਤੇ ਕਾਮ ਦੇ ਬਾਰੇ ਲਿਖਦੇ ਨੇ, ਕਾਮ ਦੀ ਬੜੀ ਡਿਸਕਸ਼ਨ ਹੈ ਕਿਉਂਕਿ ਕਾਮ ਸਭ ਤੋਂ ਇੱਕ ਬੰਦੇ ਦੀ ਵੀਕਨੈਸ ਹੈ, ਜਿਹਨੂੰ ਕਿ ਕੰਟਰੋਲ ਨਾ ਕਰਨ ਕਰਕੇ ਸਮਾਜ ਬੜਾ ਖਰਾਬ ਹੁੰਦਾ। ਉਹਨਾਂ ਨੇ ਲਿਖਿਆ ਹੈ ਇਸਤਰੀ ਪੁਰਸ਼ ਦੇ ਇੰਜੋਇਮੈਂਟ ਦੀ ਚੇਸ਼ਟਾ ਦਾ ਵਿਗੜਿਆ ਹੋਇਆ ਰੂਪ ਕਾਮ। ਇੱਕ ਥਾਂ ਤੇ ਬਰਨਾਰਡ ਸ਼ਾਹ ਲਿਖਦੇ ਨੇ ਕਿ ਇਨਸਾਨ ਜਿਹੜਾ ਹੈ ਉਹ ਵਿਵਾਹਿਤ ਜੀਵਨ ਨੂੰ ਇੱਕ ਕਾਮ ਦਾ ਸਰਟੀਫਿਕੇਟ ਸਮਝ ਲੈਂਦਾ, ਉਹ ਆਪਣੇ ਆਪ ਤੇ ਕੰਟਰੋਲ ਹੀ ਨਹੀਂ ਕਰਦਾ। ਸੋ ਕਾਮ ਵਾਸਨਾ ਜਿਹੜੀ ਬੜੀ ਸਟਰੋਂਗ ਹੈ, ਅੱਗੇ ਅਸੀਂ ਹੋਰ ਅੱਗੋਂ ਡਿਸਕਸ ਕਰਾਂਗੇ। ਉਹਦੇ ਵਿੱਚ ਰਵਿਦਾਸ ਜੀ ਨੇ ਕਿਹਾ ਹੈ ਕਿ ਕਾਮ ਵਾਸਨਾ ਤੋਂ ਤੇ ਇਹਨਾਂ ਵਾਸਨਾਵਾਂ ਤੋਂ ਤੇ ਪਸ਼ੂ ਵੀ ਨਹੀਂ ਬਚ ਸਕਿਆ। ਤਾਂ ਉਹਨਾਂ ਨੇ ਫਿਰ ਇਹ ਵਾਸਨਾ ਜਿਹੜੀਆਂ ਨੇ ਪਸ਼ੂਆਂ ਦੀਆਂ ਦੱਸੀਆਂ ਨੇ, ਹਾਥੀ ਦੀ, ਹਿਰਨ ਦੀ, ਮਛਲੀ ਦੀ, ਕੀ ਹੁੰਦਾ ਜਿਹੜਾ ਭੌਰਾ, ਉਹਨੂੰ ਕਹਿੰਦੇ ਭੌਰਨ ਕੀ ਕਹਿੰਦੇ ਨੇ, ਭੌਰਾ, ਹਾਂ, ਭੌਰੇ ਦੀ। ਹਾਥੀ ਜਿਹੜਾ ਹੈ ਉਹਦੇ ਵਿੱਚ ਕਾਮ ਵਾਸਨਾ ਬੜੀ ਸਟਰੋਂਗ ਹੁੰਦੀ ਹੈ, ਤੇ ਜਿਹੜਾ ਹਾਥੀ ਨੂੰ ਪਕੜਨ ਵਾਲਾ ਹੁੰਦਾ ਹੈ ਉਹਦੀ ਕਾਮ ਵਾਸਨਾ ਦਾ ਫਾਇਦਾ ਉਠਾ ਕੇ ਉਹ ਕੀ ਕਰਦਾ, ਇੱਕ ਟੋਆ ਖੋਦਦਾ, ਉਹਦੇ ਉੱਤੇ ਇੱਕ ਹਥਨੀ ਦਾ ਇੱਕ ਬਣਾ ਕੇ ਰੂਪ ਮਤਲਬ ਕਿ ਟੈਂਪਰੇਰੀ ਜਿਹਾ ਰੱਖ ਦਿੰਦਾ ਹੈ ਕਿ ਜਿਹੜਾ ਹਲਕਾ ਜਿਹਾ ਹੁੰਦਾ। ਹਾਥੀ ਜਿਹੜਾ ਦੇਖਦਾ ਹਥਨੀ ਉਹ ਦੌੜਿਆ ਆਉਂਦਾ, ਉਹ ਦੌੜਿਆ ਆਉਂਦਾ ਤੇ ਜਦੋਂ ਉਹਦੇ ਨੇੜੇ ਆਉਂਦਾ ਪੈਰ ਰੱਖਦਾ ਤੇ ਨੀਚੇ ਉਹਨੇ ਟੋਇਆ ਜਿਹੜਾ ਹੈ ਉਹਦੇ ਵਿੱਚ ਗਿਰ ਜਾਂਦਾ, ਕਿਉਂਕਿ ਉਹਦੇ ਉੱਤੇ ਛੱਤ ਜਿਹੜਾ ਹੈ ਉਹ ਤਾਂ ਐਵੇਂ ਉਹਨਾਂ ਨੇ ਕਾਗਜ਼ਾਂ ਜ਼ਿਆਦਾ ਪਾਇਆ ਹੁੰਦਾ। ਸੋ ਹਾਥੀ ਜਿਹੜਾ ਉਹ ਪਕੜਿਆ ਜਾਂ ਹਾਥੀ ਇੰਨਾ ਸਟਰੋਂਗ ਜਾਨਵਰ ਹੈ, ਉਹਨੂੰ ਪਕੜਨਾ ਬੜਾ ਮੁਸ਼ਕਿਲ ਹੈ, ਪਰ ਉਹਦੀ ਇੱਕ ਕਮਜ਼ੋਰੀ ਕਰਕੇ ਉਹ ਕੈਦ ਵਿੱਚ ਆ ਜਾਂਦਾ।
ਭंवरा ਜਿਹੜਾ ਭंवरा ਕਹਿੰਦੇ ਭंवरा ਲੋਭੀ ਕੁਸਮ ਬਾਸ ਕਾ ਮਿਲਾ ਬੰਦਾਵੇ। ਭंवरा ਜਿਹੜਾ ਉਹ ਖੁਸ਼ਬੂ ਦਾ ਪਿਆਰਾ, ਉਹ ਫੁੱਲ ਤੇ ਬੈਠਦਾ। ਫੁੱਲ ਜਿਹੜਾ ਕਈ ਫੁੱਲ ਜਿਹੜੇ ਰਾਤ ਨੂੰ ਬੰਦ ਹੋ ਜਾਂਦੇ ਨੇ, ਉਹ ਫੁੱਲ ਬੰਦ ਹੋ ਜਾਂਦਾ ਰਾਤ ਨੂੰ, ਸਵੇਰ ਤੱਕ ਭੌਰਾ ਮਰਿਆ ਆਉਂਦਾ। ਇਹਦਾ ਮਤਲਬ ਹੈ ਉਹ ਆਪਣੇ ਇਸ ਕਮਜ਼ੋਰੀ ਕਰਕੇ ਉਹਨੇ ਆਪਣੀ ਜਾਨ ਗਵਾ ਲਈ। ਹਿਰਨ ਦਾ ਉਹਨਾਂ ਨੇ ਦੱਸਿਆ ਹੈ, ਨਾਦ ਕੁਰੰਕੇ ਬੇਦਿਆ ਸਨਮੁਖ ਉਠਤਾਵੇ। ਜਿਹੜਾ ਸ਼ਿਕਾਰੀ ਹੈ ਉਹ ਹਿਰਨ ਨੂੰ ਪਕੜਨਾ ਚਾਹੁੰਦਾ, ਉਹਨੂੰ ਇਹ ਪਤਾ ਹੈ ਕਿ ਜਿਹੜਾ ਨਾਦ ਹੈ ਉਹ ਹਿਰਨ ਦੀ ਕਮਜ਼ੋਰੀ ਹੈ। ਉਹ ਜਿੱਥੇ ਨਾਦ ਹੋ ਜਾਂਦਾ ਹੈ ਤੇ ਹਿਰਨ ਜਿਹੜਾ ਉੱਥੇ ਦੌੜਿਆ ਜਾਂਦਾ। ਹਿਰਨ ਉਹਦੇ ਨੇੜੇ ਚਲਾ ਜਾਂਦਾ ਤਾਂ ਹਿਰਨ ਨੂੰ ਪਕੜ ਲੈਂਦਾ। ਸੋ ਉਹਦੀ ਕਮਜ਼ੋਰੀ ਜਿਹੜੀ ਉਹ ਨਾਦ ਹੋ ਗਈ। ਮਤਲਬ ਇਹ ਇੱਕ ਅਸੀਂ ਕਮਜ਼ੋਰੀਆਂ ਪਿੱਛੇ ਇਹ ਉਹਨਾਂ ਨੇ ਦੱਸਿਆ, ਪਰ ਸਾਨੂੰ ਪਤਾ ਸਾਡੀ ਕਈ ਕਮਜ਼ੋਰੀਆਂ ਜਿਹਨਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਤੇ ਉਹ ਸਾਨੂੰ ਬੜੇ ਪ੍ਰੋਬਲਮ ਵਿੱਚ ਲੈ ਜਾਂਦੀ। ਇਸੇ ਤਰ੍ਹਾਂ ਮਛਲੀ ਦਾ ਕਿਆ ਹੈ ਕਿ ਜਿਹੜਾ ਆਪਣਾ ਪਕੜਨ ਵਾਲਾ ਹੈ, ਕੋਈ ਕੁੰਡੀ ਦੇ ਅੱਗੇ ਥੋੜਾ ਜਿਹਾ ਮਾਸ ਦਾ ਟੁਕੜਾ ਲਗਾ ਕੇ ਪਾਣੀ ਵਿੱਚ ਛੱਡ ਦਿੰਦਾ, ਮਛਲੀ ਮਾਸ ਨੂੰ ਖਾਣ ਲੱਗਦੀ ਤੇ ਉਹ ਕੰਡੇ ਦੇ ਵਿੱਚ ਆ ਜਾਂਦੀ ਤੇ ਉਹਨੂੰ ਪਕੜ ਲੈਂਦਾ। ਸੋ ਮਛਲੀ ਦੀ ਜਾਨ ਜਿਹੜੀ ਹੈ ਨਾ, ਉਹ ਕਹਿੰਦੇ ਅੱਜ ਸਿਆਣੀ ਸੋਹਣੀ ਕਿਉਂ ਕੀਤਾ ਵਿਸਾਹਾ। ਸੋ ਉਹਨੇ ਵਿਸਾਹ ਕਰ ਲਿਆ ਕਿ ਵੀ ਇਹ ਜਿਹੜਾ ਹੈ ਮਾਸ ਹੈ ਇਹ ਮੇਰੇ ਖਾਣ ਵਾਲਾ ਹੈ, ਇਹ ਗਰੀਡ ਵੀ ਹੈ, ਸਭ ਮਿਲੇ ਬਹੁਤ ਸਾਰਾ ਇਹਦੇ ਵਿੱਚ ਆ ਜਾਂਦਾ। ਤਾਂ ਹੋਰ ਜਿਹੜੀਆਂ ਨੇ ਉਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਬਈ ਨੇਕ ਕਮਾਈ ਜਿਹੜੀ ਹੈ ਉਹ ਨੇਕ ਦੀ ਹੋਣੀ ਚਾਹੀਦੀ ਹੈ। ਉਹਦੇ ਚ ਪਿਛਲੀ ਵਾਰੀ ਅਸੀਂ ਡਿਸਕਸ ਕੀਤਾ ਸੀ, ਹੱਥ ਪਰਾਇਆ ਨਾਨਕਾ ਉਹ ਸੂਰ ਗਾਏ, ਗੁਰੂ ਪੀਰ ਹਾਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ। ਦੂਸਰਾ ਉਹਨਾਂ ਕਿਹਾ ਨਾਨਕ ਅੱਗੇ ਜੋ ਸੋ ਮਿਲੇ ਜੋ ਖੱਟੇ ਕਰ ਲੈ। ਸੋ ਇਹ ਇੱਕ ਬੜਾ ਵੱਡਾ ਲੈਸਨ ਹੈ ਗ੍ਰਸਤੀ ਵਾਸਤੇ। ਕਈ ਕਹਿੰਦੇ ਨੇ ਕਿ ਬਈ ਹੁਣ ਅਸੀਂ ਬਿਜ਼ਨਸ ਕਰਨੇ ਆ, ਬਿਜ਼ਨਸ ਤੇ ਝੂਠ ਬੋਲਣਾ ਹੀ ਪੈਂਦਾ, ਕੀ ਕਰੀਏ ਉੱਥੇ ਤੇ ਜ਼ਰੂਰ ਬੋਲਣਾ ਪੈਂਦਾ। ਪਰ ਇਹ ਹੁਣ ਆਪਣੇ ਆਪਣੇ ਕੰਮ ਕਰਨ ਦਾ ਤਰੀਕਾ ਹੈ। ਉਹ ਇੱਕ ਥਾਂ ਤੇ ਲਿਖਦੇ ਨੇ ਕਿ ਇਹ ਜੈਨ ਨੇ, ਜੈਨ ਜਿਹੜੇ ਨੇ ਵੈਸੇ ਤੇ ਆਪਣੇ ਮੂੰਹ ਨੂੰ ਢੱਕ ਕੇ ਰੱਖਦੇ ਨੇ ਕਿ ਕੋਈ ਕੀੜਾ ਮਕੌੜਾ ਆ ਕੇ ਅੰਦਰ ਮਰ ਨਾ ਜਾਵੇ, ਪਰ ਉਹ ਕਹਿੰਦਾ ਕਿ ਸਭ ਤੋਂ ਜ਼ਿਆਦਾ ਜਿਹੜੀ ਬੇਈਮਾਨੀ ਉਹ ਜੈਨ ਕਰਦੇ, ਉਹ ਆਪ ਕਹਿੰਦਾ। ਐਂਡ ਓਸ਼ੋ ਇਜ਼ ਜੈਨ। ਉਹ ਕਹਿੰਦਾ ਕਿ ਬਈ ਮੇਰੇ ਜਿਹੜੇ ਆਪਣਾ ਵੱਡੇ ਸੀ ਉਹ ਬੈਠਦੇ ਹੁੰਦੇ ਸੀ ਤੇ ਉਹ ਬੜਾ ਮੁਨਾਫਾ ਲੈਂਦੇ ਹੁੰਦੇ ਸੀ, ਤੇ ਕਹਿੰਦੇ ਨੇ ਕਿਸੇ ਦਿਨ ਮੈਨੂੰ ਵੀ ਬਿਠਾ ਦਿੰਦੇ ਸੀ ਦੁਕਾਨ ਤੇ ਮੈਂ ਜਿਹੜਾ ਗਾਹਕ ਆਉਂਦਾ ਸੀ ਮੈਂ ਕਹਿੰਦਾ ਸੀ ਕਿ ਬਈ ਐਨੇ ਦੀ ਮੇਰੀ ਖਰੀਦ ਹੈ ਤੇ ਐਨਾ ਮੈਂ ਤੁਹਾਡੇ ਕੋਲੋਂ ਪ੍ਰੋਫਿਟ ਲੈ ਰਿਹਾ ਵਾਂ, ਔਰ ਜਿੰਨੇ ਤੋਂ ਉਹ ਵੇਚਦੇ ਸੀ ਮੈਂ ਉਸ ਤੋਂ ਘੱਟ ਤੇ ਵੇਚਦਾ ਸੀ, ਪਰ ਕਹਿੰਦਾ ਉਸ ਦਿਨ ਮੇਰੀ ਜਿਹੜੀ ਵਿਕਰੀ ਸੀ ਉਹ ਦੂਣੀ ਹੋ ਜਾਂਦੀ ਸੀ। ਹੁਣ ਇਹ ਆਪਣੇ ਆਪਣੇ ਸੋਚਣ ਦਾ ਤਰੀਕਾ ਕਿ ਜੇ ਮੈਂ ਇਮਾਨਦਾਰੀ ਨਾਲ ਕਰਾਂ ਤੇ ਮੇਰੀ ਦੁਗਣੀ ਹੋ ਜਾਏਗੀ, ਲੇਕਿਨ ਮਨ ਜਿਹੜਾ ਅਜੇ ਉਹਦੇ ਵਾਸਤੇ ਤਿਆਰ ਨਹੀਂ ਹੋਇਆ, ਮਨ ਵਿੱਚ ਉਹ ਸੋਚ ਆਂਦੀ ਹੀ ਨਹੀਂ ਹੈ। ਕੁਛ ਕੁ ਇਹ ਕਮਜ਼ੋਰੀਆਂ ਨੇ ਸਾਡੀਆਂ ਜਿਹੜੀਆਂ ਕਿ ਕਹਿੰਦੇ ਨੇ ਕਿ ਹਿਊਮਨ ਜਜ਼ਬੇ ਨੇ, ਇਹਨਾਂ ਨੂੰ ਅਸੀਂ ਜਿਸ ਤਰ੍ਹਾਂ ਢਾਲਾਂਗੇ ਇਹ ਢਲ ਜਾਣਗੇ। ਇਹ ਬੜੇ ਸਟਰੋਂਗ ਜਜ਼ਬੇ ਨੇ, ਇਹਨਾਂ ਨੂੰ ਅਸੀਂ ਮਤਲਬ ਕਨਵਰਟ ਕਰਨਾ ਹੈ ਨੈਗੇਟਿਵ ਨੂੰ ਪੋਜ਼ਿਟਿਵ ਵਿੱਚ। ਹੁਣ ਅਸੀਂ ਇਹ ਦੇਖਿਆ ਸੀ, ਕਈ ਵਾਰੀ ਅਸੀਂ ਬੋਲ ਚੁੱਕੇ ਹਾਂ ਕਿ ਨੈਗੇਟਿਵਿਟੀ ਔਰ ਪੋਜ਼ਿਟਿਵ ਦਾ ਕਿੰਨਾ ਅਸਰ ਹੁੰਦਾ ਹੈ। ਇਹਦਾ ਜਿਹੜਾ ਪਲਾਂਟਸ ਤੇ ਟੈਸਟ ਕੀਤੇ ਗਏ ਤੇ ਜਿਨ੍ਹਾਂ ਪਲਾਂਟਸ ਦੇ ਕੋਲ ਗਾਲੀ ਕੱਢੀਆਂ ਗਈਆਂ, ਜਿਨ੍ਹਾਂ ਦੇ ਕੋਲ ਮਤਲਬ ਇਹ ਪਾਠ ਕੀਤਾ ਗਿਆ, ਤਾਂ ਇਹ ਹੁਣ ਤੁਸੀਂ ਦੇਖੋ ਕਿ ਇੱਕ ਜਿਨ੍ਹਾਂ ਨੂੰ ਅਸੀਂ ਬੇਜਾਨ ਪੌਦੇ ਕਹਿੰਦੇ ਆ, ਜੇ ਉਹਨਾਂ ਦੇ ਉੱਤੇ ਇੰਨਾ ਅਸਰ ਹੈ ਤੇ ਇਨਸਾਨਾਂ ਤੇ ਕਿੰਨਾ ਅਸਰ ਹੋਵੇਗਾ। ਪੋਜ਼ਿਟਿਵ ਨੈਗੇਟਿਵ ਥਿੰਕਿੰਗ ਦਾ, ਬੋਲਣ ਦਾ, ਮਤਲਬ ਸਾਰੀ ਪੂਰੀ ਲਾਈਫ ਹੀ ਪੋਜ਼ਿਟਿਵ ਨੈਗੇਟਿਵ ਹੋ ਜਾਂਦੀ ਹੈ ਜਦੋਂ ਕਿ ਇੱਕ ਅਸੀਂ ਆਪਣਾ ਤਰੀਕਾ ਬਣਾ ਲੈਂਦੇ ਹੈਗੇ। ਸੋ ਇਹਨੂੰ ਕਰਨ ਕਰਕੇ ਇਹ ਫਾਇਦਾ ਹੁੰਦਾ ਹੈ ਕਿ ਅਸੀਂ ਫਿਰ ਸੋਚ ਲੈਂਦੇ ਹਾਂ ਕੰਮ ਕਰਨ ਲੱਗਿਆ ਕਿ ਮੇਰੇ ਵਿੱਚ ਕੀ ਇਹ ਕਮਜ਼ੋਰੀ ਤੇ ਨਹੀਂ ਆ ਰਹੀ। then we are very careful, then we are very aware ਕਿ ਵੀ ਅਸੀਂ ਇਹ ਗੁਰਬਾਣੀ ਦੇ ਵਿੱਚ ਸੁਣਿਆ ਕਿ ਅਸੀਂ ਉਹਦੇ ਤੇ ਚੱਲ ਰਹੇ ਹਾਂ ਕਿ ਨਹੀਂ ਚੱਲ ਰਿਹਾ। ਸੋ ਪਹਿਲੇ ਕੁਐਸਚਨ ਹੈ ਇਹਦੇ ਤੇ ਨੈਗੇਟਿਵ ਤੇ। ਹਾਂਜੀ,
ਆਂਟੀ ਜੀ ਤੁਸੀਂ ਜਦੋਂ ਕਿਸੇ ਨਾਲ ਕੰਮ ਕਰਦੇ ਆ ਤੁਹਾਨੂੰ ਹਰ ਵੇਲੇ ਉਹਨਾਂ ਦੇ ਨਾਲ ਕੰਮ ਕਰਦੇ ਬਟ ਦੇ ਆਰ ਵੈਰੀ ਨੈਗੇਟਿਵ ਸੋ ਇਨ that situation how do you handle the situation? ਨਹੀਂ, ਜੇ ਤੁਹਾਡੇ ਮੋਰਲ ਇੰਨੇ ਹਾਈ ਨੇ ਤੇ ਯੂ ਵਿਲ ਨਾਟ ਵਰਕ ਵਿਦ ਹਿਮ। ਤੁਸੀਂ ਆਪਣਾ ਮੋਰਲ ਥੋੜੀ ਖੋ ਦਿਓਗੇ। ਤੁਹਾਨੂੰ ਇੱਕ ਐਗਜ਼ਾਮਪਲ ਦੇਣੀ ਆ ਕਿ ਜਦੋਂ ਅਕਬਰ ਨੇ ਧਰਮ ਚਲਾਇਆ ਸੀ ਦੀਨ ਲਈ, ਤੁਹਾਨੂੰ ਸ਼ਾਇਦ ਸਾਰਿਆਂ ਨੂੰ ਪਤਾ ਹੈ। ਸੋ ਬਾਕੀ ਦੇ ਤੇ ਸਾਰੇ ਮੰਨ ਗਏ, ਲੇਕਿਨ ਜਿਹੜਾ ਉਹਦਾ ਸਭ ਤੋਂ ਨਜ਼ਦੀਕੀ ਮਿਨਿਸਟਰ, ਸਭ ਤੋਂ ਪਿਆਰਾ ਮਿਨਿਸਟਰ ਰਹੀਮ ਸੀ, ਉਹਨੇ ਕਿਹਾ ਮੈਂ ਨਹੀਂ ਮੰਨਦਾ, ਮੈਂ ਸੱਚ ਤੋਂ ਹਟਣਾ ਹੀ ਨਹੀਂ। ਤੂੰ ਕੌਣ ਹੁੰਦਾ ਧਰਮ ਚਲਾਉਣ ਵਾਲਾ? ਧਰਮ ਤੇ ਜਿਹੜਾ ਚਲਾਉਣ ਵਾਲਾ ਉਹਦਾ ਚੱਲਿਆ ਹੋਇਆ, ਮੈਂ ਤੇਰੇ ਧਰਮ ਨੂੰ ਨਹੀਂ ਮੰਨਦਾ। ਹੀ ਲੈਫਟ। ਪਤਾ ਨਹੀਂ ਸੱਚ ਹੈ ਕਿ ਝੂਠ, ਤੇ ਕਹਿੰਦੇ ਨੇ ਅਕਬਰ ਨੇ ਫਿਰ ਉਹਨੂੰ ਮਰਵਾ ਦਿੱਤਾ ਸੀ। ਸੋ ਜੇ ਸਾਨੂੰ ਇਹ ਪਤਾ ਹੈ ਕਿ ਡਿਸਓਨੈਸਟੀ ਸਾਨੂੰ ਇਹਦੇ ਨਾਲ ਕਰਨੀ ਪੈ ਰਹੀ, ਤੇ ਅਸੀਂ ਉੱਥੇ ਕੰਮ ਹੀ ਨਹੀਂ ਅਸੀਂ ਕਰ ਹੀ ਨਹੀਂ ਸਕਾਂਗੇ। ਕਿਉਂਕਿ ਜਿੱਥੇ ਸਾਡੀ ਆਤਮਾ ਹਰ ਵੇਲੇ ਸਾਨੂੰ ਜਿਹੜੀ ਹੈਗੀ ਹੈ ਕੋਸ ਰਹੀ ਹੈ, ਤੇ ਅਸੀਂ ਆਤਮਿਕ ਤੇ ਤੌਰ ਤੇ ਡਾਊਨ ਜਾ ਰਹੇ ਹਾਂ, ਤੇ ਫਿਰ ਸਾਡੇ ਮਤਲਬ ਮਨੁੱਖੀ ਜੀਵਨ ਦਾ ਜਿਹੜਾ ਪਰਪਸ ਹੈ ਉਹ ਫੇਲ ਹੋ ਰਿਹਾ। ਸੋ ਜੇ ਉਹ ਨਹੀਂ ਕੋਈ ਹੋਰ ਸੇ ਨੌਕਰੀ ਹੋਰ ਜਗ੍ਹਾ ਤੇ ਸਹੀ, ਨਹੀਂ ਜੋ ਮੇਰੀ ਕਿਸਮਤ ਚ ਲਿਖਿਆ ਮੈਨੂੰ ਮਿਲੇਗਾ ਜ਼ਰੂਰ। ਸੋ ਮੈਂ ਉਹ ਚੀਜ਼ ਨਹੀਂ ਕਰਨੀ, ਕਿਉਂਕਿ ਇੱਕ ਮੇਰਾ ਅਸੂਲ ਹੀ ਬਣ ਗਿਆ, ਮੇਰਾ ਕੌਨਸ਼ੀਅਸ ਮੰਨ ਹੀ ਨਹੀਂ ਰਿਹਾ, ਮੇਰੀ ਆਤਮਾ ਮੰਨ ਨਹੀਂ ਰਹੀ। ਹਾਊ ਕੈਨ ਆਈ ਡੂ ਵਿਦ ਦੈਟ? ਸੋ ਉਹ ਤੁਸੀਂ ਉਹਦੇ ਨਾਲ ਕੰਮ ਕਰ ਹੀ ਨਹੀਂ ਸਕੋ। ਯੂ ਵਿਲ ਲੀਵ ਦਾ ਪਰਸਨ, ਭਾਵੇਂ ਤੁਹਾਨੂੰ ਕਿੰਨਾ ਨੁਕਸਾਨ। ਬਹੁਤ ਸਾਰੇ ਲੋਕੀ ਨੇ ਜਿਹੜੇ ਇਸ ਤਰ੍ਹਾਂ ਕਰਦੇ ਨੇ। ਸੋ ਪਹਿਲਾਂ ਜਿਹੜੀ ਸ਼ੁਰੂ ਵਿੱਚ ਜਦੋਂ ਵੇਦਾਂ ਨੂੰ ਅਸੀਂ ਪੜ੍ਹੀਏ ਔਰ ਉਹਨਾਂ ਨੂੰ ਅਸੀਂ ਦੇਖੀਏ ਕਿ ਉਦੋਂ ਦੇ ਰਸਮਾਂ ਰਿਵਾਜਾਂ ਨੂੰ, ਤੇ ਉਸ ਵੇਲੇ ਜਿਹੜੀ ਕਾਮ ਵਾਸਨਾ ਸੀ ਉਹ ਬੜੀ ਕੰਟਰੋਲ ਸੀ। ਜਿਹੜੇ ਰਿਸ਼ੀ ਮੁਨੀ ਸੀ ਉਹ ਸਭ ਵਿਆਹੇ ਹੋਏ ਸੀ। ਜਦੋਂ ਹਵਨ ਯੱਗ ਹੁੰਦੇ ਸੀ ਤੇ ਉਹਨਾਂ ਦੀਆਂ ਬੀਵੀਆਂ ਉਹਨਾਂ ਦੇ ਨਾਲ ਬੈਠਦੀਆਂ ਸੀ, ਔਰ ਉਹਨਾਂ ਨੂੰ ਦੇਵੀ ਕਿਹਾ ਜਾਂਦਾ ਸੀ। ਔਰ ਦੇਵੀ ਤੋਂ ਬਿਨਾਂ ਕੋਈ ਹਵਨ ਯੱਗ ਪੂਰਾ ਨਹੀਂ ਸੀ ਹੁੰਦਾ। ਐਂਡ ਵੂਮਨ ਆਰ ਰਿਸਪੈਕਟਡ a lot, ਉਹਦੇ ਤੋਂ ਬਿਨਾਂ ਕੋਈ ਕੰਮ ਪੂਰਾ ਨਹੀਂ ਸੀ ਹੁੰਦਾ। ਹੌਲੀ ਹੌਲੀ ਮਨੂ ਸਿਮਰਤੀ ਨੇ, ਮਨੂ ਦੀ ਫਿਲਾਸਫੀ ਨੇ ਔਰਤ ਨੂੰ ਬੜਾ ਨੀਚੇ ਲਿਆਂਦਾ। ਮਨੂ ਨੇ ਕਿਹਾ ਸ਼ੂਦਰ ਗਵਾਰ ਪਸ਼ੂ ਔਰ ਨਾਰੀ ਪਾਂਚੋ ਤਾੜਨ ਕੇ ਅਧਿਕਾਰ। शूदर, गंवार, पशु, ढोल, नारी पांचों ताड़न के अधिकारी। हुण मनु जिहड़ा सी ओह अपना एक बड़ा वड्डा ऋषि मन्निया गया। सो मनु सिमरती तो ये बड़ा ट्विस्ट हो गया, जिस करके औरत दी पोजीशन जिहड़ी सी ओह बड़ी गिर गई। उस तो बाद फिर लेकिन ये नहीं कि ਜਿਹੜੇ ਧਰਮ ਉਹਦੇ ਵਿੱਚ ਵੇਦਾਂ ਵਿੱਚ ਸੀ ਉਹ ਕਿਤੇ ਵੈਨਿਸ਼ ਹੋ ਗਿਆ, ਉਹ ਤੇ ਉੱਥੇ ਦਾ ਉੱਥੇ ਰਿਹਾ। ਪਰ ਜਦੋਂ ਇੱਕ ਨਵੀਂ ਚੀਜ਼ ਆ ਜਾਏ ਔਰ ਉਹ ਆਸਾਨ ਹੋਵੇ ਸਮਾਜ ਵਾਸਤੇ, ਬਾਹਮਣਾ ਵਾਸਤੇ, ਉਹ ਉਹਨੂੰ ਪਕੜ ਲੈਂਦੇ ਨੇ। ਉਹਦੇ ਚ ਫਿਰ ਇਹ ਹੋਇਆ ਕਿ ਔਰਤ ਨੂੰ ਮੁਕਤੀ ਵੀ ਨਹੀਂ ਮਿਲ ਸਕਦੀ ਔਰ ਜਨਮ ਵਿੱਚ, ਔਰ ਉਹ ਕਿਸੇ ਹਵਨ ਜੱਗ ਵਿੱਚ ਨਹੀਂ ਬੈਠ ਸਕਦੀ। ਔਰਤ ਅਪਵਿੱਤਰ ਹੈ। ਔਰਤ ਦਾ ਦਰਜਾ ਜਿਹੜਾ ਸੀ ਉਹ ਬੜਾ ਨੀਵਾਂ ਹੋ ਗਿਆ। ਇੱਥੋਂ ਤੱਕ ਕਿ ਉਹਦੇ ਅੰਡਰ ਹੀ ਸੀ ਕਿ ਜਿਹੜੀ ਸਤੀ ਪ੍ਰਥਾ ਸੀ ਸ਼ੁਰੂ ਹੋਈ, ਕਿ ਜੇ ਆਦਮੀ ਮਰ ਜਾਏ ਤੇ ਔਰਤ ਨੂੰ ਉਸੇ ਹੀ ਚਿਤਾ ਦੇ ਵਿੱਚ ਸੜਨਾ ਪਵੇ। ਇਸ ਤੋਂ ਜ਼ਿਆਦਾ ਹਾਰਸ਼ ਇਨਸਾਨੀਅਤ ਤਾਂ ਹੋਰ ਕੀ ਹੋ ਸਕਦਾ? ਇੱਕ ਜਿੰਦੇ ਜੀ ਨੂੰ ਸਾੜਿਆ ਜਾਵੇ। ਬਟ ਸੋਸਾਇਟੀ ਵਾਜ਼ ਲਾਈਕ ਦੈਟ ਐਂਡ ਇਟ ਵਾਜ਼ ਹੈਪਨਿੰਗ। So it continued for a very long time. ਤੇ ਤੁਸੀਂ ਸਭ ਨੇ ਸੁਣਿਆ ਹੈਗਾ ਰਾਜਾ ਰਾਮ ਮੋਹਨ ਰਾਏ ਬੜੇ ਸੁਧਾਰਕ ਹੋਏ ਨੇ, ਬ੍ਰਿਟਿਸ਼ ਟਾਈਮ ਤੇ ਸੀ, ਤੇ ਇਹਨਾਂ ਦਾ ਇੱਕ ਭਰਾ ਲੱਗਦਾ ਸੀ ਰਿਸ਼ਤੇ ਵਿੱਚ। ਤੋ ਇਹਨਾਂ ਦਾ ਭਰਾ ਜਿਹੜਾ ਸੀ ਉਹਦੇ ਦੂਸਰੇ ਭਰਾ ਦੀ ਡੈਥ ਹੋ ਗਈ। ਉਹਦੀ ਭਰਜਾਈ ਨੂੰ ਕਿਹਾ ਗਿਆ ਵੀ ਤੈਨੂੰ ਚਿਤਾ ਦੇ ਵਿੱਚ ਸੜਨਾ। ਉਹਨੇ ਕਿਹਾ ਨਹੀਂ, ਮੈਂ ਨਹੀਂ ਸੜਨਾ।
ਉਹ ਚੀਕਾਂ ਮਾਰਦੀ ਰੌਲਾ ਪਾਉਂਦੀ ਰਹੀ, ਉਹਨੂੰ ਬੰਨ ਕੇ ਤੇ ਚਿਤਾ ਦੇ ਵਿੱਚ ਸੁੱਟ ਦਿੱਤਾ ਗਿਆ। ਸੋ ਉਸ ਤੋਂ ਬਾਅਦ ਰਾਜਾ ਰਾਮ ਮੋਹਨ ਰਾਏ ਨੇ ਫਿਰ ਅੰਗਰੇਜ਼ਾਂ ਕੋਲ ਕਾਨੂੰਨ ਪਾਸ ਕਰਾਇਆ ਸੀ ਕਿ ਜਿਹੜੀ ਸਤੀ ਹੈ ਪ੍ਰਥਾ ਇਹ ਇਲੀਗਲ। ਉਸ ਤੋਂ ਬਾਅਦ ਫਿਰ ਸਤੀ ਪ੍ਰਥਾ ਜਿਹੜੀ ਸੀ ਉਹ ਬੰਦ ਹੋ ਗਈ। ਉਹੀ ਜਿਹੜੀ ਸੀ ਪ੍ਰਥਾ ਚੱਲਦੀ ਆ ਰਹੀ ਸੀ ਗੁਰੂ ਨਾਨਕ ਦੇਵ ਜੀ ਤੱਕ, ਜਦੋਂ ਗੁਰੂ ਨਾਨਕ ਦੇਵ ਜੀ ਨੇ ਫਿਰਾਸਾ ਦੀ ਵਾਰ ਵਿੱਚ ਉਚਾਰਿਆ ਪੰਡ ਜੰਮੀਏ ਪੰਡ ਨਿੰਮੀਏ, ਉਹਨਾਂ ਨੇ ਫਿਰ ਔਰਤ ਨੂੰ ਜਿਹੜੀ ਸੀ ਬੜੀ ਉੱਚੀ ਅਵਸਥਾ ਦਿੱਤੀ, ਸੋ ਕਿਉ ਮੰਦਾ ਆਖੇ ਜਿਤ ਜੰਮੇ ਰਾਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਹਾਂਜੀ ਭੈਣ ਜੀ, ਇੱਥੇ ਥੋੜਾ ਜਿਹਾ ਮੈਂ ਦੱਸਾਂ, ਗੱਲ ਕਰਨਾ ਚਾਹਨੀ ਆ। ਹਾਂ ਜ਼ਰੂਰ ਜ਼ਰੂਰ। ਜਿਹੜੇ ਸਤੀ ਪ੍ਰਥਾ ਜਿਹੜੀ ਹੈਗੀ ਹੈ ਨਾ, ਉਹਨੂੰ ਸਭ ਤੋਂ ਪਹਿਲਾਂ ਠੱਲ ਜਿਹੜਾ ਪਾਇਆ ਗਿਆ ਸੀ ਉਹ ਗੁਰੂ ਅਮਰਦਾਸ ਜੀ ਨੇ ਪਾਇਆ ਔਰੰਗਜ਼ੇਬ ਦੇ ਜ਼ਮਾਨੇ 'ਚ। ਤੇ ਇਹ ਜਿਹੜਾ ਰਾਜਾ ਰਾਮ ਮੋਹਨ ਰਾਏ ਦੀ ਤੁਸੀਂ ਹੁਣੇ ਗੱਲ ਕੀਤੀ ਹੈ, ਉਹ ਤੇ ਭੈਣ ਜੀ ਬਹੁਤ ਬਾਅਦ 'ਚ ਹੋਇਆ। ਐਕਚੁਅਲੀ ਇਸ ਤਰ੍ਹਾਂ ਹੈ, ਹਾਂਜੀ, ਅਪੋਜ਼ ਤੇ ਉਹਨਾਂ ਨੇ ਕੀਤਾ ਸੀ, ਪਰ ਹਿੰਦੂਆਂ ਦੇ ਵਿੱਚੋਂ ਇਹ ਰਸਮ ਗਈ ਨਹੀਂ ਸੀ। ਅੱਛਾ, ਉਹ ਕਮਜ਼ੋਰੀ ਚੱਲਦੀ ਰਹੀ ਸੀ, ਕਿਉਂਕਿ ਕੋਈ ਲਾ ਐਸਾ ਨਹੀਂ ਸੀ ਜਿਹੜਾ ਕਿ ਸੁਸਾਇਟੀ ਨੂੰ ਰੋਕ ਸਕੇ। ਤੋ ਹਿੰਦੂ ਪ੍ਰਥਾ ਬੜੀ ਸਟਰੋਂਗ ਸੀ। ਅੱਛਾ ਜੀ। ਉਹ ਕਹਿੰਦੇ ਸੀ, ਹੁਣ ਤੁਸੀਂ ਇਹ ਦੇਖੋ, ਇੱਕ ਹੋਰ ਰਿਵਾਜ ਸੀ, ਤੁਹਾਨੂੰ ਸ਼ਾਇਦ ਪਤਾ ਹੋਵੇ, ਕਿ ਦੇਵਦਾਸੀਆਂ ਹੁੰਦੀਆਂ ਸੀ। ਹਾਂਜੀ ਹਾਂਜੀ, ਨਾਂ ਸੁਣਿਆ ਹੋਇਆ। ਨਾ ਸੁਣਿਆ? ਤੋ ਦੇਵਦਾਸੀਆਂ ਕੀ ਸੀ, ਤੁਹਾਨੂੰ ਪਤਾ ਕੀ ਸੀ ਦੇਵਦਾਸੀਆਂ? ਜੀ ਜਿਹੜਾ ਥੋੜਾ ਜਿਹਾ ਫੇਕ ਜਿਹਾ ਆਈਡੀਆ ਹੈ ਨਾ, ਉਹ ਮੈਨੂੰ ਇਹ ਲੱਗਦਾ ਹੈ ਕਿ ਜਿਸ ਤਰ੍ਹਾਂ ਨਾ ਕੋਈ ਮੰਨਤ ਮੰਨ ਕੇ ਪਹਿਲਾਂ ਆਪਣਾ ਬੱਚਾ ਲੈਂਦਾ ਹੁੰਦਾ ਸੀ ਨਾ, ਤੇ ਉਹ ਮੰਦਿਰ ਜਾ ਕੇ ਛੱਡ ਆਉਂਦਾ ਸੀ, ਭਾਵੇਂ ਮੁੰਡਾ ਹੋਏ ਜਾਂ ਕੁੜੀ ਹੋਏ। ਉਹ ਜਿਹੜੇ ਬੱਚੇ ਨੂੰ ਦੇਵਦਾਸੀਆਂ ਕਹਿਲਾਉਂਦੇ ਸਨ। ਨਹੀਂ, ਦੇਵਦਾਸੀਆਂ ਤਾਂ ਮੰਦਿਰ ਦੇ ਵਿੱਚ ਦੇ ਦਿੰਦੇ ਸਨ ਜਿਸ ਵੇਲੇ ਕੁੜੀ ਪਿਊਬਰਟੀ ਤੇ ਆਂਦੀ ਸੀ, ਕਿ ਉਹ ਹਾਂਜੀ ਠੀਕ ਹੈ। ਹਾਂਜੀ, ਤੇ ਉਹ ਜਿਹੜੀ ਹੈ ਨਾ, ਫਿਰ ਦੇਵਦਾਸੀ ਤਾਂ ਬੰਦੀ ਸੀ, ਪਰ ਦੇਵਦਾਸੀ ਬੜੀ ਬੁਰੀ ਤਰ੍ਹਾਂ ਦੂਸਰੇ ਤਰੀਕੇ ਨਾਲ ਯੂਜ਼ ਕਰਦੇ ਸਨ, ਜਿਹੜੇ ਲਾਈਕ ਪ੍ਰੋਸਟੀਟਿਊਟ। ਸੋ ਉਹ ਦੇਵਦਾਸੀਆਂ ਦੇ ਆਂਦੇ ਸੀ, ਉਹ ਸੋਚਦੇ ਸੀ ਕਿ ਅਸੀਂ ਪਰਮਾਤਮਾ ਦੇ ਉੱਤੇ ਚੜਾ ਦਿੱਤਾ, ਅਸੀਂ ਮੰਦਿਰ ਦੇ ਆ, ਅਸੀਂ ਚੜਾ ਦਿੱਤਾ। ਉਹ ਜਿਹੜਾ ਮੰਨਤ ਵਾਲਾ ਬੱਚਾ ਹੁੰਦਾ ਸੀ, ਉਹ ਗੱਲ ਨਹੀਂ, ਉਹ ਡਿਫਰੈਂਟ ਹੈ ਬੇਟੀ। ਉਹ ਡਿਫਰੈਂਟ ਹੈ ਨਾ? ਨਹੀਂ, ਇਹੀ ਗੱਲ ਹੈ, ਦੇਵਦਾਸੀ ਹੋਈ ਹੈ। ਉਹ ਫਿਰ ਪੰਡਤ ਕੀ ਕਰਦੇ ਸੀ, ਉਹ ਜਿਹੜੇ ਵੱਡੇ ਵੱਡੇ ਲੈਂਡਲਾਰਡ ਹੁੰਦੇ ਸੀ, ਉਹ ਉਹਨਾਂ ਨੂੰ ਲੈ ਜਾਂਦੇ ਸੀ ਕਾਮ ਵਾਸਨਾ ਵਾਸਤੇ। ਇੱਕ ਪਿਕਚਰ ਆਈ ਸੀ, ਸ਼ਾਇਦ ਤੁਸੀਂ ਦੇਖੀ ਹੋਏਗੀ, ਉਹ ਸਿਰ ਮਨਾ ਕੇ ਨਾ, ਉਹਦਾ ਸਿਰ ਮਨਾ ਦਿੰਦੇ ਸੀ, ਜਿਹੜੀ ਮਤਲਬ ਜਿਹਦਾ ਹਸਬੈਂਡ ਮਰ ਜਾ, ਤਾਂ ਕਿ ਸੋਹਣੀ ਨਾ ਲੱਗੇ ਤੇ ਮਤਲਬ ਇਹਦੇ ਚ ਕੋਈ ਖਿੱਚ ਨਾ ਰਹੇ। ਸੋ ਉਹਨੂੰ ਵੀ ਇਸ ਤਰ੍ਹਾਂ ਉਹ ਦੇ ਆਏ ਸੀ। ਉਹਨੇ ਫਿਰ ਬੜਾ ਅਪੋਜ਼ ਕੀਤਾ ਸੀ, ਇਹਦੇ ਵਿੱਚ ਇਹਨੇ ਕੰਮ ਕੀਤਾ ਸੀ ਸ਼ਬਾਨਾ ਆਜ਼ਮੀ। ਕੋਈ ਇਹ ਮੈਨੂੰ ਵਿੱਚ ਵਿੱਚ ਭੁੱਲ ਜਾਂਦੀਆਂ ਨੇ ਗੱਲਾਂ। ਫਿਰ ਐਨੀਵੇ ਦੇਵਦਾਸੀਆਂ ਨੂੰ ਫਿਰ ਮਤਲਬ ਤੁਸੀਂ ਦੇਖੋ ਕਿੰਨੀਆਂ ਗਲਤ ਰਸਮਾਂ ਸੀ। ਤੁਸੀਂ ਆਪਣੀਆਂ ਬੱਚੀਆਂ ਨੂੰ ਦੂਸਰਿਆਂ ਦੇ ਯੂਜ਼ ਵਾਸਤੇ ਦੇ ਰਹੇ ਹੋ, ਤੁਸੀਂ ਸੋਚਦੇ ਹੋ ਕਿ ਮੈਂ ਉਹਨੂੰ ਚੜਾਵਾ ਚੜਾ ਦਿੱਤਾ, ਮੈਂ ਇਹ ਪੁੰਨ ਕੀਤਾ। ਕਿੰਨੀਆਂ ਗਲਤ ਰਸਮਾਂ ਸੀ ਸਤੀ ਦੀ, ਦੇਵਦਾਸੀ ਦੀ, ਕਿੰਨੀਆਂ। ਔਰਤਾਂ ਨੂੰ ਇੰਨਾ ਨੀਵਾਂ ਜਿਹੜਾ ਸੀ ਉਹ ਲੈ ਗਿਆ ਸੀ। ਤੋ ਸੋਸਾਇਟੀ ਉਸ ਵੇਲੇ ਜਿਹੜੀ ਸੀ ਉਹ ਬੜੀ ਡਾਊਨ ਸੀ, ਪਰ ਜਿਹੜਾ ਲਾ ਪਾਸ ਕਰਾਇਆ ਸੀ ਉਹ ਰਾਜਾ ਰਾਮ ਮੋਹਨ ਰਾਏ ਨੇ ਫਿਰ ਲੀਗਲ ਕਰਵਾ ਦਿੱਤਾ ਸੀ, ਬਈ ਜੇ ਕੋਈ ਮਜਬੂਰ ਕਰੇ ਤੇ ਉਹਦੇ ਤੇ ਮੁਕੱਦਮਾ ਚੱਲੇਗਾ। ਫਿਰ ਹਿੰਦੂ ਸਮਾਜ ਵਿੱਚੋਂ ਤਾਂ ਇਹ ਖਤਮ ਹੋਇਆ ਸੀ, ਨਹੀਂ ਤੇ ਹੋ ਨਹੀਂ ਸੀ ਰਿਹਾ। ਸੋ ਇਹ ਠੀਕ ਹੈ ਕਿ ਉਹਨਾਂ ਨੇ ਆਵਾਜ਼ ਉਠਾਈ ਸੀ ਸਤੀ ਦੇ ਬਾਰੇ, ਪਰ ਸਤੀ ਹਟੀ ਨਹੀਂ ਸੀ। ਸਤੀ ਬਹੁਤ ਬਾਅਦ ਵਿੱਚ ਜਾ ਕੇ ਹਟੀ। ਸੋ ਅਸੀਂ ਇਹ ਦੇਖਦੇ ਹਾਂ ਕਿ ਕਾਮ ਵਾਸਨਾ ਬਾਰੇ ਅਸੀਂ ਡਿਸਕਸ ਕਰ ਰਹੇ ਸੀ ਕਿ ਇੱਕ ਸ਼ੁਰੂ ਵਿੱਚ ਤੇ ਜਦੋਂ ਮਤਲਬ ਇਹ ਸੀ ਕਿ ਔਰਤ ਦੀ ਬੜੀ ਇੱਜ਼ਤ ਸੀ, ਔਰਤ ਨੂੰ ਇੱਕ ਜਿਹੜਾ ਸੀ
ਇੱਕ ਬੜਾ ਉੱਚਾ ਦਰਜਾ ਦਿੱਤਾ ਗਿਆ ਸੀ। ਤਾਂ ਹੌਲੀ ਹੌਲੀ ਡਿਟੋਰੇਸ਼ਨ ਕਿਵੇਂ ਹੋਈ? ਸੋ ਇਹ ਪੁਰਾਣਾ ਦੀ ਕਹਾਣੀ ਹੈ ਕਿ ਕਿਉਂਕਿ ਬ੍ਰਹਮਾ ਦਾ ਕੰਮ ਹੈ ਕ੍ਰੀਏਟ ਕਰਨਾ ਤੇ ਵਿਸ਼ਨੂੰ ਦਾ ਕੰਮ ਹੈ ਪਾਲਣਾ ਔਰ ਸ਼ਿਵ ਦਾ ਕੰਮ ਹੈ ਡਿਸਟਰੋਏ ਕਰਨਾ। ਸੋ ਬ੍ਰਹਮਾ ਨੂੰ ਕਿਹਾ ਗਿਆ ਵੀ ਤੂੰ ਉਤਪਤੀ ਕਰ। तो ब्रह्मा ने काम वासना तो बिना उत्पत्ति की, बोल नाल, मुंह दे बोल नाल। तो उन्हें 4 पुत्र पैदा किए। उन्होंने नूं कहा कि तुसी अगों दुनिया वसा। वो 4वें संन्यास ते चले गए। किसी का मूड ही नहीं सी दुनिया दे विच, क्योंकि उन्होंने काम वासना का पता ही नहीं सी। सो हुण ब्रह्मा ने कहा भी तेनू ते ड्यूटी दिती हुई है क्रिएशन बनाने दी, नहीं तो क्रिएशन अगे वधेगी किवें? So then he created calm. When he created calm, पहला उन्हें सब तो पहला अपने आप ही काम पैदा किया। ਜਦੋਂ ਉਹਨੇ ਆਪਣਾ काम पैदा किया तो ਉਹਦੀ ਧੀ ਸਾਹਮਣੇ ਜਾ ਰਹੀ ਸੀ, ਉਹਦੇ ਤੇ काम ਵਾਸਨਾ ਚੱਲੇ ਗਏ। ਮਤਲਬ काम ਦੀ ਤੁਸੀਂ ਦੇਖੋ ਕਿੰਨਾ ਸਟਰੋਂਗ ਹੈ ਪਰ ਕਿੰਨਾ ਬੰਦੇ ਨੂੰ ਨੀਵਾਂ ਲੈ ਜਾਂਦਾ। ਉਸ ਤੋਂ ਬਾਅਦ ਤੁਸੀਂ ਸ਼ਾਇਦ इस कहानी का तुहानू पता होगा या नहीं, इंद्र देवता जो तुसी कहानी सुनी हुई है? नहीं सुनी। किने गौतम ऋषि अहिल्या नारी सुनी हुई है? गुरजीत कौर भैन जी को है थोड़ा थोड़ा नॉलेज? नहीं गुरजीत भैन जी। सो गौतम ऋषि से बड़े पहुंचे हुए सी, पर उन्हां दी वाइफ सी अहिल्या बाई। अहिल्या बड़ी मतलब बहुत सोहनी सी। ते इंद्र देवता नूं पता लगा कि अहिल्या बहुत सोहनी। उन्हें एक दिन गौतम ऋषि सवेरे सवेरे उठ के इशनान करन जांदे सी। एक दिन इंद्र ने मुर्गा बन के बांग दिती ते अद्धी रात नूं इशनान करन चले गए। इंद्र देवता ने गौतम ऋषि की शक्ल बना के एंटर होया और उन्हें समझा कि मेरा पति है, तो उन्हें अहिल्या दे नाल मतलब कर्म किया। सो जदों गौतम ऋषि वापस आए, उन्होंने देखा इंद्र देवता उन्होंने घरों निकल रहा है। तो उन्होंने अपनी वाइफ ने जाके पूछा अहिल्या नूं कि कौन सी? उन्हें कहा अच्छा तू नहीं सी? कहंदा मैं ते नहीं सी, मैं ते गया होया सी इशनान कर। सो इत्थे ये दस रहे ने फिर अहिल्या जिहड़ी सी उन्हें उन्होंने शराब दिता सी गौतम ने, और वो पत्थर हो गई सी। पत्थर मतलब यानी कि सचमुच ही पत्थर बन गए सी। एक्चुअल मतलब ये हैगा है कि उहदा हुण जिहड़ा सी मॉरल खत्म हो गया, उहदा जिहड़ा सी अपना पति धर्म खत्म हो गया, तो शी बिकेम लाइक ए पत्थर। फिर कहंदे ने जदों राम आए ते उन्हां दा पैर लगा उस शिला नूं जिहड़ी कि ओ सी, ते मतलब है कि उस तो बाद जदों इंसान बहुत गिर जावे ते उन्हें उठाण वास्ते परमात्मा दा नाम जिहड़ा है वो बड़ा जरूरी है। सो इंद्र देवता दी कहानी इस करके वे कि जिहड़ा काम है ये बड़ा स्ट्रोंग है, इहदे तो वड्डे वड्डे देवते नहीं पाई सके, ते आम बंदा जिहड़ा हैगा ओहदे ते कोई विचार। जदों देवतियां नूं दैंत बड़ा तंग, राक्षस बड़ा तंग कर रहा सी, उन्हां दे अपने हवन जग जिहड़े सी ओहदे विच मतलब सुट दिंदे सी गंद, उन्हां नूं डिस्टर्ब करदे सी ते बहुत उन्हां नूं तंग करदे सी। ते उन्हां ने फिर शिव नूं कहा कि तू बच्चा पैदा कर जिहड़ा कि इन्हां नूं मतलब खत्म करे, मारे। सो देवते जिहड़े ने इन्हां विचों एक दा नाम है मतलब काम देवता। सारे देवते ने, इंद्र देवता, काम देवता, सूरज देवता, सारे देव मतलब पुराणा दियां कहानियां ने, पर इन्हां जिहड़ियां शक्तियां ने इन्हां दी पूजा इस करके करदे ने वखरी वखरी करके। इस सूरज भी, चांद भी, सारे जिहड़े ने देवते ने। सिख धर्म विच ते कि भी ये सारे ओहदे पैदा कीते होए ने, असीं ओहनूं मानने आ जो भी ओहदा। पर हिंदू धर्म विच उन्हां अलग-अलग दी पूजा करदे। सो उन्होंने कहा कि जिहड़ा काम देवता है
ਉਹਨੂੰ ਸ਼ਿਵ ਦੇ ਕੋਲ ਭੇਜੋ। ਉਹਦੀ ਜਿਹੜੀ, ਕਿਉਂਕਿ ਸ਼ਿਵ ਹਮੇਸ਼ਾ ਸਮਾਧੀ ਵਿੱਚ ਰਹਿੰਦਾ ਸੀ, ਸ਼ਿਵ ਦੀ ਸਮਾਧੀ ਜਿਹੜੀ ਉਹ ਭੰਗ ਕਰੇ ਤੇ ਉਹਦੇ ਚ ਕਾਮ ਵਾਸਨਾ ਪੈਦਾ ਹੋਵੇ, ਬੱਚਾ ਪੈਦਾ ਕਰੇ ਤੇ ਉਹ ਦੈਂਤਾਂ ਦੇ ਨਾਲ ਲੜਾਈ ਕਰੇ। ਜਦੋਂ ਉਹ ਫਿਰ ਆਇਆ ਕਾਮ ਦੇਵਤਾ ਦੇ ਸਾਹਮਣੇ, ਸ਼ਿਵ ਦੇ ਸਾਹਮਣੇ ਉਹਦੀ ਭਗਤੀ ਭੰਗ ਕਰਨ ਵਾਸਤੇ, ਤੇ ਸ਼ਿਵ ਨੇ ਫਿਰ ਉਹਨੂੰ ਥਰਡ ਆਈ ਦੇ ਨਾਲ ਜਲਾ ਦਿੱਤਾ ਸੀ। ਇਹਨਾਂ ਦਾ ਜਿਹੜਾ ਸਿਗਨੀਫੀਕੈਂਸ ਉਹ ਇਹ ਹੈ ਕਿ ਜਿਹੜਾ ਬਹੁਤ ਉੱਚੇ ਕਰੈਕਟਰ ਵਾਲਾ ਹੈਗਾ ਵੇ, ਉਹ ਕਾਮ ਦੀ ਕਾਬੂ ਵਿੱਚ ਨਹੀਂ ਆਉਂਦਾ। ਸ਼ਿਵ ਉਹਦੇ ਕਾਬੂ ਵਿੱਚ ਨਹੀਂ। ਸ਼ਿਵ ਦੇ ਜਦੋਂ ਫਿਰ ਮਤਲਬ ਉਹਨਾਂ ਨੇ ਨਹੀਂ, ਇਹਨਾਂ ਜਿਹੜਾ ਸੀ ਪੈਦਾ ਹੋਇਆ ਸੀ ਬੱਚਾ ਜਿਹੜਾ ਸੀ ਇਹ ਗਣੇਸ਼, ਇਹ ਤੇ ਪਾਰਵਤੀ ਨੇ, ਉਹ ਕਹਾਣੀ ਹੈ ਨਾ ਕਿ ਉਹਨੇ ਆਪਣੇ ਮਹਿਲ ਲਾ ਕੇ ਪੈਦਾ ਕੀਤਾ ਸੀ। ਫਿਰ ਜਦੋਂ ਸ਼ਿਵ ਬਾਹਰੋਂ ਆਇਆ ਤੇ ਉਹ ਅੱਗੇ ਦਰਵਾਜ਼ੇ ਤੇ ਖੜਾ ਸੀ ਤੇ ਉਹਨੇ, ਸ਼ਿਵ ਨੇ ਉਹਨੂੰ ਰੋਕ ਲਿਆ। ਉਹਨੂੰ ਨਹੀਂ ਸੀ ਪਤਾ ਕਿ ਵੀ ਇਹ ਮੇਰਾ ਪਿਓ ਹੈ, ਉਹਨੂੰ ਰੋਕ ਲਿਆ। ਤੇ ਫਿਰ ਸ਼ਿਵ ਨੇ ਉਹਦਾ ਸਿਰ ਕੱਟ ਕੇ ਤੇ ਹਾਥੀ ਦਾ ਸਿਰ ਲਗਾ ਦਿੱਤਾ ਸੀ। ਇਹਦਾ ਸਿਗਨੀਫੀਕੈਂਸ ਇਹ ਵੇ ਕਿ ਜਿਹੜੀ ਛੋਟੀ ਅਕਲ ਸੀ ਉਹਨੂੰ ਕੱਟ ਕੇ ਤੇ ਵੱਡੀ ਅਕਲ ਜਿਹੜੀ ਹੈ ਉਹ ਲਗਾ ਦਿੱਤੇ। ਫਿਰ ਤੇ ਗਣੇਸ਼ ਜਿਹੜਾ ਸੀ ਉਹ ਬਹੁਤ ਉੱਚੀ ਅਕਲ ਦਾ ਮਾਲਕ ਤੇ ਬਹੁਤ ਵਿਜ਼ਡਮ ਉਹਦੇ ਵਾਸਤੇ ਮੰਨੀ ਗਈ। ਸੋ ਇੱਥੇ ਇੱਕ ਚੀਜ਼ ਮੈਂ ਥੋੜੀ ਜਿਹੀ ਕਲੀਅਰ ਕਰ ਦਿਆਂ, ਜਿਹੜੀ ਕਿ ਕਦੀ ਨਹੀਂ ਕੀਤੀ, ਕਿ ਸ਼ਿਵ ਨੂੰ ਸਾਰੇ ਦੇਵਤਿਆਂ ਵਿੱਚ, ਸਾਰੇ ਆਪਣਾ ਜਿਹੜੇ ਦੇਵਤੇ ਨੇ ਉਹਨਾਂ ਚ ਵੱਡਾ ਕਿਉਂ ਮੰਨਦੇ? ਦੇਵਤੇ ਨੇ ਸ਼ਕਤੀਆਂ ਨੇ ਵੱਡੀਆਂ, ਇਹਨੂੰ ਵੱਡਾ ਕਿਉਂ ਸਭ ਤੋਂ ਮੰਨਿਆ ਗਿਆ? ਇਹਨੂੰ ਵੱਡਾ ਇਸ ਕਰਕੇ ਮੰਨਿਆ ਗਿਆ ਹੈ ਕਿ ਅਸੀਂ ਇਹ ਕਹਿੰਦੇ ਹਾਂ ਕਿ ਵੀ ਉਹ ਪੈਦਾ ਕਰਨ ਵਾਲਾ, ਉਹ ਪਾਲਣਾ ਕਰਨ ਵਾਲਾ, ਉਹ ਖਤਮ ਕਰਨ ਵਾਲਾ। ਇਹਦਾ ਮਤਲਬ ਸਿਰਫ ਇਹ ਹੀ ਨਹੀਂ ਹੈਗਾ, ਇਹਦਾ ਮਤਲਬ ਬੜਾ ਉੱਚਾ ਹੈ ਕਿ ਸ਼ਿਵ ਜਿਹੜਾ ਹੈ ਉਹ ਸਾਰੇ ਵਿਕਾਰਾਂ ਨੂੰ ਸਾੜ ਦਿੰਦਾ। ਸ਼ਿਵ ਕੀ ਇਹ ਸ਼ਕਤੀ ਹੈ, ਇਹ ਬੜੀ ਉੱਚੀ ਇੱਕ ਪੋਜ਼ਿਟਿਵ ਸ਼ਕਤੀ ਪਰਮਾਤਮਾ ਦੀ, ਇੱਕ ਪਰਮਾਤਮਾ ਦੀ ਤਾਕਤ ਹੈ ਜਿਹੜੀ ਇੰਨੀ ਉੱਚੀ ਹੈ ਕਿ ਜਿਹੜੀ ਜੇ ਤੁਹਾਡੇ ਵਿੱਚ ਉਹ ਸ਼ਕਤੀ ਹੋਵੇ ਤੇ ਤੁਹਾਡੇ ਵਿੱਚੋਂ, ਜਿਸ ਤਰ੍ਹਾਂ ਅਸੀਂ ਅੱਜ ਹੁਣ ਵਿਕਾਰਾਂ ਦਾ ਕਰ ਰਹੇ ਹਾਂ, ਤਾਂ ਇਹ ਸ਼ਿਵ ਸ਼ਕਤੀ ਹੈ। ਦੇਖੋ ਉਹ ਚੌਪਈ ਚ ਆਂਦਾ ਹੈ ਨਾ, शिव कण को शिव गुण सुख दियो। शिव कण मतलब जिदे अंदर वो गुण में शिव वाला जेड़ा बड़ा उच्चा गुण है, उन्होंने शिव कण देंदा। शिव गुण को शिव कण को शिव गुण दे, जिदे अंदर वो कण है उन्होंने वो गुण देंदा। हुण असीं जेड़ा असीं डिस्कस कर रहे हैं, असीं समझ रहे हैं कि ये जदों साडे अंदर वो कण, ਉਹ એનર્ਜੀ ਪੈਦਾ ਹੁੰਦੀ ਹੈ ਤੇ ਫਿਰ ਇਹ ਜਿਹੜੇ ਵਿਕਾਰਾਂ ਦੀ એનર્ਜੀ ਹੈਗੀ ਹੈ ਉਹ ਖਤਮ ਹੋ ਜਾਂਦੀ ਹੈ, ਕਿਉਂਕਿ ਪਰਮਾਤਮਾ ਸਾਨੂੰ ਇਹ એનર્ਜੀ ਆਉਂਦਿਆਂ ਸਾਰ ਖਤਮ ਹੁੰਦਿਆਂ ਸਾਰ ਸੁੱਚੀ એનર્ਜੀ ਦੇ ਦਿੰਦਾ। ਥੋੜਾ ਜਿਹਾ ਮੈਂ ਮੁਸ਼ਕਿਲ ਬਣਾ ਰਹੀ ਹਾਂ। ਹਾਂਜੀ ਇੱਕ ਵਾਰੀ ਫੇਰ ਰਿਪੀਟ ਕਰੋ ਜੋ ਤੁਸੀਂ ਐਂਡ ਵਿੱਚ ਕਿਹਾ ਆ, ਐਂਡ ਕਲੈਰੀਫਾਈ ਥੋੜਾ ਜਿਹਾ ਕਰੋ ਉਹਨੂੰ। ਹਾਂ ਦੇਖੋ ਇਹ ਉਹਦੇ ਵਿੱਚ ਆਂਦਾ ਹੈ शिव कण को शिव गुण सुख दियो, आंदा है ना। ਅਸੀਂ ਕਦੇ ਨਾ ਬਰੀਕੀ ਨਾਲ ਇਹਨੂੰ ਸਮਝਿਆ ਨਹੀਂ ਨਾ ਹੈਗਾ, ਕਿਉਂਕਿ ਅਸੀਂ ਜਦੋਂ ਪਾਠ ਕਰਨੇ ਆ ਸਾਰਾ ਤਾਂ ਨਹੀਂ ਸਮਝਦੇ ਨਾ, ਜਿੱਥੋਂ ਨਹੀਂ ਆਂਦੀ ਅਸੀਂ ਛੱਡ ਦਿੰਦੇ। ਇਹ ਤੋਂ ਸਾਨੂੰ ਮੈਨੂੰ ਬਹੁਤ ਹੀ ਕਿਸੇ ਨੇ ਬਹੁਤ ਉੱਚੀ ਆਤਮਾ ਨੇ ਸਮਝਾਇਆ ਸੀਗਾ। शिवकन को शिवगुण सुख दियो, शत्रुन को पलमो पट कियो। शत्रुन को पलमो। सो शिव कण की ने ਜਿਹੜੇ ਬੜੇ ਪਵਿੱਤਰ ਆਈਟਮ ਨੇ ਤੁਹਾਡੇ ਅੰਦਰ, ਜਦੋਂ ਉਹ ਤੁਹਾਡੇ ਅੰਦਰ ਉਹ ਪਵਿੱਤਰਤਾ ਦੇ ਆਈਟਮ ਜਿਹਨੂੰ ਅਸੀਂ ਪੋਜ਼ਿਟਿਵ ਕਵਾਂਗੇ, ਪੋਜ਼ਿਟਿਵ ਤਾਂ ਬਹੁਤ ਉੱਚੀ ਚੀਜ਼ ਹੈ, ਪਵਿੱਤਰ ਕਣ ਜਦੋਂ ਤੁਹਾਡੇ ਚ ਆ ਜਾਣਗੇ, ਤੁਹਾਨੂੰ ਉਹ ਸ਼ਿਵ ਗੁਣ ਜਿਹੜੇ ਬਹੁਤ ਉੱਚੇ ਗੁਣ ਨੇ, ਮਤਲਬ ਜਦੋਂ ਤੁਸੀਂ ਕੋਸ਼ਿਸ਼ ਕਰੋਗੇ ਇਹਨਾਂ ਵਿਕਾਰਾਂ ਵਿੱਚੋਂ ਨਿਕਲਣ ਦੀ, ਆਪਣੇ ਆਪ ਨੂੰ ਕਲੀਨ ਕਰਦੇ ਜਾਓਗੇ, ਇੰਨੇ ਅਵੇਅਰ ਹੋ ਜਾਓਗੇ ਕਿ ਕੋਈ ਵੀ ਜਿਹੜੀ ਚੀਜ਼ ਗਲਤ ਆਂਦੀ ਹੈ ਤੇ ਤੁਹਾਨੂੰ ਉਹ ਜਿਹੜੀ ਹੈ
ਜਿਸ ਤਰ੍ਹਾਂ ਕਿ ਸ਼ਿਵ ਨੇ ਜਲਾ ਦਿੱਤਾ ਸੀ ਨਾ ਕਾਮ ਨੂੰ, ਤੁਸੀਂ ਉਹਨੂੰ ਜਲਾ ਦਿੰਦੇ ਹੋ। ਕਿਸ ਤਰ੍ਹਾਂ ਜਲਾ ਦਿੰਦੇ ਹੋ ਕਿ ਯੂ ਆਰ ਅਵੇਅਰ ਯੂ ਆਈ ਡੋਂਟ ਵਾਂਟ, ਤੁਸੀਂ ਇਮੀਡੀਏਟਲੀ ਉਹਨੂੰ ਆਪਣੇ ਤੋਂ ਅਲੱਗ ਕਰ ਦਿਓ। ਕਿਉਂ? ਹੁਣ ਤੁਹਾਡੇ ਵਿੱਚ ਉਹ ਸ਼ਿਵ ਕਣ, ਉਹ ਉੱਚਾ ਗੁਣ ਜਿਹੜਾ, ਉਹ ਉੱਚਾ ਕਣੀ ਆ ਗਈ ਹੈ, ਉੱਚਾ ਐਟਮ ਆ ਗਿਆ, ਤੁਹਾਨੂੰ ਹੁਣ ਉਹ ਗੁਣ ਜਿਹੜਾ ਮਿਲ ਜਾਏਗਾ। ਵੈਸੇ ਮੇਰੇ ਐਕਸਪਲੇਨ ਕਰਨ ਦਾ ਤਰੀਕਾ ਹੈ, ਵੈਸੇ ਇਹਦਾ ਸਿੱਧਾ ਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਕਰਦੇ ਕਰਦੇ ਪਿਉਰੀਫਾਈ ਹੁੰਦੇ 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 ਇੰਨੇ ਹੋ ਜਾਓਗੇ ਤੇ ਉਹ ਗੁਣ ਪਰਮਾਤਮਾ ਜਿਹੜਾ ਤੁਹਾਡੇ ਨਾਲ ਨਾਲ ਆਪੇ ਹੀ ਦਿੰਦਾ ਜਾਵੇਗਾ। ਸੋ ਇਹ ਲਈ ਕਿ ਜਿਹੜਾ ਪਰਮਾਤਮਾ ਦੀ ਜਿਹੜੀ એનર્ਜੀ ਹੈ ਜਾਂ ਉਹਦਾ ਰੂਲ ਜਿਹੜਾ ਉਹ ਬੜਾ ਆਟੋਮੈਟਿਕ, ਬੜਾ ਇੰਟੈਲੀਜੈਂਟ ਹੈ, ਸਾਨੂੰ ਪਤਾ ਨਹੀਂ ਲੱਗਦਾ ਔਰ ਬੜਾ ਮੁਸ਼ਕਿਲ ਹੈ ਪਤਾ ਕਰਨਾ। ਪਰ ਜਿਉਂ-ਜਿਉਂ ਅਸੀਂ ਗੁਰਬਾਣੀ ਦੀ ਤਹਿ ਵਿੱਚ ਜਾਵਾਂਗੇ ਔਰ ਜਿਉਂ-ਜਿਉਂ ਡੈਪਥ ਵਿੱਚ ਜਾਵਾਂਗੇ, ਡੈਪਥ ਤੋਂ ਵੀ ਡੈਪਥ ਵਿੱਚ, ਤੇ ਅਸੀਂ ਦੇਖਾਂਗੇ ਕਿ ਉਹ ਸਾਨੂੰ ਉਹ ਸਮਝ ਆਏਗੀ ਜਿਹੜੀ ਕਿ ਸਾਨੂੰ ਵੈਸੇ ਨਹੀਂ ਆਉਂਦੀ ਹੈਗੀ, ਕਿ ਕਿਸ ਤਰ੍ਹਾਂ ਕਾਨੂੰਨ ਵਰਕ ਕਿਸ ਤਰ੍ਹਾਂ ਕਰਦਾ ਹੈ। ਜਦੋਂ ਅਸੀਂ ਉਸ ਕਾਨੂੰਨ ਨੂੰ ਵਰਕ ਕਰਦੇ ਹਾਂ, ਜਦੋਂ ਬਰੀਕੀ ਵਿੱਚ ਜਾਂਦੇ ਹਾਂ, ਫਿਰ ਸਾਨੂੰ ਜ਼ਿਆਦਾ ਦਿਸਦਾ ਹੈ। ਪਹਿਲਾਂ ਤੇ ਅਸੀਂ ਮੋਟਾ ਲੈਂਦੇ ਹਾਂ ਕਿ ਅਸੀਂ ਆਪਣੇ ਆਪ ਵਿੱਚ ਕੁਆਲਿਟੀ ਡਿਵੈਲਪ ਕਰੀਏ, ਫਿਰ ਜਿਹੜੇ ਵਿਕਾਰ ਜਾਣਗੇ, ਫਿਰ ਅਸੀਂ ਪਰਮਾਤਮਾ ਦੇ ਨੇੜੇ ਆਵਾਂਗੇ। ਹੌਲੀ ਹੌਲੀ ਜਦੋਂ ਉਹ ਤੁਹਾਡੀ ਬਰੀਕੀ ਵਿੱਚ ਚਲਾ ਜਾਂਦਾ, ਤੁਹਾਨੂੰ ਇਹ ਪਤਾ ਲੱਗਦਾ ਇਹ ਚੀਜ਼ਾਂ ਮੇਰੇ ਤੇ ਅਸਰ ਕਿਵੇਂ ਕਰ ਰਹੀਆਂ। ਉਹਨੂੰ ਹੀ ਕਿਹਾ ਸ਼ਿਵ ਕਣ ਕੋ ਸ਼ਿਵ ਗੁਣ ਸੁਖਦੀ। ਜੋ ਸਤਰਨ ਕੋ ਪਰਮੰਬਤ ਕੀ, ਉਹ ਤੇ ਜਿਹੜਾ ਉਹ ਫਿਰ ਡਿਫਰੈਂਟ ਮੀਨਿੰਗ ਆ ਜਾਂਦਾ। ਇੱਥੇ ਜਿਹੜਾ ਸਿਰਫ ਇੰਨਾ ਹੀ ਟੁਕਦਾ। ਤਾਂ ਸ਼ਿਵ ਨੂੰ ਅਸੀਂ ਹਮੇਸ਼ਾ ਇਹ ਸਮਝਦੇ ਹਾਂ ਕਿ ਉਹ ਡਿਸਟਰਕਸ਼ਨ ਕਰਨ ਵਾਲਾ ਹੈ, ਪਰ ਡਿਸਟਰਕਸ਼ਨ ਉਹ ਵਿਕਾਰਾਂ ਦੀ ਵੀ ਕਰਨ ਵਾਲਾ ਹੈ। ਵੈਸੇ ਵੀ ਉਹ ਜਿਹੜੀ ਸ਼ਕਤੀ ਹੈ ਉਹ ਮਤਲਬ ਐਂਡ ਉਹ ਕਰਨ ਵਾਲੀ ਹੈ, ਪਰ ਉਹ ਵਿਕਾਰਾਂ ਦਾ ਵੀ ਐਂਡ ਕਰਨ ਵਾਲੀ, ਕਿਉਂਕਿ ਸ਼ਿਵ ਨੂੰ ਸਭ ਤੋਂ ਉੱਚਾ ਦੇਵਤਾ ਮੰਨਿਆ ਗਿਆ। ਸ਼ਿਵ ਹਮੇਸ਼ਾ ਸਮਾਧੀ ਵਿੱਚ ਹੀ ਰਹਿੰਦਾ ਸੀ, ਉਹ ਕਾਮ ਵਾਸਨਾ ਵਿੱਚ ਆਇਆ ਹੀ ਨਹੀਂ। ਹੋਰ ਜੇ ਇੱਥੋਂ ਤੱਕ ਤੁਹਾਡਾ ਕੋਈ ਸਵਾਲ ਹੈ ਤਾਂ ਦੱਸੋ। So auntie, just to clarify, so just the awareness. Yes, ਬੜਾ ਅੱਛਾ ਸਵਾਲ ਹੈ। ਜਿੰਨੀ ਅਵੇਅਰਨੈਸ ਆਉਗੀ ਉਹਦੇ ਹਿਸਾਬ ਨਾਲ ਹੀ ਅਸੀਂ, ਬਿਲਕੁਲ, ਦਿਸ ਇਜ਼ ਵੈਰੀ ਇੰਪੋਰਟੈਂਟ। ਇਹ ਤੇ ਸਾਨੂੰ ਸਭ ਨੂੰ ਬਹੁਤ ਅੱਛੀ ਤਰ੍ਹਾਂ ਸਮਝ। ਅਵੇਅਰਨੈਸ ਹੈ ਕਿ ਜਦੋਂ ਸਾਡੀ ਇੱਕ ਵਾਰੀ ਚੇਤਨਾ ਜਿਹੜੀ ਹੈ ਨਾ ਉੱਚੀ ਹੋਣ ਲੱਗਦੀ ਹੈ ਨਾ, ਤੇ ਫਿਰ ਅਸੀਂ ਡਾਲੀ ਜੀ ਨਹੀਂ ਆਏ, ਨਹੀਂ ਆਏ। ਜਦੋਂ ਚੇਤਨਾ ਉੱਚੀ ਹੋਣ ਲੱਗਦੀ ਹੈ ਨਾ, ਤੇ ਅਸੀਂ ਇੱਕ ਇਰਾਦਾ ਕਰ ਲਿਆ ਕਿ ਮੈਂ ਹੁਣ ਆਤਮਿਕ ਜੀਵਨ ਜੀਣਾ, ਮੈਂ ਆਤਮਾ ਦੇ ਗੁਣਾਂ ਨੂੰ ਗ੍ਰਹਿਣ ਕਰਨਾ, ਕੁਛ ਵੀ ਹੋ ਜਾਏ। ਐਂਡ ਮੈਨੂੰ ਉਹਦੇ ਵਾਸਤੇ ਕੌਨਸ਼ੀਅਸ ਰਹਿਣਾ ਪਵੇਗਾ, ਮੈਨੂੰ ਅਲਰਟ ਰਹਿਣਾ ਪਵੇਗਾ। ਜਿਉਂ ਹੀ ਮੈਂ ਤੁਹਾਨੂੰ ਆਪਣੀ ਮਿਸਾਲ ਦੱਸਣੀ ਆ, ਇਸ ਕਰਕੇ ਥੋੜੀ ਕਲੈਰਿਟੀ ਵਾਸਤੇ, ਕਿ ਅਸੀਂ ਭਾਵੇਂ ਕਿੰਨਾ ਵੀ ਜਿਹੜਾ ਨੌਲੇਜ ਹੋ ਜਾ ਸਭ ਕੁਝ, ਫਿਰ ਵੀ ਅਸੀਂ ਇਨਸਾਨ ਹੀ ਆ। ਫਿਰ ਵੀ ਅਸੀਂ ਕਹਿੰਦੇ ਮੇਰੀ ਮੱਤ ਥੋੜੀ ਕਿਛੂ ਨਾ ਜਾਣੋ, ਕਿਉਂਕਿ ਮੱਤ ਪੂਰੀ ਤੇ ਆ ਹੀ ਨਹੀਂ ਸਕਦੀ, ਵੱਧਦੀ ਜਾਂਦੀ ਪਰ ਪੂਰੀ ਤੇ ਨਹੀਂ ਨਾ ਆ ਸਕਦੀ। ਸੋ ਮੈਂ ਸਵੇਰੇ ਜਦੋਂ ਉੱਠਦੀ ਹਾਂ, ਮੈਂ ਕਹਿੰਦੀ ਹਾਂ ਕਿ ਬਈ ਮੈਨੂੰ ਕੋਈ ਕੰਮ ਮੇਰੇ ਕੋਲ ਐਸਾ ਨਾ ਹੋ ਜਾਏ, ਇਹ ਮੇਰੀ ਮਦਦ ਕਰੀ, ਮੈਨੂੰ ਕੌਨਸ਼ੀਅਸ ਰੱਖੇ ਕਿ ਮੇਰੇ ਕੋਲ ਕੋਈ ਥਾਟ, ਕੋਈ ਵਰਡ, ਕੋਈ ਜਿਹੜਾ ਹੈ ਨਾ ਉਹ ਗਲਤ ਨਾ ਹੋ ਜਾਏ। ਉਹ ਜਿਹੜਾ ਥਾਟ ਹੈ ਨਾ ਸਵੇਰ ਵਾਲਾ, ਉਹ ਸਾਰਾ ਦਿਨ ਮੇਰੇ ਨਾਲ ਰਹਿੰਦਾ। ਐਂਡ ਆਈ ਐਮ ਅਵੇਅਰ, ਅੱਛਾ ਬਈ ਸਵੇਰੇ ਤੇ ਮੈਂ ਵਾਅਦਾ ਕੀਤਾ ਸੀ, ਹੁਣ ਥਾਟ ਆਇਆ ਤੇ ਇਮੀਡੀਏਟਲੀ ਸੀ ਦੈਟ ਥਾਟ। ਸੋ ਕਈ ਵਾਰੀ ਇਹ ਤੇ ਨਾ ਹੁਣ ਸਾਰੇ ਰੁਕ ਜਾਂਦੇ ਨੇ, ਕਈ ਵਾਰੀ ਥਾਟ ਆ ਜਾਂਦਾ, ਸਪੈਸ਼ਲੀ ਥਾਟ ਪਾਸਟ ਦੇ ਆ ਜਾਂਦੇ, ਐਂਡ ਸਪੈਸ਼ਲੀ ਥਾਟ ਫਿਊਚਰ ਦੇ ਆ ਜਾਣਗੇ। ਫਿਊਚਰ ਦੇ ਤੇ ਮੈਨੂੰ ਖੈਰ ਬਹੁਤ ਘੱਟ ਆਉਂਦੇ ਨੇ, ਨਹੀਂ ਆਉਂਦੇ। ਆਈ ਡੋਂਟ ਵਰੀ ਅਬਾਊਟ ਐਨੀਥਿੰਗ, ਕਿਉਂਕਿ ਸਭ ਕੁਝ ਹੈ ਹੀ। ਔਰ ਮੌਤ ਤੋਂ ਮੈਨੂੰ ਡਰ ਇਸ ਕਰਕੇ ਨਹੀਂ ਲੱਗਦਾ ਕਿ ਮਰਨਾ ਤੇ ਤੁਸੀਂ ਹੈ ਹੀ ਨਹੀਂ। ਮਰਨਾ ਤੇ ਜਿਹੜਾ ਹੈਗਾ ਸਰੀਰ ਨੇ, ਉਹ ਸਰੀਰ ਤੇ 5 ਤੱਤਾਂ ਦਾ ਬਣਿਆ, ਤੁਸੀਂ ਤੇ ਮਰਨਾ ਹੈ ਹੀ ਨਹੀਂ। ਫਿਰ ਵੀ ਇਹ ਤੇ ਹੈ ਥੋੜਾ ਹੁੰਦਾ ਸਹੀ ਬਿਮਾਰੀ ਵਗੈਰਾ ਦਾ, ਪਰ ਜਦੋਂ ਇਹ ਵਿਸ਼ਵਾਸ ਹੋ ਜਾਂਦਾ ਹੈ ਨਾ ਕਿ ਮਰਦਾ ਕੌਣ ਹੈ, ਸੋ ਇਸ ਕਰਕੇ ਟੂ ਬੀ ਅਵੇਅਰ, ਇਮੀਡੀਏਟਲੀ ਕੈਚ ਕਰ ਲੈਣ ਚੋਰ ਨੂੰ। ਕਹਿੰਦੇ ਨੇ ਕਿ ਜਿਹੜੇ ਵਿਕਾਰ ਨੇ ਉਹ ਗਿਆਨ ਨੂੰ ਚੁਰਾ ਲੈਂਦੇ,
ਗਿਆਨ ਕੀ ਹੈ? ਗਿਆਨ में कि भाई ਇਹ ਸਾਰੇ ਵਿਕਾਰ ਨੇ, ਇਹਨਾਂ ਨੂੰ ਮੈਂ ਛੱਡਣਾ, ਮੈਂ ਕੋਈ ਗਲਤ ਸੋਚ ਨਹੀਂ ਕਰਨੀ, ਗਲਤ ਵਰਡ ਨਹੀਂ ਬੋਲਣਾ। ਪਰ ਕੀ ਹੈ ਕਿ ਇਹ ਇੰਨੇ ਸਟਰੋਂਗ ਨੇ, ਇੰਨੇ ਬਲੀ ਨੇ, ਇਹਨਾਂ ਤੇ ਕਾਬੂ ਪਾਇਆ ਜਾ, ਇਹਨਾਂ ਨੂੰ ਵਿਨ ਕੀਤਾ ਜਾਏ, ਆਟੋਮੈਟਿਕ ਬਦੋ ਬਦੀ ਇਹ ਤੁਹਾਡੇ ਕੋਲੋਂ ਕੰਮ ਕਰਾ ਦੇਣਗੇ ਜੇ ਤੁਸੀਂ ਨਹੀਂ ਕਰਨਾ ਚਾਹੁੰਦੇ, ਇਫ ਯੂ ਆਰ ਨਾਟ ਅਵੇਅਰ। ਪਰ ਜਦੋਂ ਤੁਸੀਂ ਅਵੇਅਰ ਹੋ ਗਏ, as soon as the thief enter, you come to know the thief has come and you catch the thief। नहीं तो तुम सुते हो, ਤੁਹਾਨੂੰ ਪਤਾ ਹੀ ਨਹੀਂ thief ਸਾਰਾ ਕੁਝ ਲੈ ਕੇ ਚਲਾ। ਸੋ ਜੇ ਹੋਇਆ ਤੁਹਾਡਾ ਮਤਲਬ ਕਲੀਅਰ ਕਿ ਨਹੀਂ? ਕਹਿੰਦੇ ਨੇ ਇੰਨਾ ਜ਼ਿਆਦਾ ਜਿਹੜਾ ਹੈਗਾ ਵੇ ਵਿਕਾਰ, ਇਹ ਗਿਆਨ ਨੂੰ ਚੁਰਾ ਕੇ ਲੈ ਜਾਂਦਾ ਕਿ ਸਾਡਾ ਸਭ ਕੁਝ ਜਾਪ ਤਾਪ ਸੀਲ ਸੰਜਮ ਸਾਰੇ ਦਾ ਨਾਸ ਕਰ ਦਿੰਦਾ ਹੈ। ਸੋ ਅਸੀਂ ਉਸ ਗਿਆਨ ਨੂੰ ਅਸੀਂ ਚੋਰੀ ਨਹੀਂ ਹੋਣ ਦੇਣਾ, ਉਸ ਗਿਆਨ ਨੂੰ ਸੰਭਾਲ ਰੱਖਣ ਦਾ ਨਾਮ ਅਵੇਅਰਨੈਸ। ਕਿ ਮੈਂ ਕੋਈ ਵੀ, ਤੁਸੀਂ ਉਹਨੂੰ ਥੋੜੇ ਜਿਹੇ ਲਫ਼ਜ਼ਾਂ 'ਚ ਯਾਦ ਰੱਖੋ, ਨਹੀਂ ਤੇ ਬਹੁਤ ਲਫ਼ਜ਼ਾਂ 'ਚ ਉਹਨੇ ਯਾਦ ਰਹੇਗਾ। ਮੈਂ ਅੱਗੇ ਵੀ ਤੁਹਾਨੂੰ ਇੱਕ ਵਾਰੀ ਸਮਝਾਇਆ ਸੀ ਕਿ ਮਨ, ਅੱਜ ਮੈਂ ਤੁਹਾਨੂੰ ਅੰਤःਕਰਨ ਤੇ ਜ਼ਿਆਦਾ ਨਹੀਂ ਸਮਝਾਇਆ, ਤੁਹਾਡੇ ਅੰਦਰ ਸਵਾਲ ਤੇ ਜ਼ਰੂਰ ਆਉਂਦਾ ਹੋਏਗਾ ਕਿ ਮਨ ਬੁੱਧੀ ਚਿੱਤ ਹੰਕਾਰ ਹੀ ਸਾਰਾ ਕੰਮ ਜਿਹੜਾ ਇਹਨਾਂ ਦਾ ਹੀ ਹੈ, ਜਿਹੜਾ ਕਿ ਸਾਡੇ ਵਿਕਾਰਾਂ ਦੇ ਉੱਤੇ ਚੱਲ ਰਿਹਾ ਹੈ। ਸੋ ਇਹ ਜਿਹੜਾ ਹੈ, ਜਦੋਂ ਇਹ ਗਿਆਨ ਨੂੰ ਚੁਰਾ ਲੈਂਦਾ ਹੈ ਤੇ ਕੀ ਹੁੰਦਾ ਹੈ? ਗਿਆਨ ਨੂੰ ਚੁਰਾਉਣ ਦਾ ਮਤਲਬ ਕਿ we become unconscious about that, ਤੇ ਫਿਰ ਸਾਡਾ ਸਾਰਾ ਜਾਪ ਤਾਪ ਸੀਰ ਸਮਨਮ ਸਾਰਾ ਜਿਹੜਾ ਖਤਮ ਹੋ ਜਾਂਦਾ ਹੈ। we lose patience, we lose our ਚੇਤਨਾ, ਅਸੀਂ ਆਪਣਾ ਲੋਅਰ ਚੇਤਨਾ ਚਲ ਜਾਂਦੇ। ਤੁਸੀਂ ਦੇਖੋ ਕਿ ਇਹ ਜਿਹੜਾ ਜਜ਼ਬਾ ਹੈ ਆਪਣਾ, ਇਹ ਜਿਹੜੀ ਇਮੋਸ਼ਨ ਹੈ ਸਾਡੇ ਅੰਦਰ, ਇਹ ਬੜੀ ਸਟਰੋਂਗ ਹੈ। ਇਹਨੂੰ ਮਾਰਨਾ ਨਹੀਂ, ਇਹਨੂੰ ਡਾਇਵਰਟ ਕਰਨਾ। ਕਿਸ ਤਰ੍ਹਾਂ ਤੁਹਾਨੂੰ ਇੱਕ ਮਿਸਾਲ ਦੇਣੀ, ਉਹਦੇ ਨਾਲ ਬੜਾ ਕਲੀਅਰ ਹੋਏਗਾ, ਤੁਹਾਡਾ ਕੁਐਸਚਨ ਵੀ ਕਲੀਅਰ ਹੋ ਜਾਏਗਾ। ਕਿ ਅਕਸਰ ਹੀ ਮੈਂ ਤੁਹਾਨੂੰ ਰੱਥ ਦੀ ਮਿਸਾਲ ਦੇਣੀ ਆ, ਉਹਦੇ ਨਾਲ ਕਲੈਰਿਟੀ ਬੜੀ ਆਉਂਦੀ ਹੈ। ਜਿਸ ਤਰ੍ਹਾਂ ਰੱਥ ਵੇ, ਰੱਥ ਦੇ ਅੱਗੇ 5 ਘੋੜੇ ਨੇ, ਉਹਨਾਂ ਨੂੰ ਚਲਾਉਣ ਵਾਲਾ ਡਰਾਈਵਰ ਹੈ। ਹੁਣ 5 ਘੋੜੇ ਕੀ ਨੇ? 5 ਗਿਆਨ ਇੰਦਰੀਆਂ। ਇਹ ਸਾਰੀ ਜਿਹੜੇ ਵਿਕਾਰ, ਇਹਨਾਂ ਵਿਕਾਰ ਤੇ ਗੁਣ ਤੇ ਔਗਣ ਸਾਰੇ ਇਹਨਾਂ ਗਿਆਨ ਇੰਦਰੀਆਂ ਤੇ ਉੱਠਦੇ ਨੇ। ਇਹਨਾਂ ਨੂੰ ਘੋੜਿਆਂ ਨੂੰ ਕੰਟਰੋਲ ਕਰਨ ਵਾਲਾ ਜਿਹੜਾ ਸਾਰਥੀ, ਉਹ ਕੌਣ ਹੈ? ਸਾਰਥੀ ਮਨ। ਹੁਣ ਮਨ ਜੇਕਰ ਤੇ ਘੋੜਿਆਂ ਦੀ ਲਗਾਮ ਲੂਜ਼ ਕਰੇਗਾ ਤੇ ਘੋੜੇ ਆਪੋ ਆਪਣੇ ਰਾਹ ਤੇ ਜਾਣਗੇ, ਤੇ ਜੇ ਸਾਰਥੀ ਜਿਹੜਾ ਹੈ ਲਗਾਮ ਉਹਨਾਂ ਦੀ ਕੱਸ ਕੇ ਪਕੜੇਗਾ, ਜਿੱਧਰ ਉਹ ਚਾਹੇਗਾ ਉਧਰ ਜਾਣ, ਤੇ ਘੋੜੇ ਕੰਟਰੋਲ ਵਿੱਚ ਰਹਿਣਗੇ। ਵਿਚ ਮੀਨਸ ਕਿ ਸਾਡੀਆਂ ਗਿਆਨ ਇੰਦਰੀਆਂ ਜਿਹੜੀਆਂ ਨੇ ਉਹ ਸਾਰੀਆਂ ਮਨ ਦੇ ਅਧੀਨ। ਜੋ ਅਵਸਥਾ ਸਾਡੇ ਮਨ ਦੀ ਹੋਏਗੀ, ਜਿਸ ਤਰ੍ਹਾਂ ਮਨ ਦੱਸਿਆ ਸੀ ਕਿ ਮਨ ਵਿਚਕਾਰ ਹੁੰਦਾ, ਇੱਕ ਪਾਸੇ ਸੰਸਾਰ, ਇੱਕ ਪਾਸੇ ਨਿਰੰਕਾਰ, ਜਿਸ ਤਰ੍ਹਾਂ ਇੱਕ ਪਾਸੇ ਸਰੀਰ, ਇੱਕ ਪਾਸੇ ਆਤਮਾ, ਤੁਸੀਂ ਇਹ ਵੀ ਕਹਿ ਸਕਦੇ। ਸੋ ਮਨ ਦੌੜ ਦੌੜ ਕੇ ਨੀਵੇਂ ਪਾਸੇ ਜਾਏਗਾ, ਸੰਸਾਰ ਵੱਲ, ਸਰੀਰ ਵੱਲ ਜਾਏਗਾ, ਨਿਰੰਕਾਰ ਵੱਲ, ਆਤਮਾ ਵੱਲ ਨਹੀਂ ਜਾਏਗਾ। ਸੋ ਉਹਨੂੰ ਪਕੜ ਪਕੜ ਕੇ ਮੋੜ ਮੋੜ ਕੇ ਉਧਰ ਲਿਆਣਾ ਪੈਂਦਾ। ਸੋ ਹੁਣ ਇਹ ਹੈ ਕਿ ਮਨ ਦੀ ਅਵਸਥਾ ਕੀ, ਸਾਰੀ ਚੀਜ਼ ਮਨ ਦੀ ਹੈ। ਮੰਨੇ ਕੀ ਗਤ ਕਹੀ ਨਾ ਜਾ ਜੇ ਕੋ ਕਹਿ ਪਿਛੇ। ਦੇਖੋ ਅਰਦਾਸ ਵਿੱਚ ਆਉਂਦਾ ਹੈ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਮਤ ਕਰ ਰੱਖਾ। ਸੋ ਮਤ ਕੀ ਹੈ? ਮਤ ਵੇ ਬੁੱਧੀ। ਉਹਨੇ ਕਿਹਾ ਨਾ, कबीर ने क्या कि अजब देखो खेल, लेले को चूंगे नित पेड़। So what does it mean? It means कि बुद्धि जड़ी है वो पेड़ वे ते मन ले ला। बुद्धि ने मन नू अपने पीछे लगाना सी, पर बुद्धि मन दे पीछे लगी हुई। सब तो जरूरी है कि साडी जड़ी बुद्धि है, जिन्हों असीं मत कहने, कि सिखां दा मन नीवां मत उच्ची। असी साडा मन उच्चा हो जांदा, मत नीवी हो जांदी। मत जेड़ी ओ मन नू कंट्रोल कर ले। जे मत ने मन नू कंट्रोल कर लिया ते विच मीन्स कि जेड़े घोड़े ने उन्हां दी लगाम जेड़ी हैगी ओ जेड़े हत्थ विच
ਉਹ ਘੋੜੇ ਅਸਟਰੇ ਹੋ ਜਾਂਦੇ। ਇਹ ਸਾਡੇ ਸਾਰੀਆਂ ਪੰਜੋ ਜਿਹੜੀਆਂ ਇੰਦਰੀਆਂ ਨੇ ਇਹਦੇ ਵਿੱਚ ਆ ਜਾਂਦੀਆਂ ਨੇ ਪੰਜਾਂ ਘੋੜਿਆਂ ਦੇ ਵਿੱਚ। ਇਹਨਾਂ ਨੂੰ ਕੰਟਰੋਲ ਕਰਨ ਵਾਲਾ ਜਿਹੜਾ ਉਹ ਮਨ। ਤਾਂ ਮਨ ਜਿਹੜਾ ਹੈ ਉਹ ਬੁੱਧੀ ਜਿਹੜੀ ਸਾਡੀ ਸਟਰੋਂਗ ਹੈ, ਮਤ ਸਟਰੋਂਗ ਹੈ, ਤੇ ਮਨ ਜਿਹੜਾ ਉਹ ਸਟਰੋਂਗ। ਸੋ ਇੱਥੋਂ ਇਹਦੇ ਵਿੱਚ ਹੁਣ ਤੁਹਾਡਾ ਕਲੀਅਰ ਹੋਇਆ ਕਿ ਨਹੀਂ? ਹਾਂਜੀ ਆਂਟੀ, what is the difference between awareness and consciousness? Consciousness, awareness only. It's the same thing. We are conscious, we are aware. ठीक है ना? चेतना साड़ी चेतना उधर चली गई, we are conscious, we are aware. अगर चेतना उधर नहीं गई, चेतना दूसरे पास से है, तो अपना साढ़े अस्से we are not aware. Aware है मतलब to be alert. भाई मैं कर की रहा, जिन्हों कहते ने to be in the present moment. मतलब जो तुसी कर रहे हो तुसी ओदे विच हो। कई बार पता की हुंदा है, ਅਸੀਂ ਕੁਝ ਹੀ ਸੋਚਦੇ ਜਾਂਦੇ ਹਾਂ, ਕੁਝ ਹੀ ਕਰਦੇ ਜਾਂਦੇ ਹਾਂ, ਪਤਾ ਹੀ ਨਹੀਂ ਲੱਗਦਾ ਅਸੀਂ ਕੀ ਸੋਚ ਰਹੇ ਕੀ ਕਰ ਰਹੇ। ਸੋ ਸਾਡੇ ਅੱਗੇ ਜਿਹੜੀਆਂ ਮਿਸਾਲਾਂ ਨੇ ਉਹ ਸਾਡੇ ਗੁਰੂਆਂ ਦੀਆਂ ਜਿਹੜੀਆਂ ਜੀਵਨੀਆਂ ਨੇ, ਉਹਨਾਂ ਨੂੰ ਸਭ ਕੁਝ ਉਹਨਾਂ ਨੇ ਗੁਰਬਾਣੀ ਦੇ ਵਿੱਚ ਲਿਖ ਦਿੱਤਾ। ਤੁਸੀਂ ਗੁਰੂ ਨਾਨਕ ਦੇਵ ਦੀ ਜੀਵਨੀ ਦੇਖੋ, ਤੁਸੀਂ ਗੁਰੂ ਗੋਬਿੰਦ ਸਿੰਘ ਦੀ ਜੀਵਨੀ ਦੇਖੋ। मतलब ਇਹ ਨਹੀਂ ਕਿ ਹੁਣ ਅਸੀਂ ਉੱਥੋਂ ਤੱਕ ਪਹੁੰਚਣਾ ਕਿ ਅਸੀਂ ਕੁਰਬਾਨੀਆਂ ਦੇਣ ਤੱਕ ਤੇ ਪਹੁੰਚ ਨਹੀਂ ਸਕਦੇ, ਵੱਖਰੀ ਗੱਲ ਹੈ। ਪਰ ਸਾਡੇ ਵਾਸਤੇ ਸਭ ਤੋਂ ਵੱਡੀ ਕੁਰਬਾਨੀ ਇਹ ਹੈ ਕਿ ਇਹ ਜੀਵਨ ਸਾਨੂੰ ਜਿਹੜਾ ਮਿਲਿਆ ਹੈ, ਇਹਦੇ ਅੰਦਰ ਜਿਹੜੇ ਸਾਡੇ ਅੰਦਰ ਕਮੀਆਂ ਨੇ, ਸਿਰਫ ਉਹਨਾਂ ਨੂੰ ਦੂਰ ਕਰਨ ਵਾਸਤੇ ਮਿਲਿਆ। ਭਈ ਪ੍ਰਭਤ ਮਾਨਵ ਦੁਰੀਆ ਮਤਲਬ ਹੀ ਸਿਰਫ ਇਹ ਹੈ ਕਿ ਜਿਹੜੀਆਂ ਕਮੀਆਂ ਨੇ ਸਾਡੇ ਦੇ ਵਿੱਚ, ਕੁਝ ਤੇ ਪਿਛਲੀਆਂ ਨੇ, ਕੁਝ ਅਸੀਂ ਹੋਰ ਲੈ ਲਈਆਂ ਨੇ। ਐਸ ਜਦੋਂ ਇੱਕ ਵਾਰੀ ਆਦਤ ਪੈ ਜਾਏ ਨਾ ਕਮੀਆਂ ਨੂੰ ਕੱਢਣ ਦੀ, ਫਿਰ ਐਸ ਜਨਮ ਵਿੱਚ ਤੁਸੀਂ ਉਹਨਾਂ ਨੂੰ ਐਕਸੈਪਟ ਨਹੀਂ ਕਰਦੇ। ਜਦੋਂ ਇਹ ਐਕਸੈਪਟ ਨਹੀਂ ਕਰੋਗੇ ਤੇ ਪਿਛਲੀਆਂ ਕਮੀਆਂ ਤੇ ਆਪਣੇ ਆਪ ਹੀ ਹਟ ਜਾਣੀਆਂ। ਕਿਵੇਂ ਇੱਕ ਚੋਰ ਹੈ, ਉਹ ਪਿਛਲੇ ਜਨਮ ਵਿੱਚ ਚੋਰੀ ਕਰਦਾ ਹੈ, ਪਰ ਹੁਣ ਉਹਨੇ ਚੋਰੀ ਛੱਡ ਦਿੱਤੀ। ਜਦੋਂ ਉਹਨੇ ਚੋਰੀ ਛੱਡ ਦਿੱਤੀ ਹੈ ਤੇ ਉਹਦੇ ਕੌਨਸ਼ੀਅਸ ਵਿੱਚੋਂ ਨਿਕਲ ਗਈ ਹੈ, ਇਟਸ ਨੋ ਮੋਰ ਦੇਅਰ। ਹੁਣ ਉਹਨੂੰ ਕਾਹਦੀ ਸਜ਼ਾ ਮਿਲੇਗੀ ਜਦੋਂ ਉਹਨੇ ਚੋਰੀ ਕਰਨੀ ਨਹੀਂ? ਤੇ ਉਹ ਪਿਛਲਾ ਵੀ ਉਹਦਾ ਮਾਫ ਹੋ ਗਿਆ। So if we are aware, if we are conscious ਕਿ ਮੈਂ ਕੀ ਕਰ ਰਿਹਾ, ਕੀ ਸੋਚ ਰਿਹਾ, ਕਿਉਂਕਿ ਜਿਹੜਾ ਅਸੀਂ ਕਹਿੰਦੇ ਕਿ ਇਹ ਜਿਹੜੀ ਹੈ ਨਾ ਸੋਚ ਸਾਡੀ ਜਿਹੜੀ ਹੈਗੀ, ਚਿਤਵਨ ਜਿਹੜਾ ਸਾਰਾ ਵਕਤ ਪਾਸਟ ਦਾ ਔਰ ਫਿਊਚਰ ਦਾ, ਅਸੀਂ ਉਹਦੇ ਵਿੱਚ ਹੀ ਰਹਿੰਦੇ। ਪੁਰਾਣੀਆਂ ਗੱਲਾਂ ਯਾਦ ਕਰ ਕਰਕੇ, ਲੋਕਾਂ ਨੂੰ ਯਾਦ ਕਰ ਕਰਕੇ। ਕਈ ਵਾਰੀ ਮਨ ਹੀ ਹੁੰਦਾ ਕਿ ਗਲਤ ਗੱਲਾਂ ਜਿਹੜੀਆਂ ਨੇ, ਨੈਗੇਟਿਵ ਕਹਿੰਦੇ ਨੈਗੇਟਿਵ ਅਨਨੈਸੈਸਰੀ ਥਾਟ ਵਿੱਚ ਜਿਹਨਾਂ ਦਾ ਕੋਈ ਫਾਇਦਾ ਨਹੀਂ, ਉਹ ਵੀ ਨਹੀਂ ਕਰੋ। ਮਤਲਬ ਐਵੇਂ ਗੱਲਬਾਤ ਨਹੀਂ ਕਰੋ, ਓਨਾ ਹੀ ਜਿਹੜਾ ਹੈਗਾ ਵੇ ਓਨਾ ਹੀ ਕਰੋ ਜਿੰਨਾ ਜਿਹੜਾ ਹੈ। ਸੋ ਅਜੇ ਅੱਗੇ ਤੇ ਹੈ, ਪਰ ਅਸੀਂ ਇੱਥੇ ਐਂਡ ਕਰਨੇ ਆ ਕਿਉਂਕਿ ਟਾਈਮ ਹੋ ਗਿਆ। ਤੇ ਇਹ ਮੈਂ ਤੁਹਾਨੂੰ ਦੱਸਣੇ ਕਿ ਥੋੜਾ ਜਿਹਾ ਪੁਆਇੰਟ ਕਿ ਸਾਨੂੰ ਅਸੀਂ ਫਿਰ ਕੀ ਕਰੀਏ, ਇਹਨਾਂ ਵਿਕਾਰਾਂ ਵਿੱਚੋਂ ਕਿਵੇਂ ਨਿਕਲੀਏ। ਜੇ ਕੁਛ ਹੋਰ ਐਗਜ਼ਾਮਪਲ ਹੈਗੇ ਨੇ, ਪਰ ਉਹ ਮੈਂ ਨਹੀਂ ਦਿਆਂਗੀ ਕਿਉਂਕਿ ਬੜਾ ਟਾਈਮ ਲੰਬਾ ਹੋ ਜਾਏਗਾ। ਇਹਦੇ ਵਿੱਚ ਥੋੜੀਆਂ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਕਿ ਸਾਨੂੰ ਪਤਾ ਹੈ ਕੀ ਕਰਨਾ ਹੈ, ਕੰਟਰੋਲ ਕਿਹੜੀਆਂ ਚੀਜ਼ਾਂ ਤੇ ਕਰਨਾ। ਕਾਮ ਨੂੰ ਕੰਟਰੋਲ ਕਰਨਾ, ਭੈੜੀ ਸੰਗਤ ਨਹੀਂ ਕਰਨੀ। ਸੰਗਤ ਦਾ ਬਹੁਤ ਵੱਡਾ ਅਸਰ ਹੁੰਦਾ। ਜਿਸ ਤਰ੍ਹਾਂ ਦੀ ਸਾਡੀ ਸੰਗਤ ਹੋਏਗੀ ਅਸੀਂ ਉਸ ਤਰ੍ਹਾਂ ਦਾ ਜ਼ਰੂਰ ਹੀ ਕਬੂਲ ਕਰਾਂਗੇ। ਖਾਣ ਪੀਣ ਦਾ ਵੀ ਧਿਆਨ, ਕਿਉਂਕਿ ਜ਼ਿਆਦਾ ਜਿੰਨੀ ਅਸੀਂ ਤਾਮਸਿਕ ਫੂਡ ਖਾਵਾਂਗੇ ਉਹਨੇ ਵਿਕਾਰ ਜਿਹੜੇ ਨੇ ਉਹ ਜ਼ਿਆਦਾ ਜਾਗਰਿਤ ਹੋਣਗੇ। ਬਹੁਤਾ ਜਿਹੜਾ ਹੈ, ਬਹੁਤੇ ਕੱਪੜੇ ਵੀ ਜਿਹੜੇ ਨੇ ਬਹੁਤ ਭੜਕੀਲੇ, ਮੇਕਅਪ, ਸਾਰਾ ਕੁਛ ਇਹ ਚੀਜ਼ਾਂ ਵੀ ਡਾਇਵਰਟ ਕਰਦੀਆਂ ਨੇ ਅਟੈਂਸ਼ਨ ਦੂਸਰੇ ਪਾਸੇ ਕਿ ਮੈਂ ਕਿਸ ਤਰ੍ਹਾਂ ਲੱਗ ਰਿਹਾ, ਸੋਹਣਾ ਲੱਗ ਰਿਹਾ, ਦੁਨੀਆ ਮੈਨੂੰ ਦੇਖ ਰਹੀ ਹੈਗੀ ਹੈ। ਅੱਛੀਆਂ ਕਿਤਾਬਾਂ ਪੜ੍ਹਨੀਆਂ। ਸਾਹਿਤ ਜਿਹੜਾ ਗੰਦਾ ਸਾਹਿਤ ਬਹੁਤ ਜ਼ਿਆਦਾ ਅਸਰ ਕਰਦਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦਿੰਦੀ ਹਾਂ। ਇੱਕ ਦਿਨ ਮੈਨੂੰ ਕੋਈ ਸਾਡਾ ਰਿਸ਼ਤੇਦਾਰ ਸੀ, ਉਹ ਮੈਨੂੰ ਬਹੁਤ ਜ਼ਿਆਦਾ ਫਾਰਵਰਡ ਕਰਦਾ ਹੁੰਦਾ ਸੀ ਐਂਡ ਮੈਂ ਠੀਕ ਹੈ, ਮੈਂ ਰਿਸੀਵ ਕਰ ਲਿਆ। ਜੇ ਕੁਝ ਅਨਨੈਸੈਸਰੀ ਹੁੰਦੇ ਮੈਂ ਠੀਕ ਹੈ।
ਇੱਕ ਦਿਨ ਉਹਦੇ ਕੋਲੋਂ ਗਲਤੀ ਦੇ ਨਾਲ ਇੱਕ ਬੜੀ ਗਲਤ ਚੀਜ਼ ਜਿਹੜੀ ਸੀ ਉਹ ਟ੍ਰਾਂਸਫਰ ਹੋ ਗਈ, ਕਿਉਂਕਿ ਹੁਣ ਉਹ ਦੇਖਦਾ ਸੀ ਤੇ ਟ੍ਰਾਂਸਫਰ ਹੋਈ ਸੀ ਨਾ, ਜੇ ਉਹ ਨਹੀਂ ਦੇਖਦਾ ਹੁੰਦਾ ਤੇ ਕਿਵੇਂ ਟ੍ਰਾਂਸਫਰ ਹੋਈ? ਉਹ ਦੇਖਦਾ ਸੀ ਤਾਂ ਗਲਤੀ ਨਾਲ ਹੋਰ ਕਿਸੇ ਨੂੰ ਟ੍ਰਾਂਸਫਰ ਕਰ ਦਿੱਤਾ, ਮੈਨੂੰ ਕਰ ਦਿੱਤੀ। ਐਂਡ ਉਹ ਇੰਨੀ ਜ਼ਿਆਦਾ ਗਲਤ ਸੀ ਕਿ ਉਹ ਮੈਂ ਹੈਰਾਨ ਹੋ ਗਈ। ਹੁਣ ਉਸ ਬੰਦੇ ਨੂੰ ਇੰਨੀ ਸ਼ਰਮ ਆਈ ਕਿ ਉਸ ਤੋਂ ਬਾਅਦ ਉਹਨੇ ਮੈਨੂੰ ਫਾਰਵਰਡ ਕਰਨਾ ਬੰਦ ਕਰ ਦਿੱਤਾ। ਹੁਣ ਇਹ ਵੀ ਆਰ ਨਾਟ, ਜਦੋਂ ਅਸੀਂ ਇੱਕ ਚੀਜ਼ ਕਰ ਰਹੇ ਹਾਂ ਤੇ ਉਹ ਸਾਨੂੰ ਆਦਤ ਪਈ ਹੋ, ਫਿਰ ਅਸੀਂ ਕਰਦੇ ਜਾਵਾਂਗੇ। ਇਹ ਇੰਟਰਨੈਟ ਤੇ ਵੀ ਜਿਹੜੀਆਂ ਗਲਤ ਚੀਜ਼ਾਂ ਨੇ, ਜੇ ਅਸੀਂ ਦੇਖੀਏ ਅਨਨੈਸੈਸਰੀ ਵੀ ਦੇਖੋ ਤੇ ਉਹਦਾ ਵੀ ਅਸਰ ਹੁੰਦਾ ਹੈ। ਜੇ ਗਲਤ ਕਿਤਾਬਾਂ ਪੜ੍ਹਨ ਦੇ ਨਾਲ, ਗਲਤ ਪੜ੍ਹਨ ਦੇ ਨਾਲ, ਸਾਹਿਤ ਜਿਹੜਾ ਪੜ੍ਹਨ ਦੇ ਨਾਲ, ਤੁਸੀਂ ਲੋਕ ਤੇ ਖੈਰ ਇਹਨਾਂ ਚੀਜ਼ਾਂ ਚੋਂ ਬਹੁਤ ਨਿਕਲੇ ਹੋਏ ਹੋ, ਪਿਕਚਰਾਂ ਦਾ ਬੜਾ ਅਸਰ ਹੁੰਦਾ ਹੈਗਾ। ਤੁਸੀਂ ਲੋਕ ਤਾਂ ਬੜੇ ਬਿਜ਼ੀ ਹੋ, ਵਿਹਲੇ ਰਹਿਣ ਨਾਲ ਵੀ ਜਿਹੜਾ ਹੈਗਾ ਉਹ ਤਾਂ ਕਹਿੰਦੇ ਵਿਹਲਾ ਵਿਹਲਾ ਮਨ ਸ਼ੈਤਾਨ ਦਾ ਚਰਖਾ, ਬਟ ਖੈਰ ਇਹ ਉਹਦੇ ਵਿੱਚ ਆਂਦਾ ਹੈ। ਨਸ਼ੇ ਜਿਹੜੇ ਨੇ ਕੁਛ ਵੀ ਅੱਜ ਕੱਲ ਤੇ ਲੋਕੀ ਖੈਰ ਮਤਲਬ ਸੌਣ ਵਾਸਤੇ ਵੀ ਗੋਲੀ ਲੈਂਦੇ, ਦੋਸਤੋ ਨਹੀਂ ਕਹਿੰਦੀ, ਪਰ ਦੂਸਰੇ ਸਟਰੋਂਗ ਨਸ਼ੇ ਜਿਹੜੇ ਉਹਨਾਂ ਵਾਸਤੇ, ਉਹਦੇ ਵਾਸਤੇ ਉਹਨਾਂ ਕਿਹਾ ਕੀ ਕਰਨਾ ਹੈ, ਗੁਰਬਾਣੀ ਨੂੰ ਗਹਿਰਾਈ ਵਿੱਚ ਪੜ੍ਹਨਾ, ਗੁਰਬਾਣੀ ਦੇ ਵਿਚਾਰ ਕਰਨੀ ਹੈ, ਸਿਮਰਨ ਕਰਨਾ ਹੈ, ਕੀਰਤਨ ਸੁਣਨਾ ਹੈ। ਔਰ ਮੇਨ ਥਿੰਗ ਕਿ ਕੋਈ ਵੀ ਸਭ ਕੁਝ ਕਰਦਿਆਂ ਵੀ ਜੇ ਤੁਸੀਂ ਉਹਦੀ ਗਹਿਰਾਈ ਵਿੱਚ ਨਹੀਂ ਗਏ ਤੇ ਅਸੀਂ ਕਿਧਰੇ ਨਹੀਂ ਪਹੁੰਚੇ, ਅਸੀਂ ਬਿਲਕੁਲ ਉੱਤੇ ਸਤ ਸੰਗਤ ਕਰੋ, ਮਤਲਬ ਅੱਛੀ ਸੰਗਤ ਕਰੋ, ਜਿਨ੍ਹਾਂ ਨਾਲ ਹੀ ਮਿਲੋ ਉਹੀ ਗੱਲਾਂ ਕਰੋ। ਮਤਲਬ ਜਦੋਂ ਤੁਸੀਂ ਮਿਲੋ ਤੇ ਕੋਈ ਇਸ ਤਰ੍ਹਾਂ ਦੀਆਂ ਪੋਜ਼ਿਟਿਵ ਗੱਲਾਂ ਜਿਹਦੇ ਵਿੱਚ ਅਸੀਂ ਇੱਕ ਦੂਸਰੇ ਕੋਲ ਲਰਨ ਕਰ ਰਹੇ ਹਾਂ। ਐਂਡ ਆਪਣੇ ਸਭ ਤੋਂ ਜ਼ਿਆਦਾ ਆਪਣੇ ਵਿਚਾਰਾਂ ਤੇ ਧਿਆਨ ਰੱਖਣਾ ਬੜਾ ਜ਼ਰੂਰੀ ਹੈ, ਜਿਹਨੂੰ ਅਸੀਂ ਅਵੇਅਰਨੈਸ ਕਿਹਾ ਕਿ ਮੈਂ ਹੁਣ ਕੀ ਸੋਚ ਰਿਹਾ ਹਾਂ। ਕਿਸੇ ਵੇਲੇ ਇੱਕ ਵਿਚਾਰ ਆਏਗਾ, ਇੰਨਾ ਲੰਬਾ ਹੋ ਜਾਏਗਾ, ਉਹ ਖਤਮ ਹੀ ਨਹੀਂ ਹੋਏਗਾ, ਫਿਰ ਹੋਸ਼ ਆਏਗੀ ਕਿ ਮੈਂ ਕੀ ਸੋਚ ਰਿਹਾ ਸੀ। ਅਵੇਅਰਨੈਸ ਹੁੰਦਾ ਕਿ ਇਮੀਡੀਏਟਲੀ ਕੈਚ ਕਰ ਲੈਣਾ, ਇਮੀਡੀਏਟਲੀ ਕਿ ਵਿਚਾਰ ਮੈਨੂੰ ਪੁਰਾਣਾ ਆਇਆ, ਕੋਈ ਨੈਗੇਟਿਵ ਵਿਚਾਰ ਹੈ, ਕੋਈ ਦੁੱਖ ਦਾ ਵਿਚਾਰ ਹੈ, I want to come out of it. It's not my cup of tea. ਮੈਂ ਨਹੀਂ ਇਹਨੂੰ ਐਂਟਰਟੇਨ ਕਰਨਾ। ਸਭ ਤੋਂ ਜ਼ਿਆਦਾ ਇਹ ਨੈਗੇਟਿਵ ਜਿਹੜੇ ਸਾਡੇ ਜਜ਼ਬੇ ਨੇ ਉਹਨਾਂ ਨੂੰ ਕਾਬੂ ਕਰਨਾ, ਬਹੁਤ ਇਹਦੇ ਤੇ ਸਾਰੇ ਵਿਕਾਰਾਂ ਦਾ ਆਧਾਰ। ਇਹ ਜੀਵਨ ਜਿਹੜਾ ਹੈ ਇਹ ਬੜਾ ਹੀ ਖੂਬਸੂਰਤ ਹੈ, ਇਹ ਬੜਾ ਹੀ ਸੁਨਹਿਰੀ ਹੈ, ਇਹ ਬੜਾ ਹੀ ਪਵਿੱਤਰ ਹੈ, ਇਹ ਫੁੱਲ ਆਫ ਬਲਿਸ ਹੈ, ਫੁੱਲ ਆਫ ਆਨੰਦ ਹੈ। ਇਸ ਜੀਵਨ ਨੂੰ ਅਸੀਂ ਸਫਲ ਕਰਨ ਵਾਸਤੇ ਗੁਰਬਾਣੀ ਦੀ ਓਟ ਲੈ ਕੇ, ਉਹਦੀ ਗਹਿਰਾਈ ਲੈ ਕੇ ਅਵੇਅਰਨੈਸ ਤੇ ਜ਼ਰੂਰ ਜਾਣਾ, ਬਹੁਤ ਹੀ ਜ਼ਰੂਰੀ ਹੈ। I have to aware what I am doing, what I am thinking, ਹੌਲੀ ਹੌਲੀ ਇਸ ਤਰ੍ਹਾਂ ਆਦਤ ਪੈ ਜਾਏਗੀ ਕਿ ਅਸੀਂ ਨੈਗੇਟਿਵਿਟੀ ਜਾ ਹੀ ਨਹੀਂ ਸਕਾਂਗੇ। ਯੂ ਵਿਲ ਸਰਪ੍ਰਾਈਜ਼ ਕਿ ਮੇਰੇ ਚ ਇੰਨਾ ਚੇਂਜ ਆਇਆ ਕਿਵੇਂ। ਥੋੜੀ ਦੇਰ ਮਿਹਨਤ ਕਰਨ ਤੋਂ ਬਾਅਦ ਤੁਸੀਂ ਉਹ ਨੈਗੇਟਿਵ ਜਾ ਹੀ ਨਹੀਂ ਸਕੋਗੇ, ਤੁਹਾਡਾ ਮਨ ਹੀ। ਮੈਨੂੰ ਕਿਸੇ ਨੇ ਪੁੱਛਿਆ ਸੀ ਕਿ ਤੁਸੀਂ ਪਿਕਚਰ ਨਹੀਂ ਦੇਖਦੇ, ਮੈਂ ਕਿਹਾ ਮੈਂ ਦੇਖਦੀ ਕੀ, ਮੇਰੇ ਕੋਲੋਂ ਇੰਨੀ ਛੁੱਟ ਗਈ ਹੈ ਕਿ ਜੇ ਮੇਰੇ ਸਾਹਮਣੇ ਪਿਕਚਰ ਚੱਲਦੀ ਹੋਵੇ ਨਾ ਤੇ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮੈਨੂੰ ਅੰਦਰੋਂ ਇੱਕ ਕਾਹਲ ਜਿਹੀ ਪੈਂਦੀ ਹੈਗੀ ਹੈ ਕਿ ਵੀ ਮੈਂ ਇਹਦੇ ਤੋਂ ਦੂਰ ਚਲੀ ਜਾਵਾਂ। ਇਹ ਹੋ ਜਾਂਦਾ ਆਪਣੇ ਆਪ, ਹੌਲੀ 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 ਇਹ ਅਵੇਅਰਨੈਸ ਇੰਨਾ ਵੱਧ ਜਾਂਦਾ ਹੈ ਕਿ ਫਿਰ ਅਸੀਂ ਇਹੋ ਜਿਹਾ ਕਿਸੇ ਥਾਟ, ਜਦੋਂ ਅਸੀਂ ਇਹੋ ਜਿਹੇ ਥਾਟ ਵਿੱਚ ਨਹੀਂ ਨਾ ਜਾਵਾਂਗੇ ਇਹ ਤੇ ਸਾਡੇ ਵਿਕਾਰ ਵੱਲ ਲੈ ਜਾਂਦਾ। ਜਦੋਂ ਨਹੀਂ ਜਾਵਾਂਗੇ ਤੇ ਅਸੀਂ ਉਹਦੇ ਵਿੱਚੋਂ ਨਿਕਲਦੇ ਜਾਵਾਂਗੇ। ਸੋ ਅਜੇ ਮੈਂ ਪੂਰਾ ਤੇ ਨਹੀਂ ਕੀਤਾ ਕਿਉਂਕਿ ਟਾਈਮ ਹੋ ਗਿਆ, ਔਰ ਫਿਰ ਮੈਂ ਇਹ ਟੌਪਿਕ ਨੂੰ ਅਸੀਂ ਇੱਥੇ ਛੱਡ ਦੇਣਾ, ਕਾਫੀ ਟਾਈਮ ਹੋ ਗਿਆ। ਸੋ ਐਨੀਵੇ ਰਾਜੀ ਜੀ, ਤੁਸੀਂ ਕੋਈ ਸਵਾਲ ਨਹੀਂ ਕੀਤਾ। ਰਾਜੀ ਜੀ ਹੋ ਕੇ ਚਲੇ ਗਏ ਕਿਧਰੇ?
ਐ ਨਹੀਂ ਹੈ। ਬਹੁਤ ਸਾਰੇ ਲੋਕ ਤੇ ਮੈਨੂੰ ਲੱਗਦਾ ਲਗਾ ਕੇ ਚਲ ਜਾਂਦੇ ਨੇ। ਨਹੀਂ ਭੈਣ ਜੀ, ਮੈਂ ਸੁਣ ਰਹੀ ਸੀ, ਮੈਨੂੰ ਲੱਗਾ ਇੱਕ ਵਾਰੀ ਤੁਸੀਂ ਮੈਨੂੰ ਆਵਾਜ਼ ਮਾਰੀ ਹੈ, ਹਾਂ ਪਰ ਹਾਂ ਸਾਰੀ ਉਹ ਮੈਂ ਸੁਣ ਕੇ ਪਤਾ ਨਹੀਂ। ਚਲੋ ਨਹੀਂ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਤੁਸੀਂ ਆ ਗਏ ਹੋ, ਠੀਕ ਹੈ। ਸੋ ਰੇਨੂ ਜੀ, ਤੁਸੀਂ ਐਨੀ ਕਮੈਂਟਸ? ਰੇਨੂ ਜੀ। हाँ जी भैन जी, बहुत अच्छा लगे तुहाडे विचार सुने सारे, ते आई डोंट मिस योर क्लास। थैंक यू सो मच, काफी इनपुट तुसी दिंदे हो, थैंक यू वेरी मच। ਤੁਹਾਨੂੰ ਕੋਈ ਲਾਭ ਵੀ ਹੁੰਦਾ ਕਿ ਨਹੀਂ? ਲਾਭ ਤੇ ਪਤਾ ਨਹੀਂ, आई डोंट नो। ਨਹੀਂ, ਜ਼ਰੂਰ ਹੁੰਦਾ, ਬਹੁਤ ਹੁੰਦਾ। ਸੁਣ ਕੇ ਬਹੁਤ ਸੁਣਿਆ, ਮੰਨਿਆ, ਮਨ ਕੀਤਾ। ਸੁਣਨ ਦੀ ਤਾਂ ਬੜੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ। ਜਦੋਂ ਅਸੀਂ ਧਿਆਨ ਨਾਲ ਸੁਣਨੇ ਆ ਤੇ ਉਹ ਬਦੋ ਬਦੀ ਅੰਦਰ ਚਲਾ ਜਾਂਦਾ। ਇੱਕ ਵਾਰੀ ਤੁਸੀਂ ਇੱਥੇ ਸੁਣ ਲਓ ਤੇ ਇੱਕ ਵਾਰੀ ਤੁਸੀਂ ਰਿਕਾਰਡਿੰਗ ਸੁਣ ਲਿਆ ਕਰੋ, ਫਿਰ ਉਹ ਕਨਫਰਮ ਹੋ ਜਾਂਦਾ। ਰਿਕਾਰਡਿੰਗ ਜ਼ਰੂਰ ਸੁਣਿਆ ਕਰੋ, ਕਿਉਂਕਿ ਕੀ ਹੁੰਦਾ ਕਿ ਇੱਥੋਂ ਦਾ ਫਿਰ ਇੱਥੇ ਭੁੱਲ ਜਾਂਦਾ, ਕਿਉਂਕਿ ਪੁਆਇੰਟ ਕਾਫੀ ਸਾਰੇ ਹੁੰਦੇ ਆ ਤੇ ਜੇ ਉਹਨਾਂ ਨੂੰ ਦੁਹਰਾਉਂਦੇ ਰਹੀਏ ਨਾ ਤੇ ਫਿਰ ਕੀ ਹੁੰਦਾ, ਪੱਕੇ ਹੋ ਜਾਂਦੇ ਨੇ ਅੰਦਰ। ਬਿਲਕੁਲ ਬਿਲਕੁਲ। ਇੱਕ ਰਿਕੁਐਸਟ ਹੈ, ਜਿਹੜੇ ਰਿਕਾਰਡਿੰਗ ਕਰਦੇ ਨਾ ਉਹ ਨਾਲ ਦੀ ਨਾਲ ਭੇਜ ਦਿੱਤਾ ਕਰਨ, ਕਿਉਂਕਿ ਮੈਂ ਦੇਖਦੀ ਪਈ ਸੀ ਡਾਲੀ ਭੈਣ ਜੀ ਦੀਆਂ ਵੀ ਇੱਕ ਦੋ ਰਿਕਾਰਡਿੰਗ ਮੈਨੂੰ ਨਹੀਂ ਮਿਲੀਆਂ, ਤੇ ਆਈ ਐਮ ਨਾਟ 100% ਕਿ ਲਾਸਟ ਟਾਈਮ ਦੀ ਵੀ ਰਿਕਾਰਡਿੰਗ ਆ ਗਈ ਸੀ ਕਿ ਨਹੀਂ, ਤੇ ਜਰਾ ਮੇਕ ਸ਼ੋਰ ਕਰ ਲੈਣ, ਬਸ ਇਹ ਰਿਕੁਐਸਟ ਹੈ ਜੀ, ਜਿਹੜੇ ਵੀ ਰਿਕਾਰਡਿੰਗ ਕਰ ਰਹੇ। ਪਤਾ ਨਹੀਂ ਪੂਨਮ ਜੀ, ਤੁਹਾਡੇ ਵਾਸਤੇ ਪੂਨਮ ਜੀ ਕਹਿ ਰਹੇ। ਹਾਂਜੀ, ਪੂਨਮ ਜੀ ਕਰ ਰਹੇ ਨੇ। ਹਾਂਜੀ ਹਾਂਜੀ ਦੀ ਪਲੀਜ਼ ਜਰਾ ਚੈੱਕ ਕਰ ਲੈਣਾ ਜੀ, ਨਾਲੇ ਕੱਲ ਦੀ ਵੀ ਜਿਹੜੀ ਅਗਰ ਡਾਲੀ ਭੈਣ ਜੀ ਨੇ ਕੀਤਾ ਹੈ ਤੇ ਉਹ ਕਰਨਾ, ਕਿਉਂਕਿ ਕੱਲ ਦੀ ਤੇ ਮੇਰੀ ਟੋਟਲੀ ਮਿਸ ਹੋਈ ਹੈ। ਅੱਛਾ ਜੀ, ਹਾਂਜੀ ਜ਼ਰੂਰ ਪਹੁੰਚ ਜਾਏਗਾ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਜੀ। ਤੇ ਭੈਣ ਜੀ ਅੱਜ ਤੇ ਨਾ ਜਿਹੜਾ ਤੁਸੀਂ ਲਾਸਟ ਜਿਹੜਾ ਸੈਂਟੈਂਸ ਕਿਹਾ ਨਾ, ਉਹ ਤੇ ਇੱਕਦਮ ਵੱਜ ਗਿਆ ਹੈ। ਤੁਸੀਂ ਕਿਹਾ ਕਿ ਵੀ ਕੋਈ ਇਹੋ ਜਿਹੇ ਪੁਰਾਣੇ ਥਾਟ ਜਿਹੜੇ ਕਿ ਨਹੀਂ ਹੈਗੇ, ਤੇ ਉਹ ਮਤਲਬ ਕਿ ਕੋਈ ਦੁਖਦੇ ਨੇ ਜਾਂ ਕੋਈ ਇਹੋ ਜਿਹੇ ਨੇ ਜਿਹੜੇ ਕਿ ਯੂ ਸ਼ੁੱਡ ਨਾਟ ਰਿਮਾਈਂਡ ਅਗੇਨ ਐਂਡ ਅਗੇਨ, ਤੇ ਤੁਸੀਂ ਉਹਨੂੰ ਉਸੇ ਵੇਲੇ ਕਹਿ ਦਿਓ ਅਸੀਂ ਤੈਨੂੰ ਐਂਟਰਟੇਨ ਕਰਨਾ, ਸੋ ਮੈਂ ਇਸ ਪਾਸੇ ਧਿਆਨ ਬਿਲਕੁਲ ਨਹੀਂ ਦੇਣਾ। ਇਹ ਤੇ ਰੀਅਲੀ ਦੈਟਸ ਸਮਟਾਈਮਸ ਇਹ ਗੱਲ ਸੱਚ ਹੈ ਕਿ ਅਸੀਂ ਕਿਸੇ ਐਸੇ ਖਿਆਲ ਚ ਚਲੇ ਜਾਂਦੇ ਹਾਂ ਤੇ ਕਿੰਨੀ ਕਿੰਨੀ ਦੇਰ ਐਵੇਂ ਹੀ ਬੈਠੇ ਰਹਿਣ, ਬਾਅਦ ਚ ਕਹਿੰਦੇ ਹਾਂ ਐਵੇਂ ਟਾਈਮ ਵੇਸਟ ਕਰਤਾ ਇਹਦੇ ਚ। ਬਿਲਕੁਲ ਬਿਲਕੁਲ। it gives a consciousness ਕਿ ਵੀ ਤੁਸੀਂ ਆਪਣੇ consciousness ਚ ਪਾਓ ਕਿ ਵੀ ਨਹੀਂ, ਅਗਰ ਇਸ ਤਰ੍ਹਾਂ ਦੀ ਗੱਲ ਆ ਰਹੀ ਹੈ ਤਾਂ ਤੁਹਾਡੇ ਮਨ ਚ ਆਈਏ ਗੱਲ ਕਿ ਨਹੀਂ ਠੀਕ ਹੈ, ਨਹੀਂ ਇਹਨੂੰ ਬਹੁਤਾ ਐਂਟਰਟੇਨ ਕਰਨਾ ਤੇ ਨਹੀਂ ਕਰਨਾ। ਬਿਲਕੁਲ ਬਿਲਕੁਲ ਬਿਲਕੁਲ। ਇਮੀਡੀਏਟਲੀ ਹੌਲੀ 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 ਇਸ ਤਰ੍ਹਾਂ ਹੋ ਜਾਏਗਾ ਕਿ ਫਿਰ ਉਹ ਆਣੇ ਬੰਦ ਹੋ ਜਾਂਦੇ ਨੇ, ਕਿਉਂਕਿ ਪਿਛਲੀ ਆਦਤ ਪਈ ਹੋਈ ਹੈ ਨਾ ਕਿ ਆਉਂਦੇ ਜਾਂਦੇ ਨੇ ਆਉਂਦੇ ਜਾਂਦੇ ਨੇ। ਹੌਲੀ ਹੌਲੀ ਜਦੋਂ ਉਹਨੂੰ ਛੱਡਣ ਦੀ ਆਦਤ ਪੈ ਜਾਂਦੀ ਹੈ ਤੇ ਫਿਰ ਆਉਂਦੇ ਹੀ ਨਹੀਂ। ਫਿਰ ਇਸ ਤਰ੍ਹਾਂ ਸਮਝ ਹੀ ਨਹੀਂ ਲੱਗਦੀ ਕਿ ਸਾਰਾ ਕੁਝ ਛੁੱਟ ਕਿਵੇਂ ਗਿਆ ਹੈਗਾ। ਪਰ ਇਹ ਹੈ ਕਿ ਉਹ ਬੜਾ ਕਿਰਪਾਲੂ ਹੈ, ਜਿਸ ਚੀਜ਼ ਵੱਲ ਅਸੀਂ ਧਿਆਨ ਦਈਏ ਨਾ ਤੇ ਉਹ ਆਪ ਆ ਕੇ ਸਾਡੀ ਮਦਦ ਕਰਦਾ। ਉਹ ਕਹਿੰਦਾ ਤੁਸੀਂ ਚੱਲੋ, ਤੁਸੀਂ ਮੈਂ ਤੇ ਖੜਾ ਹਾਂ ਦਰਵਾਜ਼ੇ ਤੇ, ਤੁਸੀਂ ਮੈਨੂੰ ਬੁਲਾਉਂਦੇ ਹੀ ਨਹੀਂ ਹੈਗੇ। ਐਕਚੁਅਲੀ ਬਿਲਕੁਲ ਠੀਕ ਹੈ, ਅਸੀਂ ਬੁਲਾਉਂਦੇ, ਅਸੀਂ ਆਪਣੇ ਕੰਮਾਂ ਵਿੱਚ ਰੁੱਝੇ ਰਹਿੰਦੇ, ਆਪਣੇ ਆਪ ਵਿੱਚ ਰੁੱਝੇ ਰਹਿੰਦੇ ਹਾਂ। ਅਸੀਂ ਇਹ ਨਹੀਂ ਦੇਖਦੇ ਕਿ ਉਹ ਸਾਰਾ ਵਕਤ ਹਾਜ਼ਰ ਨਾਜ਼ਰ ਹੈਗਾ, ਹਾਜ਼ਰ ਹਜ਼ੂਰ ਜ਼ਾਹਿਰ ਹਜ਼ੂਰ, ਉਹ ਤੇ ਸਾਰਾ ਵਕਤ ਹੀ ਸਾਡੇ ਨਾਲ ਹੈਗਾ। ਸੋ ਇਸ ਕਰਕੇ ਮਤਲਬ ਜਦੋਂ ਅਸੀਂ ਇੱਕ ਹਾਜ਼ਰੀ ਜਦੋਂ ਆਪਣੇ ਅੰਦਰ ਸਮਝ ਗਏ ਨਾ, ਤੇ ਫਿਰ ਇਹ ਕਿ ਸਾਡੇ ਗਲਤ ਥਾਟ ਵੀ ਜਿਹੜੇ ਨਾ ਉਹ ਛੇਤੀ ਛੇਤੀ ਆਉਂਦੇ ਨਹੀਂ ਹੈਗੇ। ਸੋਚੀਦਾ ਉਹ ਤੇ ਦੇਖ ਰਿਹਾ, ਉਹਨੇ ਚਿੱਤਰਗੁਪਤ ਦੇ ਅੰਦਰ ਬਿਠਾਇਆ ਹੈਗਾ, ਉਹ ਤੇ ਮੇਰੇ ਥਾਟ ਨੂੰ ਵੀ ਦੇਖ ਰਿਹਾ, ਜਿਹੜਾ ਮੈਂ ਅਨਨੈਸੈਸਰੀ ਵੀ ਦੇਖ ਰਿਹਾ, ਪਿਛਲਾ ਪਾਸਟ ਵੀ ਦੇਖ ਰਿਹਾ। ਤਾਂ ਇਹ ਜਦੋਂ ਇਹ ਅਵੇਅਰਨੈਸ ਹੋ ਜਾਂਦਾ ਨਾ, ਫਿਰ ਕੀ ਹੁੰਦਾ ਹੌਲੀ ਹੌਲੀ ਆਪਣੇ ਆਪ ਹੀ ਆਦਤ ਜਿਹੜੀ ਛੁੱਟ ਜਾਂਦੀ ਹੈ। ਹਾਂਜੀ ਠੀਕ ਹੈ ਭੈਣ ਜੀ, ਠੀਕ ਹੈ। I'll try my best next time too. Okay ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तो सबका बहुत बहुत शुक्राना एंड वाहिगुरु जी का खालसा। आज तक डोली तो है नहीं, कोई गल नहीं हैगी, ऑलरेडी टाइम काफी हो गया हैगा वे। एंड शुक्रिया सब दा बहुत बहुत, सब ने ध्यान नाल सुनिया। पर संगत जिहड़ी है मेरे हाले गुरु नानक दे सैलीब्रेशन दे विच रुझी होई सी, वो भी ठीक, वो भी बड़ा जरूरी है। ओके जी, थैंक यू।